ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਅਸੀਂ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਅੱਜ ਇਸ ਮੁਹੱਲੇ ਆਬਾਦਪੁਰਾ ਵਿਖੇ ਇਹ ਚੰਦ ਜੀਵਾਂ ਨੇ ਰਲ ਮਿਲ ਕੇ ਜੋ ਅੱਜ ਇਹ ਸਰਵ ਸੰਗਤ ਸਤਸੰਗ ਕਰਵਾਇਆ ਹੈ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਉਹਨਾਂ ਸਾਰੇ ਮੈਂਬਰਾਂ ਨੂੰ ਅੱਜ ਦੇ ਸਤਸੰਗ ਦੀਆਂ ਬਹੁਤ ਬਹੁਤ ਵਧਾਈਆਂ ਦੇਵਾਂਗੇ, ਮੁਬਾਰਕਾਂ ਦੇਵਾਂਗੇ, ਕਿਉਂਕਿ ਉਹਨਾਂ ਨੇ ਰਲ ਮਿਲ ਕੇ ਬਹੁਤ ਅੱਛਾ ਇਹ ਸਾਰਾ ਇੰਤਜ਼ਾਮ ਕੀਤਾ ਹੈ। ਔਰ ਦੇਖੋ, ਇਹਨਾਂ ਦੇ ਇੰਤਜ਼ਾਮ ਕਰਨ ਦੀ ਵਜ੍ਹਾ ਨਾਲ, ਇਹਨਾਂ ਦੇ ਇਹ ਸਤਸੰਗ ਕਰਵਾਉਣ ਦੀ ਵਜ੍ਹਾ ਨਾਲ ਸਾਨੂੰ ਅੱਜ ਇਹ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਸਵਾਲ ਪੁੱਛੀਏ, ਆਨੰਦ ਲੈਣਾ ਕਿ ਨਹੀਂ? ਅੱਜ ਕਿਹੜਾ ਕਿਹੜਾ ਆਨੰਦ ਲੈਣਾ ਚਾਹੁੰਦਾ? ਸਾਰੇ? ਤਾਂ ਫਿਰ ਠੀਕ ਹੈ। ਹੁਣ ਇੱਕ ਗੱਲ ਪਹਿਲਾਂ ਹੀ ਕਹਿ ਦਈਏ, ਅਸੀਂ ਆਨੰਦ ਬਹੁਤ ਦੇਣਾ, ਬਾਕੀ ਤੁਸੀਂ ਕਿੰਨਾ ਕੁ ਲੈਣਾ ਤੁਹਾਡੇ ਤੇ ਹੈ। ਸਮਝਦੇ ਹੋ? ਕਿਉਂਕਿ ਜਿੱਦਾਂ ਕਹਿੰਦੇ ਨਾ, ਉਹਦੇ ਘਰ 'ਚ ਕੋਈ ਕਮੀ ਨਹੀਂ ਹੈ, ਉਹ ਤਾਂ ਰਹਿਮਤ ਦਾ ਭੰਡਾਰ ਹੈ। ਪਰ ਇਨਸਾਨ ਕਿੰਨਾ ਕੁ ਸੰਭਾਲ ਸਕਦਾ ਹੈ, ਕਿੰਨਾ ਕੁ ਲੈ ਸਕਦਾ ਹੈ, ਇਹ ਇਨਸਾਨ ਦੇ ਉੱਪਰ ਨਿਰਭਰ ਕਰਦਾ ਹੈ। ਇੱਕ ਨਦੀ ਵਗਦੀ ਹੈ, ਉਹਦੇ ਕੋਲ ਤਾਂ ਹਜ਼ਾਰਾਂ ਲੱਖਾਂ ਕਰੋੜਾਂ ਲੀਟਰ ਪਾਣੀ ਹੈ, ਪਰ ਬੰਦਾ ਆਪਣੇ ਘਰ ਨੂੰ ਉਨਾ ਕੁ ਹੀ ਲੈ ਕੇ ਆ ਸਕਦਾ ਹੈ ਜਿੰਨਾ ਕੁ ਬੰਦੇ ਦੇ ਕੋਲ ਬਰਤਨ ਹੋਵੇ। ਬਰਤਨ ਯਾਨੀ ਸਾਧਨ ਹੋਵੇ ਜਿੰਨਾ ਕੁ। ਹੁਣ ਤੁਸੀਂ ਅਗਰ ਆਪਣੇ ਦਿਲ ਨੂੰ ਇੰਨਾ ਕੁ ਕਰਕੇ ਬੈਠੋਗੇ ਤਾਂ ਫਿਰ ਉਨਾ ਕੁ ਲੈ ਕੇ ਜਾਓਗੇ, ਤਾਂ ਅਗਰ ਆਪਣੇ ਦਿਲ ਨੂੰ ਐਡਾ ਕਰਕੇ ਬਹਿ ਜਾਓਗੇ ਤਾਂ ਫਿਰ ਸ਼ਾਇਦ ਤੁਸੀਂ ਉਹ ਪ੍ਰਮਾਤਮਾ ਪ੍ਰਭੂ ਨੂੰ ਹੀ ਲੈ ਜਾਵੋ। ਕਿਉਂਕਿ ਕਿਹਾ ਜਾਂਦਾ ਹੈ ਨਾ, ਫਿਰ ਰਹਿਮਤ ਦੀ ਗੱਲ ਕੀ ਕਰਨੀ, ਫਿਰ ਤਾਂ ਰਹਿਮਤਾਂ ਦੇ ਦਾਤੇ ਦੀ ਗੱਲ ਹੀ ਕਰ ਲੈਣੀ ਹੈ। ਜੇ ਜਦ ਲੁੱਟਣ ਦਾ ਹੀ ਮੌਕਾ ਮਿਲੇ, ਹਾਸਿਲ ਕਰਨ ਦਾ ਹੀ ਮੌਕਾ ਮਿਲੇ, ਤਾਂ ਫਿਰ ਦਾਤਾ ਨੂੰ ਕੀ ਕਰਨੀ ਹੈ? ਫਿਰ ਤਾਂ ਦਾਤੇ ਨੂੰ ਹਾਸਿਲ ਕਰਨੀ ਹੈ, ਕਿਉਂਕਿ ਸਭ ਤੋਂ ਬੜੀ ਦਾਤ ਤਾਂ ਫਿਰ ਉਹੀ ਹੈ, ਦਾਤਾ। ਇਸ ਲਈ ਕੋਈ ਕਹਿੰਦਾ ਮੈਨੂੰ ਰਹਿਮਤ ਮਿਲੇ, ਤਾਂ ਕੋਈ ਕਹਿੰਦਾ ਮੈਨੂੰ ਰਹਿਮਤਾਂ ਦਾ ਭੰਡਾਰ ਜੋ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਵਾਲਾ, ਉਹ ਦਾਤਾ ਹੀ ਮਿਲ ਜਾਵੇ। ਤਾਂ ਜਿਹਨੂੰ ਦਾਤਾ ਮਿਲ ਗਿਆ, ਉਹਨੂੰ ਦਾਤਾ ਹੀ ਤਾਂ ਕਮੀ ਕਦੀ ਰਹਿੰਦੀ ਨਹੀਂ ਹੈ। ਔਰ ਇੱਕ ਰਾਜ ਦੀ ਗੱਲ ਇਹੀ ਗੁਰੂ ਰਹਿਬਰ ਵੀ ਦੱਸਦੇ ਹੈ ਕਿ ਜੇ ਦਾਤੇ ਨੂੰ ਲੈਣਾ ਹੋਵੇ ਨਾ, ਤਾਂ ਫਿਰ ਹੁਣ ਕਈ ਵਾਰ ਬੰਦਾ ਕਹਿੰਦਾ ਮੇਰਾ ਘਰ ਬੜਾ ਛੋਟਾ ਜਿਹਾ ਹੈ, ਜਾਂ ਮੇਰੇ ਕੋਲ ਜ਼ਮੀਨ ਬੜੀ ਥੋੜੀ ਹੈ, ਜਾਂ ਮੇਰੇ ਕੋਲ ਪੈਸਾ ਥੋੜਾ ਹੈ, ਜਾਂ ਮੇਰੇ ਕੋਲ ਪਦਾਰਥ ਥੋੜੇ ਹੈ। ਤੇ ਇੱਕ ਗੱਲ ਯਾਦ ਰੱਖੋ ਕਿ ਪ੍ਰਮਾਤਮਾ ਨੂੰ ਪਾਉਣ ਦਾ ਇੱਕੋ ਹੀ ਨਿਯਮ ਹੈ, ਉਹ ਦਾਤੇ ਨੂੰ ਲੈਣ ਦਾ ਇੱਕੋ ਹੀ ਨਿਯਮ ਹੈ ਕਿ ਘਰ ਚਾਹੇ ਛੋਟਾ ਹੋਵੇ, ਜ਼ਮੀਨ ਚਾਹੇ ਥੋੜੀ ਹੋਵੇ, ਪਦਾਰਥ ਚਾਹੇ ਥੋੜੇ ਹੋਣ, ਘਰ ਚਾਹੇ ਛੋਟਾ ਹੋਵੇ, ਬਸ ਸਾਡਾ ਦਿਲ ਇਹ ਬੜਾ ਹੋਣਾ ਚਾਹੀਦਾ। ਕਿਉਂਕਿ ਰੱਬ ਨੇ ਤੁਹਾਡੇ ਘਰਾਂ 'ਚ ਨਹੀਂ ਰਹਿਣਾ, ਉਹ ਪ੍ਰਮਾਤਮਾ ਨੇ ਤੁਹਾਡੇ ਘਰ ਨੂੰ ਨਹੀਂ ਦੇਖਣਾ ਕਿ 2 ਮੰਜ਼ਿਲਾਂ 3 ਮੰਜ਼ਿਲਾਂ 4 ਮੰਜ਼ਿਲਾਂ ਹੈ, ਕਿਉਂਕਿ ਉਹਨੂੰ ਉਹਦੀ ਲੋੜ ਹੀ ਨਹੀਂ ਹੈ। ਇਹ ਸਾਰਾ ਬ੍ਰਹਿਮੰਡ ਉਹਦਾ ਹੀ ਘਰ ਹੈ। ਇਸ ਲਈ ਰੱਬ ਨੇ ਜਦ ਵੀ ਦੇਖਣਾ ਹੈ, ਉਸ ਮਾਲਿਕ ਨੇ, ਪ੍ਰਮਾਤਮਾ ਪ੍ਰਭੂ ਨੇ ਜਦ ਵੀ ਦੇਖਣਾ ਹੈ ਨਾ ਸਾਡੀ ਜ਼ਮੀਨ ਦੇਖਣੀ ਹੈ ਕਿ ਜ਼ਮੀਨ ਕਿੰਨੇ ਕਿੱਲੇ ਹੈ, ਨਾ ਸਾਡਾ ਬੈਂਕ ਬੈਲੈਂਸ ਦੇਖਣਾ ਹੈ ਕਿ ਬੈਂਕਾਂ 'ਚ ਰੁਪਇਆ ਕਿੰਨਾ ਹੈ, ਨਾ ਉਹਨਾਂ ਜਿੱਦਾਂ ਦੱਸਿਆ ਸਾਡਾ ਘਰ ਦੇਖਣਾ ਹੈ ਕਿ 2 ਮੰਜ਼ਿਲਾਂ ਜਾਂ 3 ਮੰਜ਼ਿਲਾਂ ਹੈ, ਨਾ ਉਹਨਾਂ ਸਾਡੀ ਸ਼ਕਲ ਸੂਰਤ ਦੇਖਣੀ ਹੈ ਕਿ ਰੰਗ ਗੋਰਾ ਹੈ ਜਾਂ ਕਾਲਾ, ਕਿਉਂਕਿ ਉਹਦੇ ਬਣਾਏ ਹੋਏ ਆ। ਫਿਰ ਉਹਨਾਂ ਕਹਿਣਾ ਮੈਂ ਹੀ ਬਣਾਇਆ, ਤਾਂ ਮੈਂ ਕੀ ਦੇਖਾਂ ਕਿ ਇਹਦਾ ਰੰਗ ਕੈਸਾ ਹੈ? ਸਮਝਣਾ ਜ਼ਰਾ ਸਾਰਿਆਂ ਨੇ। ਫਿਰ ਉਹ ਦੇਖਦਾ ਕੀ ਹੈ? ਉਹ ਇਹ ਦੇਖਦਾ ਹੈ ਕਿ ਮੈਂ ਹਰ ਚੀਜ਼ ਇਨਸਾਨ ਨੂੰ ਦਿੱਤੀ ਹੀ ਹੈ। ਇਸ ਲਈ ਉਹ ਇੱਕੋ ਹੀ ਚੀਜ਼ ਨੂੰ ਦੇਖ ਕੇ ਆਂਦਾ ਹੈ। ਜਿਸ ਤਰ੍ਹਾਂ ਫਿਰ ਕਵਾਂਗੇ, ਉਹਨੇ ਇਹ ਨਹੀਂ ਦੇਖਣਾ ਸਾਡਾ ਰੂਪ ਰੰਗ ਕੈਸਾ, ਸਾਡਾ ਘਰ ਕੈਸਾ, ਜ਼ਮੀਨ ਕਿੰਨੀ ਹੈ, ਮਕਾਨ ਕਿੰਨਾ ਹੈ, ਬੈਂਕ ਬੈਲੈਂਸ ਕਿੰਨਾ, ਨਹੀਂ। ਉਹਨੇ ਇਹ ਦੇਖਣਾ ਹੈ ਕਿ ਤੇਰੇ ਦਿਲ 'ਚ ਪਿਆਰ ਕਿੰਨਾ ਹੈ, ਵਿਸ਼ਵਾਸ ਕਿੰਨਾ, ਤੇਰਾ ਦਿਲ ਕਿੰਨਾ ਬੜਾ ਹੈ। ਕਿਉਂਕਿ ਕਹਿੰਦੇ ਨਾ, ਭੀਲਣੀ ਦੇ ਝੂਠੇ ਬੇਰ ਰਾਮ ਨੇ ਖਾਧੇ, ਤਾਂ ਭੀਲਣੀ ਕੋ ਕੀ ਸੀ? ਕੋਈ ਮਹਿਲ ਸੀ? ਜਵਾਬ ਦਿਓ ਸਾਨੂੰ। ਕੋਈ ਮਹਿਲਾਂ ਦੀ ਮਾਲਕਿਨ ਸੀ ਉਹ? ਕਹਿੰਦੇ ਇੱਕ ਦਾਸੀ ਸੀ ਜਿਹੜੀ ਕਿ ਝਾੜੂ ਲਾਉਂਦੀ ਹੁੰਦੀ ਸੀ ਸੰਤਾਂ ਸਾਧੂਆਂ ਦੇ ਰਸਤੇ ਵਿੱਚ, ਪਰ ਉਹ ਵੀ ਕਹਿੰਦੇ ਤੇਰੀ ਜਾਤ ਨੀਵੀਂ ਹੈ, ਉਹ ਵੀ ਬੰਦ ਕਰਵਾਤਾ, ਕਿਉਂਕਿ ਕੱਖਾਂ ਦੀ ਕੁੱਲੀ 'ਚ ਰਹਿੰਦੀ ਸੀ। ਫਿਰ ਵੀ ਰਾਮ ਨੂੰ ਆਉਣ ਤੇ ਮਜਬੂਰ ਕਰ ਦਿੱਤਾ। ਕਿਸ ਚੀਜ਼ ਨੇ? ਉਹਦੇ ਪਿਆਰ ਨੇ ਵੀ, ਤਾਂ ਨਾਲੇ ਉਹਨੇ ਇੱਕ ਵਿਸ਼ਵਾਸ ਵੀ ਸੀ ਕਿ ਮੇਰੇ ਰਾਮ ਮੇਰੇ ਕੋਲ ਆਣਗੇ। ਇਹ ਵਿਸ਼ਵਾਸ ਹੁੰਦਾ ਹੈ। ਕੀ ਤੁਹਾਨੂੰ ਵਿਸ਼ਵਾਸ ਹੈ? ਕੀ ਤੁਹਾਨੂੰ ਯਕੀਨ ਹੈ? ਬੰਦਾ ਤਾਂ ਕਹਿੰਦਾ ਪਤਾ ਨਹੀਂ ਰੱਬ ਨੇ ਰਹਿਮਤ ਕਰਨੀ ਕਿ ਨਹੀਂ ਕਰਨੀ, ਪਤਾ ਨਹੀਂ ਮੇਰੇ ਦੁੱਖ ਦੂਰ ਹੋਣੇ ਜਾਂ ਨਹੀਂ ਹੋਣੇ, ਪਤਾ ਨਹੀਂ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ ਜਾਂ ਨਹੀਂ ਭਰਨੀਆਂ। ਬੰਦਾ ਤਾਂ ਹਰ ਵੇਲੇ ਸ਼ੰਕਾ 'ਚ ਹੀ ਪਿਆ ਰਹਿੰਦਾ ਹੈ। ਉਹ ਇੱਕ ਵਾਰ ਵਿਸ਼ਵਾਸ ਕਰਕੇ ਤਾਂ ਦੇਖੋ। ਜਿੱਦਾਂ ਇੱਕ ਸ਼ਬਦ ਅਸੀਂ ਸੁਣੀ ਤਾਂ ਬੜਾ ਪਿਆਰਾ ਲੱਗਦਾ ਹੈ कि कौन कहता है भगवान आते नहीं, तुम शर्ता से उसको बुलाते नहीं। कहते कौन कहता रब नहीं आता, भगवान नहीं आता। धन्ने ने याद किया आना पै गया, माई रूड़ी ने याद किया
आना पै गया, 12 साल के डुबे बेड़े बन्ने ला दिते और अज असीं गुरु घर च बैठे हैं। हुण जरा गौर करना, जे दिलों गुरुआं रहबरां नूं याद करांगे तां ही आउणगे, क्योंकि उन्होंने जद भी आना है साडी शरधा, साडा प्यार, साडा विश्वास देख के आना है। ये देख के नहीं आना कि साडा घर परिवार या दुनियादारी च ये पदार्थ किन्ने है। इसलिए फिर कहांगे कि वो तो सब कुछ देण नूं तैयार है, पर की असीं लैण नूं तैयार हाँ, की असीं हासिल करन नूं तैयार हाँ, और ਉਹਨੂੰ ਉਹਦੀਆਂ ਰਹਿਮਤਾਂ ਨੂੰ ਜਾਂ ਉਸ ਮਾਲਿਕ ਨੂੰ ਹਾਸਿਲ ਕਰਨ ਦਾ, ਉਸ ਪਰਮਾਤਮਾ ਪ੍ਰਭੂ ਨੂੰ ਹਾਸਿਲ ਕਰਨ ਦਾ ਬਸ ਇੱਕੋ ਹੀ ਰਸਤਾ ਹੈ। ਆਪਣੇ ਪ੍ਰੇਮ ਨੂੰ ਬੜਾ ਕਰ ਲਈਏ, ਆਪਣੀ ਸ਼ਰਧਾ ਨੂੰ ਬੜਾ ਕਰ ਲਈਏ, ਆਪਣੇ ਵਿਸ਼ਵਾਸ ਨੂੰ ਬੜਾ ਕਰ ਲਈਏ, ਔਰ ਆਪਣੇ ਦਿਲ ਨੂੰ ਵੀ ਕਹਿ ਦਿਓ। ਹੁਣ ਹਾਲ ਬਿਸ਼ੱਕ ਛੋਟਾ ਹੋਵੇ ਪਰ ਸਾਡਾ ਦਿਲ ਬੜਾ ਹੋਣਾ ਚਾਹੀਦਾ ਹੈ। ਪਤਾ ਛੋਟੇ ਦਿਲ ਵਾਲੇ ਕੀ ਕਹਿੰਦੇ ਆ? ਉਹ ਪਿੱਛੇ ਹੋ ਕੇ ਬਹਿ, ਨਾਲ ਨਾ ਲੱਗ ਮੇਰੇ। ਤਾਂ ਬੜੇ ਦਿਲ ਵਾਲੇ ਕਹਿੰਦੇ ਆ ਜਾ ਯਾਰ ਮੈਂ ਇਕੱਠਾ ਹੋ ਕੇ ਬਹਿ ਜੀ, ਮੈਨੂੰ ਤੰਗੀ ਆ ਜਾਵੇ ਤੂੰ ਬੈਠ, ਕਿਉਂਕਿ ਇੱਥੋਂ ਹੀ ਤਾਂ ਪਤਾ ਲੱਗਦਾ। ਛੋਟੇ ਦਿਲ ਵਾਲਾ ਕਹਿੰਦਾ ਹੈ ਭੁੱਖੇ ਨੂੰ ਦੇਖ ਕੇ, ਓਏ ਮੇਰੇ ਵੱਲ ਦੇਖਣਾ ਨਹੀਂ, ਮੈਂ 2 ਰੋਟੀਆਂ ਖਾਣੀਆਂ, ਮੂੰਹ ਪਰੇ ਨੂੰ ਕਰ ਲੈ, ਇਹ ਛੋਟਾ ਦਿਲ ਹੈ। ਤਾਂ ਬੜੇ ਦਿਲ ਵਾਲਾ ਕੀ ਕਹਿੰਦਾ? ਆਇਆ ਯਾਰ 2, ਇੱਕ ਤੂੰ ਖਾ ਲੈ ਇੱਕ ਮੈਂ ਖਾਂਦਾ, ਇਕੱਠੇ ਖਾਂਦੇ ਆ, ਨਾ ਤੂੰ ਭੁੱਖਾ ਰਵੇਂ ਨਾ ਮੈਂ ਭੁੱਖਾ ਰਵਾਂ। ਇਹਨੂੰ ਕਹਿੰਦੇ ਬੜਾ ਦਿਲ, ਕਿਉਂਕਿ ਬੜੇ ਦਿਲ ਦਾ ਪਤਾ ਕਿੱਦਾਂ ਲੱਗਦਾ ਹੈ? ਇਹ ਸਾਡੀ ਕਰਨੀ ਤੋਂ ਪਤਾ ਲੱਗਦਾ ਹੈ, ਸਾਡੇ ਕਰਮਾਂ ਤੋਂ ਪਤਾ ਲੱਗਦਾ ਕਿ ਸਾਡਾ ਦਿਲ ਛੋਟਾ ਹੈ ਜਾਂ ਸਾਡਾ ਦਿਲ ਕਹਿ ਦਿਓ ਬੜਾ ਹੈ। ਹੁਣ ਕਈ ਵਾਰ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਕਿ ਉਹ ਬੰਦਾ ਜਿਹੜਾ ਛੋਟੇ ਦਿਲ ਦਾ ਹੁੰਦਾ ਨਾ, ਘੁੱਟੇ ਹੋਏ ਦਿਲ ਦਾ, ਹੂੰ ਜਾਂ ਕਰਕੇ ਇਹਨੂੰ ਕਰ ਲੈਂਦਾ, ਇਹਨੂੰ ਕੀ ਬੁਲਾਉਣਾ, ਤਾਂ ਬੜਾ ਗਰੀਬ ਹੈ, ਬੜਾ ਛੋਟਾ ਜਿਹਾ ਹੈ ਨਾ ਕਈ ਵਾਰ। ਤਾਂ ਜਿਹੜਾ ਬੜੇ ਦਿਲ ਦਾ ਹੋਏਗਾ ਉਹ ਪਤਾ ਕੀ ਕਰੇਗਾ? ਜੇ ਉਹ ਬੁਲਾਏਗਾ ਤਾਂ ਉਹਨੂੰ ਜ਼ਿਆਦਾ ਝੁੱਕ ਕੇ ਬੁਲਾਏਗਾ, ਜ਼ਿਆਦਾ ਨਿਮਰਤਾ ਨਾਲ ਬੁਲਾਏਗਾ। ਉਹ ਪੁੱਛੇਗਾ ਕਿੱਦਾਂ? ਉਹ ਕਹੇਗਾ ਭਾਈ ਸਾਹਿਬ ਠੀਕ ਹੈ, ਤੁਸੀਂ ਸੁਣਾਓ ਆਪਣਾ। ਇਹਨੂੰ ਕਹਿੰਦੇ ਬੜੇ ਦਿਲ ਵਾਲਾ, ਕਿਉਂਕਿ ਝੁਕਦਾ ਉਹੀ ਹੈ। ਜਿੱਦਾਂ ਕਹਿੰਦੇ ਨਾ ਪੇੜ ਦੀ ਡਾਲ ਕਿਹੜੀ ਝੁਕਦੀ ਹੈ? ਜਿਹੜੀ ਫਲਾਂ ਨਾਲ, ਤਾਂ ਜਿਹੜੀ ਹੋਵੇ ਹੀ ਖਾਲੀ ਉਹਦਾ ਐਂ ਹੀ ਤਣੀ ਰਹਿਣਾ ਹੈ। ਇਹ ਬੰਦਾ ਝੁਕਦਾ ਜਾਂ ਨਹੀਂ ਝੁਕਦਾ, ਇੱਥੋਂ ਹੀ ਪਤਾ ਲੱਗਦਾ ਇਹ ਖਾਲੀ ਹੈ ਜਾਂ ਵਾਕਈ ਇੱਥੇ ਵੀ ਉਹ ਪ੍ਰੇਮ ਦੇ, ਵਿਸ਼ਵਾਸ ਦੇ ਫਲ ਲੱਗੇ ਹੋਏ ਹੈ। ਸੋ ਤੁਹਾਡੇ ਦੇ ਫਲ ਲੱਗੇ ਹੈ ਕਿ ਨਹੀਂ ਲੱਗੇ ਹੈ ਨਾ? ਪ੍ਰੇਮ ਦੇ, ਵਿਸ਼ਵਾਸ ਦੇ। ਤਾਂ ਫਿਰ ਜਿਹਨਾਂ ਅੰਦਰ ਪਿਆਰ ਵਿਸ਼ਵਾਸ ਹੁੰਦਾ ਉਹ ਤਾਂ ਫਿਰ ਚਿਹਰੇ ਤੇ ਖੁਸ਼ੀ ਵੀ ਹੁੰਦੀ ਹੈ। ਹੱਸ ਕੇ ਦਿਖਾਓ ਫਿਰ, ਕਿਉਂਕਿ ਅੱਜ ਖੁਸ਼ੀ ਲੈ ਕੇ ਜਾਣੀ ਹੈ, ਅੱਜ ਆਨੰਦ ਲੈ ਕੇ ਜਾਣਾ ਹੈ। ਔਰ ਵੈਸੇ ਵੀ ਜਿੱਦਾਂ ਹੁਣ ਆ ਦੇਖੋ ਗੱਲ ਇਹਨਾਂ ਮੈਂਬਰਾਂ ਤੋਂ ਚਲੀ ਸੀ, ਪਹੁੰਚ ਕਿੱਥੇ ਗਈ? ਸੋ ਇਸ ਤੋਂ ਪਹਿਲਾਂ ਹੋਰ ਅੱਗੇ ਜਾਵੇ, ਪਹਿਲਾਂ ਇਹਨਾਂ ਮੈਂਬਰਾਂ ਵਾਸਤੇ ਬੇਨਤੀ ਕਰ ਲਈਏ, ਕਿਉਂਕਿ ਫਿਰ ਤਾਂ ਆਨੰਦ ਤਾਂ ਲੈਣਾ ਹੀ ਹੈ ਅਸੀਂ, ਸਮਝਦੇ ਹੋ ਕਿ ਨਹੀਂ? ਸੋ ਅੱਜ ਜਿਨ੍ਹਾਂ ਮੈਂਬਰਾਂ ਦੀ ਵਜ੍ਹਾ ਨਾਲ ਸਾਨੂੰ ਇਹ ਆਨੰਦ ਹਾਸਿਲ ਕਰਨ ਦਾ ਮੌਕਾ ਮਿਲਿਆ, ਉਹ ਸਭ ਤੋਂ ਪਹਿਲਾਂ ਤਾਂ ਉਹਨਾਂ ਵਾਸਤੇ ਅਸੀਂ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਮਾਲਿਕ ਇਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਵੀ ਅੱਜ ਦੇ ਸਤਸੰਗ ਵਿੱਚ ਸਹਿਯੋਗ ਦਿੱਤਾ ਹੈ, ਮਾਲਕ ਇਹਨਾਂ ਨੂੰ ਸਾਰਿਆਂ ਨੂੰ ਖੁਸ਼ੀਆਂ ਨਾਲ, ਰਹਿਮਤਾਂ ਨਾਲ, ਬਰਕਤਾਂ ਨਾਲ ਭਰਪੂਰ ਕਰਨ, ਤੰਦਰੁਸਤੀ ਦੇਣ, ਇਹਨਾਂ ਦਾ ਆਪਸੀ ਪਿਆਰ ਮੁਹੱਬਤ ਬਣਿਆ ਰਵੇ, ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਿਲੇ, ਸੁਖ ਸਮਰਿੱਧੀ ਮਾਲਕ ਇਹਨਾਂ ਨੂੰ ਅਤਾ ਕਰੇ, ਇਹਨਾਂ ਦੇ ਕੰਮਾਂ ਕਾਰਾਂ 'ਚ ਬਰਕਤਾਂ ਦੇਵੇ, ਤਾਂ ਕਿ ਜਿਸ ਤਰ੍ਹਾਂ ਅੱਜ ਇਹਨਾਂ ਨੇ ਖੁਸ਼ੀਆਂ ਨਾਲ ਸਤਸੰਗ ਕਰਵਾਇਆ, ਇਹ ਹਰ ਸਾਲ ਇਸੇ ਤਰ੍ਹਾਂ ਸਤਸੰਗ ਕਰਵਾਉਂਦੇ ਰਹਿਣ, ਤਾਂ ਸਾਨੂੰ ਵੀ ਸਾਰਿਆਂ ਨੂੰ ਇਸੇ ਤਰ੍ਹਾਂ ਇਹ ਸਤਸੰਗ ਸੁਣਨ ਦਾ, ਆਨੰਦ ਲੈਣ ਦਾ ਮੌਕਾ ਮਿਲਦਾ ਰਵੇ। ਇਹ ਸਾਰੀ ਸੰਗਤ ਬੇਨਤੀ ਕਰ ਦਿਓ। ਹੁਣ ਦੇਖੋ ਬੇਨਤੀ ਵੀ ਉਹਨੇ ਕਰਨੀ ਜਿਹਦਾ ਦਿਲ, ਨਹੀਂ ਤਾਂ ਬੰਦਾ ਕਹਿੰਦਾ ਆਪਣੇ ਵਾਸਤੇ ਮੰਗਾਂਗੇ, ਉਹਦੇ ਵਾਸਤੇ ਕਿਉਂ ਮੰਗਾਂ? ਇਹ ਵੀ ਛੋਟੇ ਦਿਲ ਦੀ ਨਿਸ਼ਾਨੀ ਹੈ। ਅੱਜ ਚੈੱਕ ਕਰਕੇ ਜਾਣਾ ਚੰਗੀ ਤਰ੍ਹਾਂ, ਜੇ ਬੰਦੇ ਦੀ ਧੜਕਣ ਘੱਟ ਹੋਵੇ ਨਾ, ਬੰਦਾ ਡਾਕਟਰ ਕੋਲ ਜਾਂਦਾ, ਡਾਕਟਰ ਸਾਹਿਬ ਦਿਲ ਚੈੱਕ ਕਰਿਓ, ਹਾਰਟ ਚੈੱਕ ਕਰਿਓ ਸਲਾਮਤ ਹੈ ਕਿ ਨਹੀਂ। ਤਾਂ ਅਸੀਂ ਇੱਥੇ ਕਹਾਂਗੇ ਅੱਜ ਅਸੀਂ ਵੀ ਆਪਣੇ ਦਿਲ ਚੈੱਕ ਕਰਨੇ ਹੈ, ਪਰ ਅਸੀਂ ਕਿੱਦਾਂ ਚੈੱਕ ਕਰਨਾ? ਧੜਕਣ ਨੂੰ ਨਹੀਂ ਚੈੱਕ ਕਰਨਾ। ਅੱਜ ਅਸੀਂ ਇਹ ਚੈੱਕ ਕਰਨਾ ਕਿ ਸਾਡਾ ਦਿਲ ਬੜਾ ਹੈ ਜਾਂ ਛੋਟਾ ਹੈ, ਸਾਡਾ ਦਿਲ ਪ੍ਰੇਮ ਨਾਲ ਭਰਿਆ ਹੈ ਜਾਂ ਨਫ਼ਰਤ ਨਾਲ ਭਰਿਆ ਹੈ, ਸਾਡਾ ਦਿਲ ਸ਼ਰਧਾ ਵਿਸ਼ਵਾਸ ਨਾਲ ਭਰਿਆ ਹੈ ਜਾਂ ਸ਼ੰਕਾ ਦੇ ਨਾਲ, ਵਹਿਮਾਂ ਨਾਲ ਭਰਿਆ ਹੋਇਆ ਹੈ, ਸਾਡੇ ਅੰਦਰ ਅੱਛਾਈ ਹੈ ਜਾਂ ਸਾਡੇ ਅੰਦਰ ਬੁਰਾਈ ਹੈ। ਅੱਜ ਇਹ ਚੈੱਕ ਕਰਕੇ ਜਾਣਾ ਹੈ। ਬੋਲੋ ਤਿਆਰ ਹੋ ਕਿ ਨਹੀਂ? ਤੇ ਤੁਹਾਨੂੰ ਕੀ ਲੱਗਦਾ ਹੈ? ਅੱਛਾ ਪਹਿਲਾਂ ਇੱਕ ਸਵਾਲ ਹੀ ਪੁੱਛ ਲਈ, ਤੁਸੀਂ ਅੱਛੇ ਹੋ ਕਿ ਬੁਰੇ ਹੈ? ਅੱਛੇ ਹੋ ਯਾਰ? ਅੱਛਾ ਅੱਛੇ ਔਰ ਬੁਰੇ ਦੀ ਨਿਸ਼ਾਨੀ ਕੀ ਹੈ? ਕਿ ਇੱਕ ਬੰਦਾ ਭਗਵਾਨ ਦੇ ਮੂਹਰੇ ਹੱਥ ਜੋੜ ਕੇ ਖੜ ਦੋ ਅੱਛਾ ਹੋ ਗਿਆ? ਜਰਾ ਗੌਰ ਕਰਨਾ, ਅੱਛੇ ਔਰ ਬੁਰੇ ਦੀ ਨਿਸ਼ਾਨੀ ਕੀ ਹੈ? ਅਸੀਂ ਅੱਛਾ ਕਿਹਨੂੰ ਕਹਿੰਦੇ, ਬੁਰਾ ਕਿਹਨੂੰ ਕਹਿੰਦੇ ਆ? ਕਦੀ ਸੋਚਣ ਦੀ ਕੋਸ਼ਿਸ਼ ਕਰੋ, ਕਦੀ ਸਮਝਣ ਦੀ ਕੋਸ਼ਿਸ਼ ਕਰੋ। ਬੰਦਾ ਕਹਿੰਦਾ ਲੈ ਵੀ ਉਹ ਮੰਦਿਰ ਜਾਂਦਾ ਹੈ ਜਾਂ ਗੁਰੂਦੁਆਰੇ ਜਾਂਦਾ ਹੈ ਜਾਂ ਫਿਰ ਉਹ ਕਿਸੇ ਪੀਰਾਂ ਫਕੀਰਾਂ ਦੇ ਅਸਥਾਨ ਤੇ ਜਾਂਦਾ ਹੈ, ਮਾਲਾ ਫੜ ਕੇ ਬਹਿੰਦਾ, ਬੜਾ ਅੱਛਾ ਹੈ। ਪਰ ਹੁਣ ਕੀ ਪਤਾ ਗੁਰਦੁਆਰੇ ਜਾਂ ਮੰਦਿਰ ਚੋਂ ਨਿਕਲ ਕੇ, ਗੁਰੂ ਘਰ ਚੋਂ ਨਿਕਲ ਕੇ ਬਾਹਰ ਜਾ ਕੇ ਇਹਨਾਂ ਲੜ ਰਹੀ ਪਵੇ, ਕਿਸੇ ਦੀ ਜੇਬ ਵੀ ਕੱਟ ਲਵੇ। ਕਿਉਂਕਿ ਕਈ ਗੁਰੂ ਘਰ ਵੀ ਇਸ ਲਈ ਜਾਂਦੇ ਹੈ, ਯਾਨੀ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਕਿ ਰਸ਼ ਜ਼ਿਆਦਾ ਹੁੰਦਾ, ਜੇ ਚੋਰੀ ਕਰਨ ਦਾ ਮੌਕਾ ਮਿਲ ਜਾਏਗਾ। ਸੋ ਅੱਛਾ ਕੌਣ ਹੈ, ਬੁਰਾ ਕੌਣ ਹੈ? ਔਰ ਕਈ ਵਾਰ ਇਨਸਾਨ ਕਹਿੰਦਾ ਹੈ
ਲੈ ਬਈ ਹੁਣ ਇੱਥੇ ਇਹ ਸਿਰਫ ਮਿਸਾਲ ਦੇਣ ਲੱਗੇ ਆ, ਕਿਉਂਕਿ ਫਕੀਰਾਂ ਨੂੰ ਮਿਸਾਲ ਦੇ ਕੇ ਸਮਝਾਉਣਾ ਪੈਂਦਾ, ਪਰ ਇਹਨੂੰ ਉਲਟੇ ਪਾਸੇ ਨਾ ਲੈ ਜਾਇਓ। ਉਹ ਕਈ ਵਾਰ ਹੁੰਦਾ ਕਿ ਇੱਕ ਬੰਦੇ ਨੇ ਸ਼ਰਾਬ ਪੀਤੀ ਹੁੰਦੀ ਹੈ, ਪਰ ਉਹ ਅੰਦਰ ਇੰਨਾ ਦਇਆ ਦਾ ਭਰਿਆ ਹੁੰਦਾ, ਕਰੁਣਾ ਦਾ ਭਰਿਆ ਹੁੰਦਾ ਕਿ ਕਿਸੇ ਦਾ ਦੁੱਖ ਦੇਖ ਕੇ ਰੋਣ ਲੱਗ ਜਾਂਦਾ, ਉਹਨੂੰ ਸਭ ਕੁਝ ਦੇ ਦਿੰਦਾ, ਲੈ ਭਾਈ ਜਾ ਕੇ ਆਪਣਾ ਇਲਾਜ ਕਰੋ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਇੱਥੇ ਇੱਕ ਮਿਸਾਲ ਜੀ ਯਾਦ ਆ ਗਈ ਕਿ ਇੱਕ ਵਾਰ ਨਾ ਇੱਕ ਦੁਖੀ ਬੰਦਾ ਇੱਕ ਨਾ ਭਗਵਾਨ ਦੇ ਧਾਰਮਿਕ ਸਥਾਨ ਦੇ ਅੱਗੇ ਬੈਠਾ ਮੰਗ ਰਿਹਾ ਸੀ, ਕਿਸੇ ਨੇ ਕੁਝ ਦਿੱਤਾ ਹੀ ਨਹੀਂ। ਉਹਨੂੰ ਇਲਾਜ ਦੀ ਲੋੜ ਸੀ, ਯਾਨੀ ਥੋੜੇ ਪੈਸੇ ਦੀ ਲੋੜ ਸੀ, ਇਲਾਜ ਕਰਵਾਉਣਾ ਸੀ, ਪਰ ਲੋਕ ਜਾਣ ਹੱਥਾਂ 'ਚ ਨਾਰੀਅਲ ਹੈ, ਥਾਲੀ ਹੈ, ਨੰਗੀ ਜਾਣ, ਔਰ ਉਹ ਵਿਚਾਰਾ ਇੱਦਾਂ ਹੀ ਪਰੇਸ਼ਾਨ ਸੀ, ਕੋਈ ਦੇਵੇ ਹੀ ਨਾ ਉਹਨੂੰ ਕੁਝ ਵੀ। ਫਿਰ ਦੁਖੀ ਹੋ ਕੇ ਚਲਾ ਗਿਆ, ਘਰ ਨੂੰ ਜਾ ਰਿਹਾ ਹੈ। ਘਰ ਨੂੰ ਜਾ ਰਿਹਾ ਤਾਂ ਰਸਤੇ 'ਚ ਨਾ ਇੱਕ ਜਗ੍ਹਾ ਇੱਕ ਸ਼ਰਾਬੀ ਬੈਠਾ ਹੈ। ਸ਼ਰਾਬੀ ਬੈਠਾ, ਉਹਦੇ ਕੋਲ ਦੀ ਰੋਂਦਾ ਜਾਂ ਲੰਘਿਆ ਤਾਂ ਉਹਨਾਂ ਕਿਹਾ, ਭਾਈ ਰੋ ਕਿਉਂ ਰਿਹਾ, ਕੀ ਗੱਲ ਹੈ, ਰੋ ਕਿਉਂ ਰਿਹਾ, ਕੀ ਗੱਲ ਹੈ? ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਸੀ, ਮੰਦਿਰ 'ਚ ਭੀਖ ਮੰਗੀ, ਮਿਲੀ ਨਹੀਂ, ਤਾਂ ਮੈਂ ਰੋਂਦਾ ਘਰ ਨੂੰ ਜਾ ਰਿਹਾ। ਉਹ ਕਹਿੰਦਾ ਕਿੰਨੇ ਪੈਸੇ ਚਾਹੀਦੇ? ਕਹਿੰਦਾ 5000। ਕਹਿੰਦਾ ਆ ਲੈ ਲੈ। ਉਹ ਕਹਿੰਦਾ ਬਾਹਰ ਰੱਬਾ, ਰਹਿੰਦਾ ਕਿਤੇ ਆ, ਦੱਸਦਾ ਕਿਤੇ ਆ ਤੂੰ, ਰਹਿੰਦਾ ਇਹਦੇ ਦਿਲ 'ਚ ਹੈ ਤਾਂ ਸੁਣਨ ਨੂੰ ਆਉਂਦਾ ਕਿ ਮੰਦਿਰਾਂ 'ਚ ਹੈ। ਤਾਂ ਉਸ ਵੇਲੇ ਇੱਕ ਫਕੀਰ ਦੇਖ ਰਹੇ ਸੀ, ਫਕੀਰਾਂ ਨੇ ਇਹ ਗੱਲ ਕਹੀ ਕਿ ਇਹਦੇ ਅੰਦਰ ਦਇਆ ਹੈ, ਇਹਦੇ ਅੰਦਰ ਪ੍ਰੇਮ ਹੈ, ਕਿਉਂਕਿ ਜੋ ਇਨਸਾਨ ਦੇ ਅੰਦਰ ਹੁੰਦਾ ਨਸ਼ਾ ਉਹ ਚੀਜ਼ ਨੂੰ ਬਾਹਰ ਲਿਆਂਦਾ ਹੈ। ਪਰ ਅਗਰ ਇਹ ਨਸ਼ਾ ਛੱਡ ਕੇ ਥੋੜਾ ਮੈਡੀਟੇਸ਼ਨ ਕਰੇ, ਧਿਆਨ ਕਰੇ, ਇਬਾਦਤ ਕਰੇ, ਤਾਂ ਇਹ ਇੰਨਾ ਅੱਛਾ ਇਨਸਾਨ ਹੈ ਕਿ ਜੋ ਜਪੀਆਂ ਤਪੀਆਂ ਨੂੰ ਹਜ਼ਾਰਾਂ ਸਾਲ ਤਪ ਕਰਕੇ ਮਿਲਦਾ ਹੈ, ਇਹਨੂੰ ਸਿਮਰਨ ਕਰਨ ਨਾਲ ਥੋੜੇ ਦਿਨਾਂ 'ਚ ਹੀ ਮਿਲ ਜਾਏਗਾ। ਇਹ ਆਪ ਹੀ ਪਰਮਾਤਮਾ ਹੋ ਸਕਦਾ ਹੈ, ਕਿਉਂਕਿ ਇਹਦੇ ਅੰਦਰ ਅੱਛਾਈ ਹੈ। ਸਮਝ ਆ ਰਹੀ ਹੈ ਕਿ ਨਹੀਂ? ਅੱਛਾਈ ਸਾਡੇ ਅੰਦਰ ਦੀ ਗੱਲ ਹੈ। ਜੇ ਸਾਡੇ ਅੰਦਰ ਕਰੁਣਾ ਹੈ, ਸਾਡੇ ਅੰਦਰ ਦਇਆ ਹੈ, ਸਾਡੇ ਅੰਦਰ ਪ੍ਰੇਮ ਹੈ, ਤਾਂ ਫਿਰ ਸਮਝ ਲਓ ਅਸੀਂ ਅੱਛੇ ਹਾਂ। ਹਾਂ, ਬਾਹਰ ਜੇ ਸਾਡੀਆਂ ਕੁਝ ਆਦਤਾਂ ਬੁਰੀਆਂ ਹੈ ਤਾਂ ਲੋੜ ਹੈ ਇਹਨਾਂ ਆਦਤਾਂ ਨੂੰ ਸੁਧਾਰਨ ਦੀ, ਕਿਉਂਕਿ ਜਿੱਦਾਂ ਫਕੀਰਾਂ ਨੇ ਕਿਹਾ ਸ਼ਰਾਬੀ ਹੈ ਪਰ ਫਿਰ ਵੀ ਇੰਨਾ ਦਿਆਲੂ ਹੈ, ਇੰਨਾ ਕਰੁਣਾਵਾਨ ਹੈ। ਤਾਂ ਅਗਰ ਇਹ ਨਸ਼ਾ ਛੱਡ ਕੇ ਕਿਤੇ ਧਿਆਨ ਕਰੇ, ਬੰਦਗੀ ਕਰੇ, ਤੇ ਤਾਂ ਇਹਦੇ ਅੰਦਰਲਾ ਪਰਮਾਤਮਾ ਬੜੀ ਜਲਦੀ ਪ੍ਰਗਟ ਹੋ ਜਾਏਗਾ, ਕਿਉਂਕਿ ਪਹਿਲੇ ਹੀ ਅੱਛਾ ਹੈ। ਇਸੇ ਤਰ੍ਹਾਂ ਜਿੱਦਾਂ ਕੋਈ ਹੀਰਾ ਪਹਿਲੇ ਹੀ ਹੀਰਾ ਹੈ, ਬਸ ਗਿਰਿਆ ਹੋਇਆ ਕੋਇਲੇ ਦੇ ਅੰਦਰ ਹੈ, ਬਸ ਉਹਨੂੰ ਚੱਕ ਲਓ ਤਾਂ ਕੀਮਤ ਉਹਦੇ ਅੰਦਰ ਹੈ। ਹੁਣ ਕੋਇਲੇ ਚੋਂ ਜਾਂ ਗੰਦਗੀ ਚੋਂ ਉਹਨੂੰ ਕੱਢ ਲਿਆ ਤਾਂ ਕਿਸੇ ਗਲੇ ਦਾ ਹਾਰ ਬਣ ਕੇ ਉਹਦੀ ਕੀਮਤ ਪੈ ਸਕਦੀ ਹੈ। ਇਸੇ ਤਰ੍ਹਾਂ ਹੁਣ ਤੁਸੀਂ ਕਹਿੰਦੇ ਹੋ ਮੈਂ ਅੱਛਾ ਮੈਂ ਬੁਰਾ, ਤਾਂ ਹੁਣ ਇੱਕ ਗੱਲ ਕਵਾਂਗੇ ਕਿ ਜਿਹੜਾ ਕਹਿੰਦਾ ਮੈਂ ਅੱਛਾ ਹਾਂ, ਤਾਂ ਅਸੀਂ ਇੱਕ ਸਵਾਲ ਉਹਨੂੰ ਪੁੱਛਣਾ ਹੈ ਕਿ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਂ ਆਪਣੇ ਆਪ ਨੂੰ ਅੱਛਾ ਕਹਿੰਦਾ ਹਾਂ, ਕਿ ਮੈਂ ਕਿਸੇ ਨਾਲ ਨਫ਼ਰਤ ਤਾਂ ਨਹੀਂ ਕਰਦਾ, ਕਿ ਮੈਂ ਕਿਸੇ ਦੀ ਨਿੰਦਿਆ ਤਾਂ ਨਹੀਂ ਕਰਦਾ, ਕਿ ਮੈਂ ਕਿਸੇ ਨੂੰ ਕਾਮਯਾਬ ਹੁੰਦਾ ਦੇਖ ਕੇ ਸੜਦਾ ਤਾਂ ਨਹੀਂ, ਅੰਦਰੋਂ ਅੰਦਰ ਜਲਨ ਤਾਂ ਨਹੀਂ ਕਰਦਾ। ਅਗਰ ਮੈਂ ਸੜਦਾ ਹਾਂ, ਅਗਰ ਮੈਂ ਨਫ਼ਰਤ ਕਰਦਾ ਹਾਂ, ਅਗਰ ਮੈਂ ਕਿਸੇ ਦੀ ਬੁਰਾਈ ਕਰਦਾ, ਤਾਂ ਇਹਦਾ ਮਤਲਬ ਹਾਲੇ ਮੇਰੇ ਅੰਦਰ ਅੱਛਾਈ ਹੈ ਹੀ ਨਹੀਂ। ਕਿਉਂਕਿ ਅਗਰ ਦੂਜੇ ਨੂੰ ਦੇਖ ਕੇ ਜੋ ਸਾਡੇ ਅੰਦਰੋਂ ਬਾਹਰ ਆਉਂਦਾ ਹੈ ਨਾ, ਇਹ ਸੰਕੇਤ ਸਾਨੂੰ ਇਹ ਕਰਦਾ ਹੈ ਕਿ ਹਾਲੇ ਤੇਰੇ ਅੰਦਰ ਆ ਚੀਜ਼ ਹੈ, ਤਾਂ ਹੀ ਬਾਹਰ ਆ ਰਹੀ ਹੈ। ਜਿੱਦਾਂ ਫਰਜ਼ ਕਰੋ ਇੱਕ ਬੰਦਾ ਕਹਿੰਦਾ ਉਹਨੂੰ ਦੇਖ ਕੇ ਮੈਨੂੰ ਕ੍ਰੋਧ ਆ ਗਿਆ, ਗੁੱਸਾ ਆ ਗਿਆ, ਤਾਂ ਹੁਣ ਇਹ ਗੁੱਸਾ ਹੈ ਕਿੱਥੇ, ਉਹਦੇ ਅੰਦਰ ਹੈ ਜਾਂ ਇੱਥੇ ਹੈ ਜਿੱਥੇ ਆ ਰਿਹਾ ਹੈ? ਇਹਦਾ ਮਤਲਬ ਉਹ ਤਾਂ ਆਈਨਾ ਹੈ, ਸ਼ੀਸ਼ਾ ਹੈ, ਉਹ ਸਾਹਮਣੇ ਆਇਆ ਤਾਂ ਮੈਨੂੰ ਉਹਨਾਂ ਦਿਖਾ ਦਿੱਤਾ ਕਿ ਮੇਰੇ ਅੰਦਰ ਹਾਲੇ ਵੀ ਗੁੱਸਾ ਹੈ। ਹੁਣ ਕੰਮ ਕਰਨ ਦੀ ਲੋੜ ਕਿੱਥੇ ਹੈ? ਉੱਥੇ ਨਹੀਂ ਹੈ, ਕੰਮ ਕਰਨ ਦੀ ਲੋੜ ਇੱਥੇ ਹੈ। ਜਿੱਦਾਂ ਅਸੀਂ ਇੱਕ ਗੱਲ ਕਵਾਂਗੇ ਕਿ ਆਪਣੇ ਦੋਸ਼ ਜਾਣੋ, ਆਪਣੀਆਂ ਕਮੀਆਂ ਜਾਣੋ, ਉਹਨਾਂ ਨੂੰ ਲੱਭੋ, ਉਹਨਾਂ ਦਾ ਇਲਾਜ ਕਰੋ, ਇਹੀ ਮੁਕਤੀ ਦਾ ਮਾਰਗ ਹੈ। ਦੂਸਰੇ ਦੇ ਦੋਸ਼ ਦੇਖਣ ਨਾਲ, ਦੂਸਰੇ ਦੀਆਂ ਕਮੀਆਂ ਲੱਭਣ ਨਾਲ ਤੁਹਾਨੂੰ ਮੁਕਤੀ ਕਦੀ ਨਹੀਂ ਮਿਲ ਸਕਦੀ। ਦੁੱਖਾਂ ਤੋਂ ਮੁਕਤੀ ਨਹੀਂ ਮਿਲ ਸਕਦੀ, ਨਾਕਾਮੀ ਤੋਂ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਇਹ ਮੁਕਤੀ ਦਾ ਮਤਲਬ ਇਹੀ ਨਹੀਂ ਕਿ ਮਰਨ ਤੋਂ ਬਾਅਦ ਮੁਕਤੀ। ਮੁਕਤੀ ਦਾ ਮਤਲਬ ਅਗਰ ਅੱਜ ਅਸੀਂ ਨਾਕਾਮ ਹਾਂ, ਸਾਨੂੰ ਸਫਲਤਾ ਨਹੀਂ ਮਿਲਦੀ, ਜਾਂ ਅੱਜ ਸਾਡੇ ਜੀਵਨ 'ਚ ਦੁੱਖ ਹੈ, ਪਰੇਸ਼ਾਨੀਆਂ ਹੈ, ਜਾਂ ਅੱਜ ਸਾਡੇ ਜੀਵਨ ਚਿੰਤਾਵਾਂ ਹੈ, ਡਰ ਹੈ, ਤਾਂ ਯਾਦ ਰੱਖੋ ਇਹ ਡਰ, ਇਹ ਨਾਕਾਮੀ, ਇਹ ਪਰੇਸ਼ਾਨੀਆਂ ਦੂਜੇ ਦੇ ਦੋਸ਼ ਦੇਖਣ ਨਾਲ ਦੂਰ ਨਹੀਂ ਹੋਣੀਆਂ, ਦੂਜੇ ਦੀਆਂ ਕਮੀਆਂ ਦੇਖ ਕੇ ਉਹਦਾ ਰੌਲਾ ਪਾਉਣ ਨਾਲ ਦੂਰ ਨਹੀਂ ਹੋਣੀਆਂ। ਇਹ ਅਗਰ ਅਸੀਂ ਅਸਫਲ ਹਾਂ, ਅਗਰ ਸਾਡੇ ਅੰਦਰ ਕਮੀ ਹੈ, ਤਾਂ ਆਪਣੀ ਕਮੀ ਨੂੰ ਜਾਣੋ, ਆਪਣੇ ਦੋਸ਼ ਲੱਭੋ, ਫਿਰ ਉਹਨਾਂ ਦਾ ਇਲਾਜ ਕਰੋ, ਉਹਨਾਂ ਦਾ ਹੱਲ ਕਰੋ, ਉਹਨਾਂ ਨੂੰ ਦੂਰ ਕਰੋ, ਫਿਰ ਤੁਹਾਨੂੰ ਖੁਸ਼ੀਆਂ, ਕਾਮਯਾਬੀ, ਸਫਲਤਾ ਜ਼ਰੂਰ ਮਿਲੇਗੀ। ਅਗਰ ਅਸੀਂ ਦੂਜੇ ਨੂੰ ਕਾਮਯਾਬ ਹੁੰਦਾ ਦੇਖ ਕੇ ਸੜਦੇ ਆ ਨਾ, ਇਹ ਕਿਉਂ ਕਾਮਯਾਬ ਹੋ ਰਿਹਾ ਹੈ, ਤਾਂ ਕੁਦਰਤ ਸਾਨੂੰ ਕਦੀ ਕਾਮਯਾਬ ਨਹੀਂ ਹੋਣ ਦਿੰਦੀ, ਕਿਉਂਕਿ ਕੁਦਰਤ ਕਹਿੰਦੀ ਜਿਹੜਾ ਦੂਜੇ ਦੀ ਕਾਮਯਾਬੀ ਤੋਂ ਇੰਨਾ ਦੁਖੀ ਹੈ, ਜੇ ਉਹਨੂੰ ਕਾਮਯਾਬੀ ਮਿਲੇਗੀ ਤਾਂ ਕਿੰਨਾ ਦੁਖੀ ਹੋਏਗਾ, ਇਹ ਦੇਣੀ ਨਹੀਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ
ਤੁਹਾਡੇ ਹੱਥ 'ਚ ਕੋਈ ਚੀਜ਼ ਹੈ, ਤੁਸੀਂ ਇੱਕ ਬੰਦੇ ਨੂੰ ਦੇਣ ਜਾ ਰਹੇ ਹੋ, ਪਰ ਉਹ ਬੰਦਾ ਦੇਖਦਾ ਦੂਜੇ ਦੇ ਹੱਥ 'ਚ ਉਹੀ ਚੀਜ਼ ਹੈ ਜੋ ਤੁਸੀਂ ਇਹਨੂੰ ਦੇਣੀ ਹੈ, ਪਰ ਉਹਦੀ ਚੀਜ਼ ਨੂੰ ਦੇਖ ਕੇ ਗੁੱਸਾ ਕਰ ਰਿਹਾ ਹੈ, ਤਾਂ ਤੁਹਾਨੂੰ ਪਤਾ ਕੀ ਲੱਗਣਾ ਹੈ? ਉਹ ਭਾਈ ਆਹ ਜਿਹੜੀ ਚੀਜ਼ ਮੈਂ ਇਹਨੂੰ ਦੇਣ ਲੱਗਾ ਹਾਂ, ਇਹ ਚੀਜ਼ ਦੂਜੇ ਦੇ ਹੱਥ 'ਚ, ਤੈਨੂੰ ਕਿੰਨਾ ਗੁੱਸਾ ਆ ਰਿਹਾ ਉਹਦੇ ਕੋਲ, ਤਾਂ ਜੇ ਮੈਂ ਇਹਨੂੰ ਦਊਂਗਾ ਕਿਤੇ ਮੇਰੇ ਸਿਰ ਨਾ ਪਾੜ ਦੇਵੇ। ਕਿਉਂਕਿ ਜਿਹੜਾ ਦੂਜੇ ਦੇ ਹੱਥ ਦੀ ਚੀਜ਼ ਦੇਖ ਕੇ ਗੁੱਸਾ ਕਰ ਰਿਹਾ ਤੇ ਇਹਨੂੰ ਦੇਵਾਂਗੇ, ਇਹ ਖੁਸ਼ ਹੋਏਗਾ ਨਹੀਂ। ਤਾਂ ਜਿਹੜਾ ਦੂਜੇ ਨੂੰ ਦੇਖ ਕੇ ਖੁਸ਼ ਹੋਵੇ ਕਿ ਰੱਬਾ ਵਾਹ ਇਹਨੂੰ ਦਿੱਤੀ ਹੈ, ਤਾਂ ਰੱਬ ਨੇ ਕਹਿਣਾ ਜੇ ਇਹਦੀ ਚੀਜ਼ ਤੇ ਇੰਨਾ ਖੁਸ਼ ਹੈ ਤਾਂ ਜਦੋਂ ਇਹਨੂੰ ਮਿਲੇਗੀ ਤਾਂ ਕਿੰਨਾ ਖੁਸ਼ ਹੋਏਗਾ। ਜੇ ਦੂਜੇ ਦੀ ਚੀਜ਼ ਨੂੰ ਦੇਖ ਕੇ ਸ਼ੁਕਰ ਕਰਦਾ ਕਿ ਸ਼ੁਕਰ ਹੈ ਮੇਰੇ ਮਾਲਿਕ ਤੂੰ ਇਹਨੂੰ ਕਾਮਯਾਬੀ ਦਿੱਤੀ, ਸ਼ੁਕਰ ਹੈ ਮੇਰੇ ਮਾਲਿਕ ਤੂੰ ਇਹਦੇ ਕਾਰੋਬਾਰ 'ਚ ਬਰਕਤ ਪਾਈ, ਤਾਂ ਰੱਬ ਕਹੇਗਾ ਜੇ ਦੂਜੇ ਦੇ ਕਾਰੋਬਾਰ 'ਚ ਬਰਕਤ ਦੇਖ ਕੇ ਇਹ ਮੇਰਾ ਇੰਨਾ ਸ਼ੁਕਰ ਕਰਦਾ ਹੈ, ਤਾਂ ਜਦੋਂ ਮੈਂ ਇਹਨੂੰ ਬਰਕਤ ਦਊਂਗਾ, ਇਹਨੂੰ ਖੁਸ਼ੀਆਂ ਦਊਂਗਾ, ਤਾਂ ਫਿਰ ਮੇਰਾ ਕਿੰਨਾ ਸ਼ੁਕਰ ਕਰੇਗਾ। ਫਿਰ ਰੱਬ ਸਾਨੂੰ ਦਿੰਦਾ ਹੈ। ਇਹ ਰਾਜ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਦੂਜਾ ਸਾਨੂੰ ਇਹ ਦੱਸਦਾ ਹੈ, ਦੂਜਾ ਇੱਕ ਆਈਨਾ ਹੈ ਜੋ ਸਾਨੂੰ ਇਹ ਸੰਕੇਤ ਕਰਦਾ ਕਿ ਸਾਡੇ ਅੰਦਰ ਅੱਛਾਈ ਹੈ ਜਾਂ ਸਾਡੇ ਅੰਦਰ ਬੁਰਾਈ ਹੈ। ਹੁਣ ਇੱਕ ਗੱਲ ਯਾਦ ਰੱਖੋ ਕਿ ਅਗਰ ਅਸੀਂ ਕਹਿੰਦੇ ਉਹ ਬੁਰਾ ਉਹ ਬੁਰਾ ਉਹ ਬੁਰਾ, ਤੇ ਇਹ ਸੰਕੇਤ ਕੀ ਕਰਦਾ ਹੈ? ਇਹ ਸੰਕੇਤ ਕਰਦਾ ਕਿ ਹਾਲੇ ਮੇਰੇ ਅੰਦਰ ਬੁਰਾਈ ਹੈ, ਤਾਂ ਹੀ ਉਹ ਬਾਹਰ ਆ ਰਹੀ ਹੈ। ਤਾਂ ਜਿਹੜਾ ਆਪ ਅੰਦਰੋਂ ਅੱਛਾ ਹੋਏਗਾ ਉਹਦੀਆਂ ਨਜ਼ਰਾਂ 'ਚ ਕੋਈ ਬੁਰਾ, ਜਿੱਦਾਂ ਕਹਿੰਦੇ ਨਾ ਹਜ਼ਰਤ ਮੂਸਾ ਨੇ ਇੱਕ ਦਿਨ ਰੱਬ ਨੂੰ ਸਵਾਲ ਕੀਤਾ ਕਿ ਰੱਬਾ ਇਹ ਦੁਨੀਆ ਤੇ ਸਭ ਤੋਂ ਅੱਛਾ ਇਨਸਾਨ ਕੌਣ ਹੈ? ਇਹ ਦੁਨੀਆ ਤੇ ਸਭ ਤੋਂ ਅੱਛਾ ਇਨਸਾਨ ਕੌਣ ਹੈ? ਤਾਂ ਰੱਬ ਨੇ ਪਤਾ ਦਿੱਤਾ ਕਿ ਫਲਾਨੀ ਜਗ੍ਹਾ ਫਲਾਨੇ ਗਾਉਂ 'ਚ ਇੱਕ ਬੰਦਾ ਰਹਿੰਦਾ ਹੈ, ਉਹ ਹੈ ਸਭ ਤੋਂ ਅੱਛਾ। ਤਾਂ ਹੁਣ ਕਹਿੰਦੇ ਮੂਸਾ ਉੱਥੇ ਚਲੇ ਗਏ। ਜਦੋਂ ਦੇਖਿਆ ਉਸ ਬੰਦੇ ਨੂੰ, ਦੇਖਿਆ ਤਾਂ ਉਸ ਵੇਲੇ ਖੁਦਾ ਨੂੰ ਕਿਹਾ ਖੁਦਾ ਇਹੀ ਹੈ ਉਹ ਬੰਦਾ? ਖੁਦਾ ਕਹਿੰਦਾ ਹਾਂ ਇਹੀ ਹੈ ਉਹ ਜੋ ਸਭ ਤੋਂ ਅੱਛਾ ਹੈ, ਜੋ ਸਭ ਤੋਂ ਨੇਕ ਹੈ। ਤਾਂ ਮੂਸਾ ਨੇ ਕਿਹਾ ਮੈਨੂੰ ਪਤਾ ਕਿੱਦਾਂ ਲੱਗੇਗਾ ਕਿ ਇਹ ਸਭ ਤੋਂ ਨੇਕ ਹੈ, ਅੱਛਾ ਹੈ? ਤਾਂ ਖੁਦਾ ਨੇ ਕਿਹਾ ਏਦਾਂ ਕਰ ਮੂਸਾ ਇਹਨੂੰ ਕਹਿ ਕਿ ਜਾ ਕੋਈ ਬੁਰਾ ਬੰਦਾ ਲੱਭ ਕੇ ਲਿਆ। ਤੇ ਖੁਦਾ ਨੇ ਕਿਹਾ ਕੋਈ ਬੁਰਾ ਬੰਦਾ ਲੱਭ ਕੇ ਲਿਆ। ਹੁਣ ਕਹਿੰਦੇ ਮੂਸਾ ਉਹਦੇ ਕੋਲ ਗਏ, ਉਹਨੂੰ ਪਤਾ ਸੀ ਇਹ ਖੁਦਾ ਦੇ ਪੈਗੰਬਰ ਮੂਸਾ ਹੈ। ਜਦੋਂ ਉਹਨਾਂ ਮੂਸਾ ਨੂੰ ਦੇਖਿਆ ਕਿ ਰੱਬ ਦਾ ਪੈਗੰਬਰ ਮੇਰੇ ਘਰ ਆਇਆ, ਹੱਥ ਜੋੜ ਕੇ ਖੜ ਗਿਆ, ਕਹਿੰਦਾ ਅੱਜ ਇੱਕ ਪੈਗੰਬਰ ਮੇਰੇ ਘਰ 'ਚ ਹੁਕਮ ਕਰੋ। ਤਾਂ ਮੂਸਾ ਨੇ ਕਿਹਾ ਖੁਦਾ ਦਾ ਹੁਕਮ ਹੈ, ਜਾ ਇਸ ਸ਼ਹਿਰ ਵਿੱਚ ਜੋ ਸਭ ਤੋਂ ਬੁਰਾ ਨੂੰ ਲੱਭ ਕੇ ਲਿਆ। ਹੁਣ ਆਦਮੀ ਚਲਾ ਗਿਆ। ਉਹ ਮੂਸਾ ਕਹਿੰਦੇ ਮੈਂ ਇੱਥੇ ਹੀ ਬੈਠਾ ਤੇਰੇ ਘਰ ਇੰਤਜ਼ਾਰ ਕਰ ਰਿਹਾ, ਜਾ ਲੱਭ ਕੇ ਲਿਆ ਜੋ ਸਭ ਤੋਂ ਬੁਰਾ ਹੈ। ਹੁਣ ਦੇਖੋ ਸਭ ਤੋਂ ਅੱਛੇ ਇਨਸਾਨ ਨੂੰ ਕਿਹਾ ਗਿਆ ਕਿ ਲੱਭ ਕੇ ਲਿਆ ਸਭ ਤੋਂ, ਕਿਹਨੂੰ? ਨਾਲ ਨਾਲ ਜਵਾਬ ਦਿਆ ਕਰੋ, ਪਤਾ ਲੱਗਦਾ ਤੁਸੀਂ ਸੁਣ ਵੀ ਰਹੇ ਹੋ, ਸਮਝ ਵੀ ਰਹੇ ਹੋ। ਇੱਕ ਸਭ ਤੋਂ ਅੱਛੇ ਇਨਸਾਨ ਨੂੰ ਕੀ ਕਿਹਾ ਗਿਆ? ਲੱਭ ਕੇ ਲਿਆ ਸਭ ਤੋਂ ਬੁਰੇ ਇਨਸਾਨ। ਹੁਣ ਉਹ ਚਲਾ ਗਿਆ। ਮੂਸਾ ਬਹਿ ਗਏ ਕਿ ਖੁਦਾ ਨੇ ਪਤਾ ਨਹੀਂ ਇਹ ਕਿਉਂ ਕਿਹਾ ਕਿ ਉਹਨੂੰ ਕਹਿ ਕੇ ਲੱਭ ਕੇ ਲਿਆ ਸਭ ਤੋਂ ਬੁਰੇ ਨੂੰ। ਹੁਣ ਜਦੋਂ ਕਰਦਿਆਂ ਕਰਦਿਆਂ ਦੁਪਹਿਰ ਹੋਈ, ਦੁਪਹਿਰ ਤੋਂ ਸ਼ਾਮ ਹੋ ਗਈ। ਸ਼ਾਮ ਹੋਈ ਤਾਂ ਦਰਵਾਜ਼ਾ ਖੜਕਿਆ, ਕਿਉਂਕਿ ਮੂਸਾ ਉਹਦੇ ਘਰ 'ਚ ਹੀ ਬੈਠੇ ਸੀ। ਮੂਸਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਿਆ ਕਿ ਉਹ ਆਦਮੀ ਆਪਣੇ ਗਲ 'ਚ ਰੱਸੀ ਪਾਈ ਹੋਈ ਹੈ, ਔਰ ਮੂਸਾ ਨੂੰ ਆ ਕੇ ਰੱਸੀ ਫੜਾ ਕੇ ਕਹਿੰਦਾ ਲਓ ਮਾਰੇ ਫੜੋ। ਮੂਸਾ ਕਹਿੰਦੇ ਇਹ ਕੀ ਹੈ? ਕਹਿੰਦੇ ਤੁਸੀਂ ਕਿਹਾ ਸੀ ਸਭ ਤੋਂ ਬੁਰਾ ਲੱਭ ਕੇ ਲਿਆ, ਮੈਂ ਪੂਰਾ ਸ਼ਹਿਰ ਘੁੰਮ ਲਿਆ, ਮੈਨੂੰ ਆਪਣੇ ਤੋਂ ਬੁਰਾ ਕੋਈ ਮਿਲਿਆ ਹੀ ਨਹੀਂ, ਇਸ ਲਈ ਮੈਂ ਸੋਚਿਆ ਆਪਣੇ ਗਲ 'ਚ ਰੱਸੀ ਪਾ ਕੇ ਲੈ ਜਾਵਾਂ। ਤਾਂ ਉਸ ਵੇਲੇ ਮੂਸਾ ਨੇ ਖੁਦਾ ਨੂੰ ਕਿਹਾ ਖੁਦਾ ਇਹ ਕੀ? ਖੁਦਾ ਕਹਿੰਦੇ ਇਹੀ ਤਾਂ ਅੱਛਿਆਂ ਦੀ ਨਿਸ਼ਾਨੀ ਹੁੰਦੀ ਹੈ, ਜਿਹਨੂੰ ਦੂਜਿਆਂ ਅੰਦਰ ਬੁਰਾਈ ਨਜ਼ਰ ਆਵੇ ਔਰ ਆਪਣੇ ਆਪ ਨੂੰ ਅੱਛਾ ਕਵੇ, ਉਹ ਕਦੀ ਅੱਛਾ ਹੋ ਹੀ ਨਹੀਂ ਸਕਦਾ। ਕਿਉਂਕਿ ਜਿਹੜਾ ਅੰਦਰੋਂ ਖੁਦ ਅੱਛਾਈ ਨਾਲ ਭਰਿਆ ਹੋਵੇ, ਉਹ ਜਿੱਥੇ ਵੀ ਦੇਖੇਗਾ ਉਹਦੀ ਨਜ਼ਰ ਦੇ ਜ਼ਰੀਏ ਵੀ ਅੱਛਾ ਹੀ ਬਾਹਰ ਜਾਏਗਾ, ਉਹ ਜਦ ਵੀ ਬੋਲੇਗਾ ਜ਼ੁਬਾਨ ਦੇ ਜ਼ਰੀਏ ਵੀ ਅੱਛਾ ਹੀ ਬਾਹਰ ਜਾਏਗਾ। ਕਿਉਂਕਿ ਜੋ ਹੈ ਹੀ ਅੱਛਾ ਉਹ ਕਰਨੀ, ਬੋਲਣੀ, ਦੇਖਣੀ, ਯਾਨੀ ਉਹਦਾ ਹਰ ਉੱਠਣਾ ਬੈਠਣਾ ਅੱਛਾ ਹੀ ਹੋਏਗਾ, ਕਿਉਂਕਿ ਉਹਦੇ ਅੰਦਰ ਹੈ ਹੀ ਅੱਛਾਈ, ਉਹਦੇ ਅੰਦਰ ਹੈ ਹੀ। ਉਹ ਕਹਿੰਦੇ ਨਾ ਜੇ ਖੰਡ ਦੀ ਬੋਰੀ ਜਾਂ ਸ਼ੱਕਰ ਦੀ ਬੋਰੀ ਪੂਰੀ ਸ਼ੱਕਰ ਨਾਲ ਭਰੀ ਹੋਵੇ ਤਾਂ ਉਹਨੂੰ ਚਾਹੇ ਇਧਰੋਂ ਖੋਲੋ ਚਾਹੇ ਉਧਰੋਂ ਖੋਲੋ, ਚਾਹੇ ਇੱਧਰ ਸੂਈ ਮਾਰੋ ਉਧਰੋਂ ਸੂਈ ਮਾਰੋ, ਨਿਕਲਣੀ ਤਾਂ ਹੀ ਨਿਕਲਣੀ ਹੈ, ਸ਼ੱਕਰ ਹੀ ਨਿਕਲਣੀ, ਖੰਡ ਹੀ ਨਿਕਲਣੀ ਨਾ। ਤਾਂ ਜੇ ਇੱਧਰ ਸੂਆ ਮਾਰੋ ਤਾਂ ਖੰਡ ਨਿਕਲੇ, ਉਧਰੋਂ ਸੂਆ ਮਾਰੋ ਤਾਂ ਜ਼ਹਿਰ ਨਿਕਲੇ। ਕਹਿਣਾ ਭਾਈ ਅੱਧੀ ਖੰਡ ਅੱਧਾ ਜ਼ਹਿਰ। ਹੁਣ ਇੱਥੇ ਬਹਿ ਕੇ ਕਹਿ ਦੇਣਾ ਅਸੀਂ ਅੱਛੇ, ਪਰ ਬਾਹਰੋਂ ਮਾੜੀ ਕੋਈ ਸੂਈ ਮਾਰ ਦੇਵੇ ਨਾ, ਓਏ ਹਿੰਮਤ ਕਿੱਦਾਂ ਹੋ ਗਈ ਤੇਰੀ ਮੇਰੇ ਵੱਲ ਦੇਖਣ ਦੀ, ਆ ਮੇਰੀ ਜੁੱਤੀ ਪਈ ਸੀ ਕਿੱਥੇ ਗਈ, ਆ ਕੀ ਕੀਤਾ? ਇਹਦਾ ਮਤਲਬ ਹੁਣ ਜ਼ਹਿਰ ਨਿਕਲਿਆ ਬਾਹਰ। ਇਹਦਾ ਭਾਈ ਇਹਦਾ ਮਤਲਬ ਹਾਲੇ ਅੰਦਰ ਕੁਛ ਬੁਰਾ ਵੀ। ਇਸ ਲਈ ਜਦੋਂ ਦੂਜਾ ਕੁਛ ਕਰਦਾ ਹੈ ਨਾ, ਜੇ ਸਾਨੂੰ ਕ੍ਰੋਧ ਆਵੇ ਤਾਂ ਉੱਤੇ ਕ੍ਰੋਧ ਨਾ ਕਰੋ, ਬਲਕਿ ਵਿਚਾਰ ਕਰੋ ਯਾਰ ਮੈਨੂੰ ਗੁੱਸਾ ਆਇਆ ਤਾਂ ਮਤਲਬ ਹਾਲੇ ਮੇਰੇ ਅੰਦਰ ਕ੍ਰੋਧ ਹੈ ਤਾਂ ਹੀ ਆਇਆ। ਹੁਣ ਇੱਥੇ ਮੈਂ ਆਪਣੇ ਦੋਸ਼ ਨੂੰ ਸਮਝ ਲਿਆ ਹੈ, ਹੁਣ ਮੈਂ ਇਹਦਾ ਇਲਾਜ ਕਰਨਾ ਹੈ ਤਾਂ ਕਿ ਦੂਜਾ ਜੋ ਮਰਜ਼ੀ ਕਰੇ ਮੈਨੂੰ ਗੁੱਸਾ ਆਵੇ ਹੀ ਨਾ। ਅੱਛਾ ਦੇਖੋ ਗੁਰੂਆਂ ਰਹਿਬਰਾਂ ਨੂੰ
ਬਿਠਾਉਣ ਵਾਲਿਆਂ ਨੇ ਤਤੀਆਂ ਤਵੀਆਂ ਤੇ ਬਿਠਾ ਦਿੱਤਾ, ਪਰ ਕ੍ਰੋਧਿਤ ਨਹੀਂ ਕਰ ਪਾਏ, ਕਿਉਂਕਿ ਉਹਨਾਂ ਅੰਦਰ ਕ੍ਰੋਧ ਸੀਗਾ ਹੀ ਨਹੀਂ। ਜੀਸਸ ਦੇ ਹੱਥਾਂ ਪੈਰਾਂ 'ਚ ਕਿਲ ਠੋਕੇ ਗਏ, ਸਲੀਬ ਤੇ ਚੜਾਇਆ ਗਿਆ, ਪਰ ਫਿਰ ਵੀ ਗੁੱਸਾ ਉਹ ਦਿਲਾ ਹੀ ਨਹੀਂ ਪਾਏ। ਫਿਰ ਵੀ ਜੀਸਸ ਨੇ ਕਿਹਾ ਰੱਬ ਤੁਹਾਡਾ ਭਲਾ ਕਰੇ, ਕਿਉਂਕਿ ਅੰਦਰ ਕ੍ਰੋਧ। ਸੋ ਜਦ ਵੀ ਬੰਦੇ ਅੰਦਰ ਕੋਈ ਕਮੀ ਆਉਂਦੀ ਹੈ ਨਾ, ਗੁੱਸਾ ਆਉਂਦਾ ਹੈ, ਨਫ਼ਰਤ ਹੁੰਦੀ, ਤਾਂ ਬੰਦਾ ਇਹ ਨਹੀਂ ਕਹਿੰਦਾ ਕਿ ਮੇਰੀ ਅੰਦਰ ਇੱਕ ਕਮੀ ਹੈ, ਬਲਕਿ ਬੰਦਾ ਕਹਿੰਦਾ ਉਹਦੇ ਕਰਕੇ ਆਇਆ, ਇਹ ਦੋਸ਼ ਉਹਦਾ ਹੈ। ਉਹ ਭਾਈ ਦੂਜੇ ਦਾ ਦੋਸ਼ ਹੀ ਸਮਝੀ ਜਾਵਾਂਗੇ, ਦੂਜੇ ਦਾ ਦੋਸ਼ ਹੀ ਦੇਖੀ ਜਾਵਾਂਗੇ, ਤਾਂ ਸਾਨੂੰ ਮੁਕਤੀ ਕਦੀ। ਇਸ ਲਈ ਅੱਜ ਤੋਂ ਜੇ ਗੁੱਸਾ ਆਵੇ ਤਾਂ ਆਪਣੇ ਅੰਦਰ ਝਾਤੀ ਮਾਰਨੀ ਕਿ ਮੇਰੇ ਅੰਦਰ ਇਹਦਾ ਮਤਲਬ ਹਾਲੇ ਹੈ, ਤਾਂ ਹੀ ਆ ਰਿਹਾ, ਹੁਣ ਇਹਦਾ ਮੈਂ ਇਲਾਜ ਕਰਨਾ ਹੈ। ਜੇ ਮੈਨੂੰ ਕਿਸੇ ਨੇ ਨਫ਼ਰਤ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਬੁਰਾ ਉਹ ਹੈ, ਇਹਦਾ ਮਤਲਬ ਹੈ ਮੇਰੇ ਅੰਦਰ ਨਫ਼ਰਤ ਹਾਲੇ ਵੀ ਹੈ, ਕਿਉਂਕਿ ਜਿਹਨੇ ਨਫ਼ਰਤ ਕਰਨੀ ਹੈ ਨਾ, ਉਹ ਚੰਗੀਆਂ ਚੰਗੀਆਂ ਚੀਜ਼ਾਂ ਨਾਲ ਵੀ ਨਫ਼ਰਤ ਕਰਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਈ ਵਾਰ ਦੇਖਿਆ ਨਾ, ਕਈ ਰੱਬ ਨੂੰ ਹੀ ਗਾਲਾਂ ਕੱਢਣ ਲੱਗ ਪੈਂਦੇ ਆ, ਕਈ ਚੰਗੀਆਂ ਚੀਜ਼ਾਂ ਨੂੰ ਵੀ। ਜਾਂ ਕਈ ਵਾਰ ਦੇਖਦੇ ਆ ਅਸੀਂ ਕਿ ਕੋਈ ਅੱਛੇ ਸ਼ਬਦ ਹੁੰਦੇ ਆ, ਖਾਸ ਕਰਕੇ YouTube ਦੀ ਵੀਡੀਓ ਤੇ ਨਾ, ਜਿੱਥੇ ਕੋਈ ਸਤਸੰਗ ਦੀ ਗੱਲ ਹੋਵੇ, ਅੱਛੀ ਗੱਲ ਹੋਵੇ, ਕੋਈ ਅੱਗੇ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਦੀ ਗੱਲ ਹੋਵੇ, ਉਹਦੇ ਥੱਲੇ ਵੀ ਕਮੈਂਟ ਕਰਨ ਵਾਲੇ ਗਾਲਾਂ ਕੱਢ ਦਿੰਦੇ। ਇਹਦਾ ਮਤਲਬ ਉਹਨਾਂ ਨੂੰ ਅੱਛਾਈ ਅੰਦਰ ਵੀ ਬੁਰਾਈ ਨਜ਼ਰ ਆਉਂਦੀ ਹੈ। ਸੋ ਦੋਸ਼ ਉਹ ਗੁਰੂਆਂ ਰਹਿਬਰਾਂ ਦਾ ਨਹੀਂ ਹੈ, ਦੋਸ਼ ਉਹਨਾਂ ਦਾ ਆਪਣਾ ਹੈ, ਕਿਉਂਕਿ ਜੋ ਉਹਨਾਂ ਦੇ ਅੰਦਰ ਹੈ ਬਾਹਰ ਵੀ ਤਾਂ। ਹੁਣ ਇੱਕ ਬੰਦਾ ਜਾਪਾਨੀ ਬੋਲਦਾ ਹੈ, ਇੱਕ ਬੰਦਾ ਇਟਾਲੀਅਨ ਬੋਲਦਾ ਹੈ, ਜਾਂ ਇੱਕ ਬੰਦਾ ਜਰਮਨ ਬੋਲਦਾ ਹੈ, ਤਾਂ ਜੇ ਉਹਨੂੰ ਆਂਦੀ ਜਰਮਨੀ ਹੈ ਤਾਂ ਫਿਰ ਬੋਲਣਾ ਕੀ, ਬਾਹਰ ਕੀ ਆਣਾ ਹੈ? ਹਿੰਦੀ ਆ ਜਾਏਗੀ ਬਾਹਰ? ਜਵਾਬ ਦਿਓ ਸਾਨੂੰ। ਪੰਜਾਬੀ ਆ ਜਾਏਗੀ ਬਾਹਰ? ਕਿਉਂ? ਕਿਉਂਕਿ ਉਹਦੇ ਅੰਦਰ ਭਰੀ ਜਰਮਨੀ ਹੈ ਜਾਂ ਭਰੀ ਇਟਾਲੀਅਨ ਹੈ। ਜੋ ਭਾਸ਼ਾ ਉਹਦੇ ਅੰਦਰ ਹੈ ਬਾਹਰ ਵੀ ਤਾਂ। ਹੁਣ ਜਿਹਨਾਂ ਪ੍ਰੇਮ ਦੀ ਭਾਸ਼ਾ ਪੜ੍ਹੀ ਹੋਵੇ, ਉਹ ਜਦ ਵੀ ਬੋਲੇਗਾ ਉਹਦੇ ਅੰਦਰੋਂ ਪ੍ਰੇਮ ਹੀ ਕਹਿ ਦਿਓ। ਫਿਰ ਗਾਲੀ ਤਾਂ ਕਦੀ ਆ ਹੀ ਨਹੀਂ ਸਕਦੀ, ਫਿਰ ਨਿੰਦਿਆ ਤਾਂ ਕਦੀ ਆ ਹੀ ਨਹੀਂ ਸਕਦੀ। ਇਹਦਾ ਮਤਲਬ ਜੇ ਨਿੰਦਿਆ ਆ ਰਹੀ ਹੈ, ਗਾਲੀ ਆ ਰਹੀ, ਤਾਂ ਇਹਦਾ ਮਤਲਬ ਗਾਲੀਆਂ ਵੀ ਪੜੀਆਂ ਹੈ ਅੰਦਰ, ਉਹ ਪਈ ਹੈ ਅੰਦਰ, ਭਾਸ਼ਾ ਤਾਂ ਹੀ ਨਿਕਲ ਰਹੀ ਹੈ, ਬੁਰੇ ਬੋਲ ਤਾਂ ਹੀ ਨਿਕਲਦੇ, ਬੁਰਾ ਅੰਦਰ। ਇਸ ਲਈ ਪਹਿਲੀ ਗੱਲ ਇਹ ਚੈੱਕ ਕਰਨੀ ਹੈ, ਕਿਉਂਕਿ ਅੱਜ ਕੁਝ ਨੁਕਤੇ ਦੇਣੇ ਆ ਤੁਹਾਨੂੰ। ਬੋਲੋ ਸਮਝਦੇ ਹੋ ਕਿ ਨਹੀਂ? ਅੱਜ ਕੁਝ ਨੁਕਤੇ ਦੇਣੇ ਆ। ਨੁਕਤੇ ਕਿੱਦਾਂ ਦੇਣੇ ਆ? ਬਸ ਜਿੱਦਾਂ ਦੇਖੋ ਇੰਨੀ ਸੰਗਤ ਆ, ਬੱਚਿਆਂ ਨੂੰ ਰਸਤਾ ਦੇ ਦਿੱਤਾ ਨਾ ਤੁਸੀਂ, ਇਦਾਂ ਹੀ ਆਪਣੀਆਂ ਬੁਰਾਈਆਂ ਨੂੰ ਰਸਤਾ ਦਿਓ। ਭਾਈ ਬਾਹਰ ਨਿਕਲ, ਤੇਰੀ ਲੋੜ ਹੀ ਹੈ ਨਹੀਂ, ਤੂੰ ਬੜੀ ਟੈਨਸ਼ਨ ਪਾ ਦਿੱਤੀ ਹੈ, ਬੜਾ ਰੌਲਾ ਪਾਈ ਜਾਂਦਾ, ਤੂੰ ਸ਼ੋਰ ਮਚਾਤਾ ਮੇਰੀ ਜ਼ਿੰਦਗੀ 'ਚ। ਨਿਕਲ ਭਾਈ, ਤੇਰਾ ਨਿਕਲਣਾ ਹੀ ਠੀਕ ਹੈ, ਤਾਂ ਕਿ ਮੈਂ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਕਹਿ ਦਿਓ। ਏਦਾਂ ਹੀ ਹੁੰਦੀ ਹੈ ਕਿ ਨਹੀਂ? ਹੁਣ ਤੁਹਾਨੂੰ ਪਤਾ ਕ੍ਰੋਧ ਤੁਹਾਡੇ ਅੰਦਰ ਖਲਬਲੀ ਮਚਾ ਕੇ ਬੈਠਾ ਹੈ, ਪਰ ਤੁਸੀਂ ਕਹਿੰਦੇ ਬੈਠਾ ਰਹਿ ਭਾਈ, ਨਿਕਲਣਾ ਨਹੀਂਗਾ। ਫਿਰ ਕਹਿੰਦੇ ਮੇਰੇ ਜੀਵਨ 'ਚ ਸ਼ਾਂਤੀ ਆਵੇ। ਜੇ ਪਤਾ ਇਹ ਚੀਜ਼ ਮੈਨੂੰ ਅਸ਼ਾਂਤ ਕਰਦੀ ਹੈ, ਇਹ ਚੀਜ਼ ਮੇਰੇ ਜੀਵਨ 'ਚ ਦੁੱਖ ਭਰਦੀ ਹੈ, ਤਾਂ ਮੈਂ ਕਿਉਂ ਨਹੀਂ ਕੋਸ਼ਿਸ਼ ਕਰਦਾ ਇਹਨੂੰ ਬਾਹਰ ਕੱਢਣ ਦੀ? ਕਿਉਂਕਿ ਬਾਹਰ ਜਾਏਗਾ ਤਾਂ ਮੈਨੂੰ ਫੇਰ ਹੀ ਸ਼ਾਂਤੀ। ਜੇ ਨਫ਼ਰਤ, ਕਿਉਂਕਿ ਕਈ ਵਾਰ ਅਸੀਂ ਦੇਖਦੇ ਬੰਦਾ ਜਿੰਨਾ ਨਫ਼ਰਤ ਕਰਦਾ ਹੈ ਨਾ, ਜਿੱਦਾਂ ਹੀ ਉਹ ਸਾਹਮਣੇ ਆਉਂਦਾ, ਉਹਨੂੰ ਦੇਖ ਕੇ ਬੰਦੇ ਤਨ ਬਦਨ 'ਚ ਇਦਾਂ ਅੱਗ ਲੱਗ ਜਾਂਦੀ ਕਿ ਬੰਦੇ ਦੀਆਂ ਸਾਰੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਹੈ। ਹੁਣ ਆਪਣੀਆਂ ਖੁਸ਼ੀਆਂ ਨੂੰ ਮਾਰਨ ਨਾਲੋਂ, ਆਨੰਦ ਨੂੰ ਮਾਰਨ ਨਾਲੋਂ, ਉਹ ਟਾਈਮ ਖਰਾਬ ਕਰਨ ਨਾਲੋਂ ਤਾਂ ਚੰਗਾ ਨੇ ਨਫ਼ਰਤ ਨੂੰ ਹੀ ਜੀਵਨ 'ਚੋਂ ਬਾਹਰ ਕੱਢੀਏ, ਤਾਂ ਕਿ ਅਸੀਂ ਜੀਵਨ ਦੇ ਹਰ ਪਲ ਦਾ ਆਨੰਦ ਖੁਸ਼ੀ ਨਾਲ ਲੈ ਸਕੀਏ। ਸਮਝਦਾਰੀ ਕਿਹਦੇ 'ਚ ਹੈ? ਜਵਾਬ ਦਿਓ ਸਾਨੂੰ। ਕਿ ਦੂਜੇ ਨੂੰ ਦੇਖ ਕੇ ਗੁੱਸਾ ਕਰਨ 'ਚ ਹੈ, ਜਾਂ ਆਪਣੇ ਗੁੱਸੇ ਨੂੰ ਖਤਮ ਕਰਕੇ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਜੀਣ 'ਚ ਹੈ? ਆਪ ਸੋਚੋ ਜ਼ਰਾ। ਚਲੋ ਇੱਕ ਸਵਾਲ ਪੁੱਛਦੇ ਆ, ਸੋਚ ਸਮਝ ਕੇ ਜਵਾਬ ਦੇਣਾ। ਦਊਂਗੇ? ਸੌਖਾ ਜਿਹਾ ਸਵਾਲ ਹੈ, ਟੈਨਸ਼ਨ ਨਾ ਲਿਆ ਕਰੋ, ਕਿਉਂਕਿ ਅਸੀਂ ਔਖਾ ਤਾਂ ਕਰਦੇ ਨਹੀਂ ਕੁਛ ਵੀ। ਸਾਡੀ ਤਾਂ ਕੋਸ਼ਿਸ਼ ਹੁੰਦੀ ਤੁਹਾਡੇ ਵਾਸਤੇ ਜ਼ਿੰਦਗੀ ਆਸਾਨ ਕਰ ਦਈਏ, ਤੁਹਾਡਾ ਜੀਵਨ ਆਸਾਨ ਬਣਾ ਦਈਏ। ਸੌਖਾ ਜਿਹਾ ਸਵਾਲ ਇਹ ਹੈ ਕਿ ਫਰਜ਼ ਕਰੋ ਅਗਰ ਇੱਕ ਜੋਕ ਸਮਝਦੇ ਹੋ ਤੁਸੀਂ? ਜੋਕ ਕਰਦੀ ਕੀ ਹੈ ਪਹਿਲਾਂ ਪਤਾ ਲੱਗੇ? ਖੂਨ ਚੂਸਦੀ, ਉਹਨੂੰ ਜੋਕ ਕਿਹਾ ਜਾਂਦਾ। ਸਮਝ ਲੈ ਕਿ ਜੋਕ ਤੁਹਾਡੇ ਸਰੀਰ ਨੂੰ ਲੱਗੀ ਹੋਈ ਹੈ, ਜਾਂ ਕੋਈ ਖੂਨ ਚੂਸਣ ਵਾਲਾ ਕੀੜਾ ਲੱਗਾ ਹੋਇਆ, ਠੀਕ ਹੈ? ਤੁਹਾਡੀ ਬਾਡੀ ਨੂੰ, ਤੁਹਾਡੇ ਜਿਸਮ ਨੂੰ ਕੋਈ ਜੋਕ ਲੱਗੀ ਹੋਈ ਹੈ, ਜਾਂ ਕੋਈ ਖੂਨ ਚੂਸਣ ਵਾਲਾ ਕੀੜਾ ਲੱਗਾ ਹੋਇਆ ਜੋ ਤੁਹਾਡਾ ਖੂਨ ਚੂਸ ਰਿਹਾ ਹੈ, ਔਰ ਤੁਹਾਨੂੰ ਨਜ਼ਰ ਆ ਰਿਹਾ ਖੂਨ ਚੂਸ ਰਿਹਾ ਹੈ। ਔਰ ਜਿੱਦਾਂ ਜਿੱਦਾਂ ਤੁਹਾਡਾ ਖੂਨ ਚੂਸਦਾ, ਤੁਸੀਂ ਕਮਜ਼ੋਰ ਹੁੰਦੇ ਜਾ ਰਹੇ ਹੋ। ਕੀ ਹੁੰਦੇ ਜਾ ਰਹੇ ਹੋ? ਕਮਜ਼ੋਰ। ਹੁਣ ਇੱਕ ਗੱਲ ਦਾ ਜਵਾਬ ਦੇਣਾ, ਕੀ ਤੁਸੀਂ ਉਹਨੂੰ ਦੇਖਦੇ ਰਹੋਗੇ? ਹਾਂ ਭਾਈ ਚੂਸੀ ਜਾ, ਬੜਾ ਮਜ਼ਾ ਆ ਰਿਹਾ, ਮੈਂ ਕਮਜ਼ੋਰ ਹੋ ਰਿਹਾ, ਪਰ ਚੂਸੀ ਜਾ ਕੋਈ ਨਹੀਂ। ਕੀ ਤੁਸੀਂ ਬੈਠ ਕੇ ਦੇਖੋਗੇ? ਖੜ ਕੇ ਦੇਖੀ ਜਾਓਗੇ ਤਮਾਸ਼ਾ? ਕੀ ਕਰੋਗੇ ਫਿਰ ਤੁਸੀਂ? ਇਹ ਸਵਾਲ ਹੈ ਤੁਹਾਨੂੰ। ਕੀ ਕਰੋਗੇ? ਆਵਾਜ਼ ਕਲੀਅਰ ਨਹੀਂ ਆ ਰਹੀ। ਹਟਾਉਣ ਦੀ ਕੋਸ਼ਿਸ਼ ਕਰੋਗੇ? ਪੱਕੀ ਗੱਲ ਹੈ? ਸ਼ੋਰ ਹੈ? ਕੋਈ ਸ਼ੱਕ ਦੀ ਗੱਲ ਤਾਂ ਨਹੀਂ? ਹੁਣ ਅਗਰ ਤੁਹਾਨੂੰ ਪਤਾ ਹੈ ਕਿ ਜੋਕ ਜਾਂ ਕੋਈ ਖੂਨ ਚੂਸਣ ਵਾਲਾ ਕੀੜਾ
ਮੇਰੇ ਲੱਗਾ ਹੋਇਆ ਹੈ, ਮੈਨੂੰ ਨਜ਼ਰ ਆ ਰਿਹਾ ਕਿ ਮੇਰਾ ਖੂਨ ਚੂਸ ਰਿਹਾ ਹੈ ਔਰ ਮੈਨੂੰ ਕਮਜ਼ੋਰ 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 ਕਰਦਾ ਜਾ ਰਿਹਾ, ਤਾਂ ਮੇਰੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਮੈਂ ਉਸ ਕੀੜੇ ਨੂੰ ਜਾਂ ਤਾਂ ਮਾਰ ਦੇਵਾਂ ਜਾਂ ਹਟਾ ਦੇਵਾਂ, ਦੂਰ ਕਰ ਦੇਵਾਂ ਆਪਣੇ ਤੋਂ, ਤਾਂ ਕਿ ਮੇਰਾ ਖੂਨ ਵੀ ਬਚਿਆ ਰਵੇ ਤਾਂ ਮੇਰੀ ਤਾਕਤ ਵੀ ਬਚੀ ਰਵੇ। ਬੋਲੋ, ਕੋਸ਼ਿਸ਼ ਕਰਨੀ ਹੈ ਕਿ ਨਹੀਂ? ਪੱਕੀ ਗੱਲ ਹੈ। ਤਾਂ ਹੁਣ ਜ਼ਰਾ ਸਮਝਣਾ ਕਿ ਜੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜੋਗ ਮੇਰਾ ਖੂਨ ਪੀ ਰਹੀ ਹੈ, ਮੈਨੂੰ ਕਮਜ਼ੋਰ ਕਰ ਰਹੀ ਹੈ, ਇਹ ਮੇਰਾ ਖੂਨ ਚੂਸ ਚੂਸ ਕੇ ਮੈਨੂੰ ਕਮਜ਼ੋਰ ਕਰ ਰਹੀ ਹੈ, ਔਰ ਜਿੰਨਾ ਮੈਂ ਕਮਜ਼ੋਰ ਹੋਣਾ ਉਨਾ ਮੇਰੇ ਜੀਵਨ 'ਚ ਦੁੱਖ ਵੱਧਦੇ ਚਲੇ ਜਾਣੇ ਹੈ, ਤਾਂ ਫਿਰ ਇਹ ਕਿਉਂ ਨਹੀਂ ਸੋਚਦੇ ਆ ਕ੍ਰੋਧ ਵੀ ਇੱਕ ਜੋਕ ਹੈ ਜਿਹੜਾ ਅੰਦਰੋਂ ਅੰਦਰ ਮੇਰੇ ਖੂਨ ਨੂੰ ਚੂਸਦਾ ਹੈ ਔਰ ਮੈਨੂੰ ਕਮਜ਼ੋਰ ਕਰਦਾ ਹੈ। ਇਹ ਚਿੰਤਾ ਵੀ ਇੱਕ ਜੋਕ ਦੀ ਤਰ੍ਹਾਂ ਹੈ ਜੋ ਮੈਨੂੰ ਅੰਦਰੋਂ ਅੰਦਰ ਕਮਜ਼ੋਰ ਸੋਚ ਸੋਚ ਕੇ ਬੰਦਾ ਹੁੰਦਾ ਕਿ ਨਹੀਂ ਕਮਜ਼ੋਰ? ਜ਼ਿਆਦਾ ਚਿੰਤਾ ਜ਼ਿਆਦਾ ਬਿਮਾਰੀਆਂ, ਫਿਰ ਬੀਪੀ ਵੱਧਦਾ ਹੈ, ਸ਼ੂਗਰ ਵੱਧਦੀ ਹੈ। ਚਿੰਤਾਵਾਂ ਹੀ ਬੰਦੇ ਨੂੰ ਕਮਜ਼ੋਰ ਕਰ ਦਿੰਦੀਆਂ ਹੈ। ਬੰਦੇ ਦਾ ਡਰ ਵੀ ਜੋਕ ਦੀ ਤਰ੍ਹਾਂ ਹੈ ਜੋ ਬੰਦੇ ਨੂੰ, ਕਿਉਂਕਿ ਕਹਿੰਦੇ ਨਾ ਡਰ ਡਰ ਕੇ ਖੂਨ ਵੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਜੋਕ ਉੱਦਾਂ ਪੀਂਦੀ ਹੈ, ਕ੍ਰੋਧ ਚਿੰਤਾ ਡਰ ਇੱਦਾਂ ਪੀਂਦਾ ਹੈ, ਕਰਦਾ ਬੰਦੇ ਨੂੰ ਕਮਜ਼ੋਰ ਹੀ ਹੈ। ਜਲਨ, ਜਲਨ ਦਾ ਮਤਲਬ ਸਮਝਦੇ ਹੋ ਨਾ, ਕਿਸੇ ਨਾਲ ਜਲਨ ਕਰਨੀ, ਜੈਲਸ, ਕਿ ਬਈ ਉਹ ਕਿੱਦਾਂ ਵੱਧ ਰਿਹਾ। ਇਹ ਜੈਲਸ ਵਿੱਚ, ਜਲਨ ਵਿੱਚ ਵੀ ਖੂਨ ਸੁੱਕਦਾ ਹੈ ਔਰ ਬੰਦਾ ਕਮਜ਼ੋਰ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਨਫ਼ਰਤ ਜਦੋਂ ਬੰਦਾ ਕਰਦਾ ਹੈ, ਨਫ਼ਰਤ ਕਰਨ ਵਾਲੇ ਦਾ ਵੀ ਖੂਨ ਸੁੱਕਦਾ ਹੈ, ਕਿਉਂਕਿ ਦੂਜੇ ਨੂੰ ਦੇਖ ਦੇਖ ਕੇ ਐਵੇਂ ਬੰਦਾ ਅੰਦਰੋਂ ਕੁੜੀ ਜਾਂਦਾ। ਕੁੜੀ ਜਾਂਦਾ ਮਤਲਬ ਸਮਝਦੇ ਨਾ, ਅੰਦਰ ਖਿਜੀ ਜਾਂਦਾ ਹੈ, ਔਰ ਖਿਜਣ ਨਾਲ ਕੀ ਹੁੰਦਾ? ਅੰਦਰੋਂ ਖੂਨ ਸੁੱਕਦਾ, ਬੰਦਾ ਕਮਜ਼ੋਰ ਹੁੰਦਾ ਹੈ। ਹੁਣ ਤੁਸੀਂ ਬੜੇ ਸਮਝਦਾਰ ਹੋ ਕਿ ਜੋਕ, ਮੈਂ ਦੇਖ ਨਹੀਂ ਸਕਦਾ ਕਿ ਜੋਕ ਖੂਨ ਪੀਂਦੀ ਹੈ, ਮੈਂ ਇਹਨੂੰ ਹਟਾਣਾ ਹੈ, ਇਹਨੂੰ ਖਤਮ ਕਰਨਾ ਹੈ, ਤਾਂ ਫਿਰ ਇੰਨੀ ਸਮਝਦਾਰੀ ਕਦੋਂ ਲਿਆਉਂਗੇ? ਕ੍ਰੋਧ ਮੇਰਾ ਖੂਨ ਪੀ ਰਿਹਾ ਹੈ, ਇਹ ਮੈਨੂੰ ਕਮਜ਼ੋਰ ਬਣਾ ਰਿਹਾ ਹੈ। ਚਿੰਤਾ, ਡਰ, ਮੇਰੀ ਜਲਨ, ਮੇਰੇ ਅੰਦਰਲੀ ਨਫ਼ਰਤ ਮੈਨੂੰ ਕਮਜ਼ੋਰ ਬਣਾ ਰਹੀ ਹੈ, ਇਹ ਦਿਨ ਰਾਤ ਮੇਰਾ ਖੂਨ ਪੀ ਰਹੀ ਹੈ। ਅਗਰ ਵਾਕਈ ਮੈਂ ਸਮਝਦਾਰ ਹਾਂ ਤਾਂ ਇਹਨਾਂ ਨੂੰ ਕਦੋਂ ਹਟਾਊਂਗਾ, ਇਹਨਾਂ ਨੂੰ ਕਦੋਂ ਖਤਮ ਕਰੂੰਗਾ? ਇਹ ਕਦੋਂ ਸਮਝਾਂਗੇ ਅਸੀਂ? ਜਰਾ ਸੋਚੋ, ਕਿਉਂਕਿ ਜੋਕ ਉਨਾ ਨੁਕਸਾਨ ਨਹੀਂ ਕਰ ਸਕਦੀ। ਕਾਰਨ ਕੀ ਹੈ? ਜੋਕ ਦਾ ਵੀ ਇੱਕ ਪੇਟ ਹੁੰਦਾ ਹੈ, ਜਦੋਂ ਭਰ ਗਿਆ ਉਹਨੂੰ ਛੱਡ ਦੇਣਾ ਹੈ, ਕਿਉਂਕਿ ਹਰ ਜਾਨਵਰ ਨੂੰ ਪਰਮਾਤਮਾ ਨੇ ਇੱਕ ਪੇਟ ਦਿੱਤਾ ਹੋਇਆ ਹੈ, ਉਹ ਆਪਣੀ ਜ਼ਰੂਰਤ ਤੋਂ ਜ਼ਿਆਦਾ ਲੈ ਹੀ ਨਹੀਂ ਸਕਦਾ। ਇੱਕ ਸ਼ੇਰ ਕਹਿੰਦੇ ਸ਼ਿਕਾਰ ਕਰਕੇ ਜਦੋਂ ਭੋਜਨ ਖਾ ਲੈਂਦਾ ਨਾ, ਪੇਟ ਭਰ ਜਾਂਦਾ, ਫਿਰ 24 ਘੰਟੇ ਵਾਸਤੇ ਆਰਾਮ ਕਰਦਾ, ਫਿਰ ਉਹ ਦੂਜੇ ਜਾਨਵਰਾਂ ਵੱਲ ਦੇਖਦਾ ਨਹੀਂ, ਚਾਹੇ ਉਹ ਲਾਗੇ ਘੁੰਮੀ ਜਾਣ, ਕਿਉਂਕਿ ਪੇਟ ਭਰਿਆ ਤਾਂ ਹੁਣ ਕੀ ਦੇਖਣਾ। ਤੁਸੀਂ ਆਪ ਸੋਚੋ, ਜੇ ਪੇਟ ਭਰ ਕੇ ਤੁਸੀਂ ਢਿੱਡ ਭਰ ਕੇ ਰੋਟੀ ਖਾਧੀ ਹੋਵੇ ਤਾਂ ਫਿਰ ਕੋਈ ਕਹੇ ਭਾਈ ਹੋਰ ਖਾ ਲਓ, ਤੁਸੀਂ ਕਹਿੰਦੇ ਬਸ। ਇੱਕ ਜੋਕ ਦਾ ਵੀ ਇੱਕ ਲਿਮਟ ਹੁੰਦੀ ਹੈ। ਇਸ ਲਈ ਜੋਕ ਜਾਂ ਖੂਨ ਪੀਣ ਵਾਲਾ ਮੱਛਰ, ਕੀੜਾ, ਉਹ ਵੀ ਡੰਗ ਮਾਰੇਗਾ, ਪੇਟ ਭਰ ਜਾਏਗਾ, ਉੜ ਜਾਏਗਾ, ਉਹਨਾਂ ਨੁਕਸਾਨ ਨਹੀਂ ਕਰਦੇ। ਪਰ ਇਹ ਕ੍ਰੋਧ, ਇਹ ਨਫ਼ਰਤ, ਇਹ ਚਿੰਤਾ, ਇਹ ਡਰ, ਇਹ ਜਲਨ, ਇਹ ਤਾਂ ਇਦਾਂ ਦੀਆਂ ਜੋਕਾਂ ਹੈ, ਉਹ ਕੀੜੇ ਆ ਖੂਨ ਪੀਣ ਵਾਲੇ ਜਿਹੜੇ ਦਿਨ ਰਾਤ ਪੀ ਜਾਂਦੇ ਹੈ। ਬੰਦਾ ਦਿਨ ਰਾਤ ਕਮਜ਼ੋਰ ਹੋ ਰਿਹਾ ਹੈ, ਨਾ ਉਹਨਾਂ ਦਾ ਢਿੱਡ ਭਰਦਾ ਹੈ, ਤਾਂ ਨਾ ਹੀ ਅਸੀਂ ਉਹਨਾਂ ਨੂੰ ਹਟਾਉਣ ਦੀ ਕਦੀ ਕੋਸ਼ਿਸ਼ ਕਰਦੇ ਹਾਂ। ਔਰ ਇਹੀ ਸਾਡੇ ਦੁੱਖਾਂ ਦਾ ਕਾਰਨ ਵੀ ਕਹਿ ਦਿਓ। ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਜੇ ਕੋਈ ਪੁੱਛੇ ਨਾ, ਮੰਨ ਲਓ ਤੁਹਾਡੀ એનર્ਜੀ ਦਾ ਰਾਜ ਕੀ ਹੈ, ਅਸੀਂ ਕਹਾਂਗੇ ਅਸੀਂ ਕ੍ਰੋਧ ਦੇ, ਚਿੰਤਾ ਦੇ, ਨਫ਼ਰਤ ਦੇ, ਡਰ ਦੇ ਇਹ ਕੀੜਿਆਂ ਨੂੰ ਬਹੁਤ ਦਿਨਾਂ ਦਾ ਦੂਰ ਕਰ ਦਿੱਤਾ, ਇਸ ਲਈ ਸਾਡਾ ਬਲੱਡ ਵੀ ਬਣ ਰਿਹਾ ਤਾਂ ਸਾਡੀ એનર્ਜੀ ਵੀ ਬਣ ਰਹੀ ਹੈ, ਸਾਡੀ ਤਾਕਤ ਵੱਧਦੀ ਜਾ ਰਹੀ ਹੈ। ਅੱਗੇ ਤੋਂ ਅੱਗੇ ਸਾਨੂੰ ਫੀਲ ਹੋ ਰਿਹਾ ਸਾਡੀ ਸ਼ਕਤੀ ਵੱਧ ਰਹੀ ਹੈ। ਪਰ ਜਦੋਂ ਨਹੀਂ ਜੀ, ਅੱਗੇ ਤੋਂ ਅੱਗੇ ਤਾਕਤ ਘਟੀ ਜਾਂਦੀ ਹੈ, ਅੱਗੇ ਤੋਂ ਅੱਗੇ ਸ਼ਕਤੀ ਘਟੀ ਜਾਂਦੀ। ਉਹ ਘਟਣੀ ਤਾਂ ਹੈ ਹੀ, ਜੋਕਾਂ ਹੀ ਇਦਾਂ ਦੀ ਚੁੰਬੜੀਆਂ ਹੋਈਆਂ ਤੁਹਾਨੂੰ, ਉਹ ਖੂਨ ਚੂਸੀ ਜਾਂਦੀਆਂ, એનર્ਜੀ ਚੂਸੀ ਜਾਂਦੀਆਂ ਹੈ, ਤਾਂ ਤੁਸੀਂ ਦਿਨ ਪ੍ਰਤੀ ਦਿਨ ਕਮਜ਼ੋਰ ਹੋ ਹੀ ਜਾਂਦੇ ਹੋ। ਜੇ ਹੁਣ ਨਾ ਬਦਲਾਂਗੇ, ਜੇ ਹੁਣ ਨਾ ਆਪਣੇ ਅੰਦਰ ਦੀਆਂ ਇਹਨਾਂ ਜੋਕਾਂ ਨੂੰ, ਇਹ ਕ੍ਰੋਧ ਰੂਪੀ, ਨਫ਼ਰਤ ਰੂਪੀ, ਵੈਰ ਰੂਪੀ, ਚਿੰਤਾ ਰੂਪੀ, ਡਰ ਰੂਪੀ ਜਾਂ ਜਲਨ ਰੂਪੀ ਜੋਕ ਨੂੰ ਹੁਣ ਨਹੀਂ ਮਾਰਾਂਗੇ, ਤਾਂ ਯਾਦ ਰੱਖੋ ਇਹ ਸਾਡੀ ਸਾਰੀ એનર્ਜੀ ਚੂਸ ਲੈਣਗੇ ਤੇ ਇੱਕ ਦਿਨ ਸਾਨੂੰ ਮੁਰਦਾ ਕਰਕੇ ਛੱਡ ਦੇਣਗੇ, ਫਿਰ ਚਿਤਾ ਦੇ ਵਿੱਚ ਸੜਾਂਗੇ। ਇਸ ਤੋਂ ਪਹਿਲਾਂ ਕਿ ਚਿਤਾ ਦੇ ਸੜੀਏ, ਕਿਉਂ ਨਾ ਇਹਨਾਂ ਨੂੰ ਖਤਮ ਕਰੀਏ, ਤਾਂ ਕਿ ਜਿੰਨੀ ਵੀ ਜ਼ਿੰਦਗੀ ਅਸੀਂ ਸ਼ਕਤੀ ਨਾਲ, ਆਨੰਦ ਨਾਲ, ਖੁਸ਼ੀ ਨਾਲ, ਨਿਡਰਤਾ ਨਾਲ ਜੀ ਸਕੀਏ। ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਡਰ ਡਰ ਕੇ, ਚਿੰਤਾ ਵਿੱਚ, ਦੁੱਖਾਂ ਵਿੱਚ ਜ਼ਿੰਦਗੀ ਜੀਣ ਨਾਲੋਂ ਚੰਗਾ ਹੈ ਕਿ ਇੱਕ ਵਾਰ ਜ਼ਿੰਦਗੀ ਜੀਏ ਵਿਸ਼ਵਾਸ ਨਾਲ, ਨਿਡਰਤਾ ਨਾਲ, ਸ਼ਾਨ ਨਾਲ ਜ਼ਿੰਦਗੀ ਜੀਏ। ਸਮਝਦੇ ਹੋ? ਸ਼ਾਨ ਨਾਲ ਜੀਣੀ ਹੈ ਤਾਂ ਫਿਰ ਉਹ ਕਿੱਦਾਂ ਜੀ ਪਾਵਾਂਗੇ? ਬੋਲੋ, ਸਮਝਦੇ ਹੋ ਕਿ ਨਹੀਂ? ਉਹ ਇੱਕ ਗਾਣਾ ਵੀ ਹੈ ਨਾ, ਬੜਾ ਪਿਆਰਾ ਲੱਗਦਾ, ਕਿਉਂਕਿ ਪੁਰਾਣੇ ਗਾਣੇ ਉਹਨੂੰ ਜਿੱਧਰ ਮਰਜ਼ੀ ਲੈ ਜਾਓ, ਕਿ ਜਿਹੜੇ ਪਿਆਰ ਕਰਨ ਵਾਲੇ ਨਾ ਪਿਆਰ ਵੀ ਕਰਦੇ ਆ, प्यार करने वाले प्यार करते हैं, शान से जीते हैं, शान से मरते हैं।
ਇਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ। ਉਹ ਤਾਂ ਗਾਣਾ ਹੀ ਹੈ, ਪਰ ਅਸੀਂ ਕਹਿੰਦੇ ਨੂੰ ਲਾਗੂ ਕਰੋ ਆਪਣੇ ਆਪ ਤੇ ਕਿ ਆਪਣੇ ਮਾਲਿਕ ਨਾਲ ਪਿਆਰ ਕਰਨਾ ਤੇ ਇਦਾਂ ਸ਼ਾਨ ਨਾ ਕਰਨਾ ਕਿ ਪੂਰੀ ਦੁਨੀਆ ਦੇਖੇ ਕਿ ਇਹਦੇ ਵਰਗਾ ਆਸ਼ਿਕ ਨਾ ਹੋਇਆ ਹੈ ਤਾਂ ਨਾ ਹੀ ਹੋ ਸਕਦਾ ਹੈ। ਇਹ ਸ਼ਾਨ ਹੈ। ਜੇ ਜੀਏ ਤਾਂ ਇਦਾਂ ਦੀ ਸ਼ਾਨ ਨਾਲ ਜੀਏ ਕਿ ਦੁਨੀਆ ਮਿਸਾਲ ਦੇਵੇ ਕਿ ਵੀ ਇਹ ਜ਼ਿੰਦਗੀ ਸ਼ਾਨ ਨਾਲ ਜੀ ਕੇ ਗਿਆ ਹੈ। ਤਾਂ ਕੱਲ ਨੂੰ ਮਰੀਏ ਤਾਂ ਡਰ ਡਰ ਕੇ ਨਹੀਂ, ਹਾਏ ਹਾਏ ਕਰਕੇ ਨਹੀਂ, ਇਦਾਂ ਮਰੀਏ ਕਿ ਦੁਨੀਆ ਦੇਖੇ ਇਹਦੀ ਜ਼ਿੰਦਗੀ ਵੀ ਸ਼ਾਨ ਦੀ ਸੀ ਤੇ ਇਹਦੀ ਮੌਤ ਵੀ ਸ਼ਾਨ ਵਾਲੀ ਹੈ। ਉਹ ਮਜ਼ਾ ਹੀ ਇਹ ਹੈ ਜ਼ਿੰਦਗੀ ਦਾ। ਕਹਿੰਦਾ ਮਰੀਏ ਵੀ ਕਹਿ ਦਿਓ ਸ਼ਾਨ ਨਾਲ। ਔਰ ਇਹ ਉਹੀ ਕਰ ਸਕਦਾ ਜਿਹੜਾ ਪਿਆਰ ਸ਼ਾਨ ਨਾਲ ਕਰਨਾ ਸਿੱਖ ਗਿਆ, ਕਿਉਂਕਿ ਪਤਾ ਹੈ ਕਿ ਜਿਹਦੇ ਨਾਲ ਪਿਆਰ ਹੈ ਨਾ, ਜਦੋਂ ਉਹਦੇ ਹੋ ਗਏ ਤਾਂ ਫਿਰ ਚਿੰਤਾ ਕਾਦੀ ਰਹਿ ਗਈ, ਫਿਕਰ ਕਾਦੀ ਰਹਿ ਗਈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਕਰੀਏ ਦੂਰ ਆਪਣੇ ਅੰਦਰਲੀਆਂ, ਫਿਰ ਕਵਾਂਗੇ એનર્ਜੀ ਵਧਾਣੀ ਹੈ ਨਾ। ਫਿਰ ਅੱਜ ਤੋਂ ਦੇਖੋ ਨਾ, ਆਹ ਦੇਖ ਕ੍ਰੋਧ ਮੇਰੇ ਅੰਦਰ ਬਾਰ-ਬਾਰ ਆਉਂਦਾ ਹੈ, ਉਹ ਬਾਰ-ਬਾਰ ਤੇਰਾ ਖੂਨ ਚੂਸੀ ਨਾ, ਤੂੰ ਆਹਾ ਕਰ ਰਿਹਾ। ਬੋਲੋ ਸਮਝਦੇ ਹੋ ਕਿ ਨਹੀਂ? ਜਾਣੋ, ਕਿਉਂਕਿ ਫਿਰ ਕਵਾਂਗੇ ਆਪਣੇ ਅੰਦਰਲੇ ਦੋਸ਼ਾਂ ਨੂੰ ਦੇਖੋ, ਸਮਝੋ ਔਰ ਉਹਨਾਂ ਦਾ ਅੰਤ ਕਰੋ। ਫੇਰ ਹੀ ਤੁਹਾਡੀ ਮੁਕਤੀ ਹੈ ਦੁੱਖਾਂ ਤੋਂ, ਫੇਰ ਹੀ ਤੁਹਾਡੀ ਮੁਕਤੀ ਹੈ ਪਰੇਸ਼ਾਨੀਆਂ ਤੋਂ, ਫੇਰ ਹੀ ਤੁਹਾਡੀ ਮੁਕਤੀ ਹੈ ਅਸਫਲਤਾ ਤੋਂ। ਔਰ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ। ਔਰ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੁੰਦਾ ਹੈ ਨਾ, ਉਹਨਾਂ ਦੀ ਸੁਬਾਹ ਪਤਾ ਕਿੱਦਾਂ ਹੁੰਦੀ ਹੈ? ਅੱਛਾ, ਅੱਜ ਸੁਬਾਹ ਹੋਈ ਤੁਹਾਡੀ? ਸੱਚੀ ਸੁਬਾਹ ਹੋਈ? ਸੁਬਾਹ ਹੋਈ ਜਾਂ ਸਵੇਰ? ਜਵਾਬ ਦਿਓ। ਸੁਬਾਹ ਹੋਈ ਜਾਂ ਸਵੇਰ? ਅੱਜ ਹੈ ਆਵਾਜ਼, ਇੱਕ ਤਾਂ ਜਵਾਬ ਬਹੁਤ ਘੱਟ ਦਿੰਦੇ ਤੁਸੀਂ। ਹੁਣ ਇੱਕ ਗੱਲ ਫੇਰ ਕਹਾਂਗੇ, ਸਵੇਰ ਸਾਰਿਆਂ ਦੀ ਹੁੰਦੀ ਹੈ, ਪਰ ਸੁਬਾਹ ਨਾ ਉਹ ਸਾਡੇ ਵਰਗੇ ਆਸ਼ਕਾਂ ਦੀ ਹੁੰਦੀ ਹੈ। ਹੁਣ ਤੁਸੀਂ ਕਹਾਂਗੇ ਉਹ ਕਿੱਦਾਂ? ਉਹਦਾ ਰਾਜ ਹੈ। ਸਵੇਰ ਸਾਰਿਆਂ ਦੀ ਹੁੰਦੀ ਹੈ, ਪਸ਼ੂ ਪੰਛੀ ਜਾਨਵਰਾਂ ਦੀ ਵੀ ਹੁੰਦੀ ਹੈ, ਪਰ ਸੁਬਾਹ ਪਤਾ ਕਿਹਨਾਂ ਦੀ ਹੁੰਦੀ ਹੈ? ਸਾਡੇ ਵਰਗੇ ਆਸ਼ਕਾਂ ਦੀ। ਜਦੋਂ ਅੱਖ ਖੁੱਲਦੀ ਹੈ ਕਹਿੰਦੇ ਵਾਹ ਸੂ ਵਾਹ, ਸੂ ਵਾਹ, ਵਾਹ ਵਾਹ, ਸ਼ੁਕਰ ਹੈ ਰੱਬਾ ਇੱਕ ਦਿਨ ਹੋਰ ਮਿਲ ਗਿਆ। ਵਾਕਈ ਸੂ ਵਾਹ। ਕਦੀ ਵਾਹ ਗਿਆ ਸਵੇਰੇ ਉੱਠ ਕੇ? ਪਰ ਤੁਸੀਂ ਹਾਏ ਦਿਨ ਚੜ ਗਿਆ, ਹਾਏ ਹੁਣ ਕੰਮ ਤੇ ਜਾਣਾ ਪੈਣਾ। ਤੁਹਾਡੀ ਸ਼ੁਰੂਆਤ ਹੀ ਹਾਏ ਹਾਏ ਹੁੰਦੀ ਹੈ। ਹੁਣ ਜਦੋਂ ਸ਼ੁਰੂਆਤ ਹੀ ਹਾਏ ਨਾ ਹੋਣੀ ਹੈ ਤਾਂ ਜ਼ਿੰਦਗੀ 'ਚ ਹਾਏ ਹਾਏ ਹੀ ਹੋਣੀ ਹੈ। ਸਮਝਦੇ ਹੋ ਕਿ ਨਹੀਂ? ਹਾਏ ਹੁਣ ਸਕੂਲ ਭੇਜਣਾ ਬੱਚਿਆਂ ਨੂੰ, ਹਾਏ ਰੋਟੀ ਬਣਾਉਣੀ ਪੈਣੀ ਹੈ, ਹਾਏ ਆਫਿਸ ਜਾਣਾ ਪੈਣਾ ਹੈ, ਹਾਏ ਕਿਹੜਾ ਸਵੇਰੇ ਸਵੇਰੇ ਉੱਠ ਕੇ ਆਹ ਕਰੇ। ਕਾਹਤੋਂ ਸ਼ੁਰੂ ਹੁੰਦੀ ਤੁਹਾਡੀ? ਔਰ ਇਦਾਂ ਹਾਏ ਨਹੀਂ ਤਾਂ ਫਿਰ ਦੂਜੀ ਹਾਏ, ਮੋਬਾਈਲ ਖੋਲਦੇ ਹਾਏ ਹੈ, ਹਾਏ ਕਿਸੇ ਦੂਜੇ ਨੇ ਮੈਸੇਜ ਭੇਜਣ ਦਾ ਹਾਏ। ਉਹ ਹਾਏ ਹਾਏ ਜ਼ਰੂਰੀ ਕਰਨੀ ਸਵੇਰੇ ਸਵੇਰੇ? ਕਿਉਂ ਨਹੀਂ ਅੱਖ ਖੋਲ ਕੇ ਕਹਿੰਦੇ ਵਾਹ ਸੂ? ਸੂ ਦਾ ਮਤਲਬ ਹੁੰਦਾ ਸ਼ੁਭ, ਵਾਹ ਦਾ ਮਤਲਬ ਹੁੰਦਾ ਵਾਹ ਮਜ਼ਾ ਆ ਗਿਆ। ਜਿੱਦਾਂ ਬੰਦਾ ਕਹਿੰਦਾ ਨਾ ਵਾਹ, ਕਹਿੰਦੇ ਨਾ ਉਹ ਇੱਕ ਐਡ ਆਉਂਦੀ ਹੁੰਦੀ ਹੈ, ਵਾਹ ਉਸਤਾਦ ਵਾਹ। ਉਹ ਵਾਹ ਦਾ ਮਤਲਬ ਬਹੁਤ ਵਧੀਆ। ਹੁਣ ਤੁਸੀਂ ਚੈੱਕ ਕਰੋ ਕਿ ਤੁਹਾਡੀ ਸਵੇਰ ਹੁੰਦੀ ਹੈ, ਕਿਉਂਕਿ ਸਵੇਰ ਤਾਂ ਪਸ਼ੂਆਂ ਦੀ ਵੀ ਹੁੰਦੀ ਹੈ, ਪੰਛੀਆਂ ਦੀ ਵੀ ਹੁੰਦੀ ਹੈ। ਕੁੱਕੜ ਵੀ ਜਾਗ ਜਾਂਦੇ ਆ, ਬਾਂਗ ਦਿੰਦੇ ਕਿ ਸਵੇਰ, ਕਹਿ ਦਿਓ। ਹੁਣ ਤੁਸੀਂ ਮੁਰਗੇ ਦੀ ਤਰ੍ਹਾਂ ਹੀ ਅੱਖਾਂ ਖੋਲਦੇ ਹੋ, ਜਾਂ ਵਾਕਈ ਸਾਡੇ ਵਾਲੀ ਸੁਬਾਹ ਹੁੰਦੀ ਹੈ ਕਿ ਜਦੋਂ ਹੋਵੇ ਨਾ ਸੂ? ਸੂ ਦਾ ਮਤਲਬ ਫਿਰ ਕਹਾਂਗੇ ਕਿ ਸੂ ਦਾ ਮਤਲਬ ਅੱਛਾ, ਸ਼ੁਭ, ਕਿਉਂਕਿ ਸ਼ੁਭ ਦੇ ਵਿੱਚ ਸੂ ਆਉਂਦਾ ਹੈ। ਔਰ ਵਾਹ ਦਾ ਮਤਲਬ ਬਹੁਤ। ਇਸ ਲਈ ਜਦੋਂ ਅਸੀਂ ਕਹਿੰਦੇ ਨੇ ਇਹ ਸ਼ੁਭ ਸਵੇਰ, ਇਹ ਸ਼ੁਭ ਦਿਨ ਚੜਿਆ ਹੈ, ਕਿਉਂਕਿ ਅਸੀਂ ਜੀ ਰਹੇ ਹਾਂ, ਸਵਾਸ ਲੈ ਰਹੇ ਹਾਂ, ਅੱਖਾਂ ਖੁੱਲੀਆਂ, ਤਾਂ ਇਹਦਾ ਮਤਲਬ ਸ਼ੁਭ ਹੀ ਹੈ। ਉਹ ਸ਼ੁਭ ਤਾਂ ਉਹਨਾਂ ਵਾਸਤੇ ਹੋਵੇ ਜਿਹੜੇ ਉੱਠੇ ਹੀ ਨਹੀਂ, ਜਿਨ੍ਹਾਂ ਦੀ ਅਰਥੀ ਤਿਆਰ ਹੋ ਰਹੀ ਹੈ, ਜਿਨ੍ਹਾਂ ਦੀ ਚਿਤਾ ਸੱਜ ਰਹੀ ਹੈ, ਉਹਨਾਂ ਵਾਸਤੇ ਅਸ਼ੁਭ ਸੀ, ਪਰ ਸਾਡੇ ਵਾਸਤੇ ਸ਼ੁਭ ਹੈ ਕਿਉਂਕਿ ਅੱਖਾਂ ਖੁੱਲ ਗਈਆਂ। ਇਸ ਲਈ ਅੱਜ ਤੋਂ ਸਵੇਰੇ ਉੱਠ ਕੇ ਨਾ ਸਭ ਤੋਂ ਪਹਿਲਾਂ ਤੁਸੀਂ ਵੀ ਸਾਡੇ ਵਾਲੀ ਸੁਬਾਹ ਕਰਨੀ ਹੈ। ਕਰੋਗੇ ਕਿ ਨਹੀਂ? ਵਾਅਦਾ ਕਰੋ ਸਾਡੇ ਨਾਲ ਕਿ ਜਿੱਦਾਂ ਹੀ ਉੱਠੋ ਅੱਖਾਂ ਖੁੱਲਣ ਤੇ ਨਾਲ ਹੀ ਸੂ ਵਾਹ। ਕਿੱਦਾਂ ਕਹਿਣਾ ਹੈ? ਸੂ ਵਾਹ, ਕਿਉਂਕਿ ਸੂ ਇੱਕ એનર્ਜੀ ਹੈ ਜੋ ਸ਼ੁਭ ਦਾ ਸੰਕੇਤ ਦਿੰਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿਹਦਾ ਕਹਿੰਦੇ ਨਾ ਕਿਸੇ ਅੱਗੇ ਸ਼੍ਰੀ ਲਾ ਦਿਓ ਤਾਂ ਇਹਦਾ ਮਤਲਬ, ਸ਼੍ਰੀ ਦਾ ਮਤਲਬ ਕੀ ਹੈ? ਸ੍ਰੇਸ਼ਟ, ਉੱਤਮ। ਉਹ ਛੋਟੇ ਛੋਟੇ ਅੱਖਰਾਂ ਦੇ ਮਕਸਦ ਹੁੰਦੇ ਆ। ਕਿਸੇ ਅੱਗੇ ਮਿਸਟਰ ਲਾ ਦਿਓ ਤਾਂ ਇਹਦਾ ਮਤਲਬ ਮਿਸਟਰ ਉਹਨੂੰ ਇੱਜ਼ਤ ਦੇਣ ਨੂੰ ਹੈ। ਇਸ ਲਈ ਸੂ ਦਾ ਮਤਲਬ ਹੁੰਦਾ ਸ਼ੁਭ। ਔਰ ਵੈਸੇ ਵੀ ਇੱਕ ਅਕਸ਼ਰ ਲਿਖਿਆ ਹੁੰਦਾ ਸ਼ੁਭ ਲਾਭ ਲਿਖਿਆ ਹੁੰਦਾ ਕਿ ਨਹੀਂ?
ਕਈਆਂ ਨੇ ਦੁਕਾਨ ਤੇ ਲਿਖਿਆ ਹੁੰਦਾ, ਕਈਆਂ ਨੇ ਸਿੱਕਿਆਂ ਤੇ ਲਿਖਿਆ ਹੁੰਦਾ, ਕਈਆਂ ਨੇ ਗੱਲਿਆਂ ਤੇ ਲਿਖਿਆ ਹੁੰਦਾ ਸ਼ੁਭ ਲਾਭ। ਤਾਂ ਉੱਥੇ ਵੀ ਇਸ਼ਾਰਾ ਇਹੀ ਹੁੰਦਾ ਹੈ ਕਿ ਭਾਈ ਲਾਭ ਤੋਂ ਪਹਿਲਾਂ ਹਮੇਸ਼ਾ ਸ਼ੁਭ ਆਂਦਾ ਹੈ, ਯਾਨੀ ਸ਼ੁਭ ਕਰੇਗਾ, ਸ਼ੁਭ ਕਰਮ ਕਰੇਗਾ ਤਾਂ ਲਾਭ ਵੀ ਤੈਨੂੰ ਫੇਰ ਹੀ ਹੋਏਗਾ। ਜਦ ਤੱਕ ਤੂੰ ਕੁਝ ਸ਼ੁਭ ਕਰਮ ਨਹੀਂ ਕਰੇਗਾ, ਕੁਝ ਅੱਛਾ ਕਰਮ ਨਹੀਂ ਕਰੇਗਾ, ਕੋਈ ਨੇਕੀ ਨਹੀਂ ਕਰੇਗਾ, ਉਦੋਂ ਤੱਕ ਜੀਵਨ 'ਚ ਲਾਭ ਕਦੀ ਕਹਿ ਦਿਓ। ਫਿਰ ਲਾਭ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਭ ਤੋਂ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਇੱਕ ਗੱਲ ਕਹਿਣੀ ਚਾਹਾਂਗੇ ਕਿ ਜਦੋਂ ਤੁਹਾਨੂੰ ਨੇਕੀਆਂ ਕਰਨ ਬਾਰੇ ਕਿਹਾ ਜਾਂਦਾ ਨਾ ਕਿ ਅੱਛੇ ਕਰਮ ਕਰੋ, ਨੇਕੀ ਕਰੋ, ਤਾਂ ਨੇਕੀ ਕਰਨ ਨੂੰ ਕਿਉਂ ਕਿਹਾ ਜਾਂਦਾ ਹੈ? ਉਹਦਾ ਇੱਕ ਮਕਸਦ ਹੈ, ਕਿਉਂਕਿ ਜਦੋਂ ਅਸੀਂ ਇੱਕ ਨੇਕੀ ਕਰਦੇ ਹਾਂ ਨਾ ਤਾਂ ਸਾਡੀ ਇੱਕ ਨੇਕੀ ਉੱਠਣ ਵਾਲੇ ਇੱਕ ਕਦਮ ਦੀ ਤਰ੍ਹਾਂ ਹੁੰਦੀ ਹੈ। ਜਿੱਦਾਂ ਸਮਝ ਲਓ ਸਾਹਮਣੇ ਮੰਜ਼ਿਲ ਹੈ, ਅਸੀਂ ਉਹ ਮੰਜ਼ਿਲ ਨੂੰ ਪਾਣਾ ਹੈ ਤਾਂ ਇੱਕ ਇੱਕ ਕਦਮ ਵਧਾਉਂਦੇ ਚਲੇ ਜਾਵਾਂਗੇ ਤਾਂ ਇੱਕ ਦਿਨ ਮੰਜ਼ਿਲ ਵੀ ਸਾਨੂੰ ਮਿਲ ਜਾਏਗੀ। ਤਾਂ ਨੇਕੀ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਨੇਕੀ ਕਰਦੇ ਹਾਂ ਨਾ, ਇਹ ਨੇਕੀ ਉਸ ਕਦਮ ਦੀ ਤਰ੍ਹਾਂ ਹੈ ਕਿ ਜਦੋਂ ਇੱਕ ਨੇਕੀ ਕਰਦੇ ਹਾਂ ਤਾਂ ਅਸੀਂ ਇੱਕ ਕਦਮ ਆਪਣੇ ਰੱਬ ਦੀਆਂ ਰਹਿਮਤਾਂ ਦੇ, ਆਪਣੇ ਰੱਬ ਦੇ ਨੇੜੇ ਹੋ ਜਾਂਦੇ ਹਾਂ। ਤਾਂ ਜਿੰਨੀਆਂ ਅਸੀਂ ਨੇਕੀਆਂ ਕਰਦੇ ਚਲੇ ਜਾਂਦੇ ਹਾਂ, ਇਹ ਸਮਝ ਲਓ ਨੇਕੀਆਂ ਕਰਨ ਵਾਲਾ ਇਨਸਾਨ ਉਸ ਰਸਤੇ ਚੱਲ ਰਿਹਾ ਹੈ ਜਿਸ ਰਸਤੇ ਚੱਲ ਕੇ ਇਹਦਾ ਜਨਮ, ਇਹਦਾ ਜੀਵਨ ਸਫਲ ਹੋਣਾ ਹੈ ਔਰ ਇਹਨੂੰ ਪ੍ਰਮਾਤਮਾ ਪ੍ਰਭੂ ਦੀ, ਉਹਦੀਆਂ ਰਹਿਮਤਾਂ ਦੀ ਪ੍ਰਾਪਤੀ ਹੋਣੀ ਹੈ। ਔਰ ਜਿੱਦਾਂ ਗੁਰੂਆਂ ਨੇ ਕਿਹਾ, ਬਹੁਤ ਜਨਮ ਵਿਛੜੇ ਥੇ ਮਾਧੋ ਜੇ ਜਨਮ ਤੁਮਾਰੇ ਲੇਖੇ, ਉਹਨਾਂ ਦਾ ਜੀਵਨ ਹੀ ਲੇਖੇ ਲੱਗਦਾ ਜੋ ਨੇਕੀਆਂ ਕਰਦੇ ਆ, ਨੇਕੀਆਂ ਦੇ ਮਾਰਗ ਤੇ ਚੱਲਦੇ ਆ। ਹੁਣ ਚੈੱਕ ਕਰਨਾ ਕਿ ਅਸੀਂ ਰੋਜ਼ ਕਿੰਨੇ ਕਦਮ ਰੱਬ ਦੀ ਤਰਫ ਚੱਲਦੇ ਆ। ਇਹਦਾ ਮਤਲਬ ਇਹ ਰੋਜ਼ ਕਿੰਨੀਆਂ ਨੇਕੀਆਂ ਕਰਦੇ ਆ, ਕਾਊਂਟ ਕਰੋ, ਗਿਣੋ। ਅੱਜ ਮੈਂ 2 ਨੇਕੀਆਂ ਕੀਤੀਆਂ, ਇਹਦਾ ਮਤਲਬ ਅੱਜ 24 ਘੰਟੇ 'ਚ ਮੈਂ 2 ਕਦਮ ਹੀ ਆਪਣੇ ਰੱਬ ਵੱਲ ਤੁਰਿਆ। ਅੱਜ ਮੈਂ 10 ਨੇਕੀਆਂ ਕੀਤੀਆਂ, ਇਹਦਾ ਮਤਲਬ ਅੱਜ 10 ਕਦਮ ਆਪਣੇ ਰੱਬ ਵੱਲ ਤੁਰਿਆ। ਹੁਣ ਮੈਂ ਕੀ ਚਾਹੁੰਦਾ ਹਾਂ ਕਿ ਮੈਨੂੰ ਮੇਰਾ ਰੱਬ, ਉਹਦੀ ਰਹਿਮਤ ਕਦੋਂ ਮਿਲੇ? ਕਿ ਮੈਂ ਚਾਹੁੰਦਾ ਕਿ 10 ਸਾਲ ਬਾਅਦ ਮਿਲੇ, 20 ਸਾਲ ਬਾਅਦ ਮਿਲੇ, 50 ਸਾਲ ਬਾਅਦ ਮਿਲੇ? ਤਾਂ ਹੁਣ ਇਹ ਸਾਡੇ ਤੇ ਹੈ ਕਿ ਜਿੰਨੀ ਅਸੀਂ ਅੱਛਾਈ ਆਪਣੇ ਅੰਦਰ ਪੈਦਾ ਕਰ ਲਵਾਂਗੇ, ਜਿੰਨਾ ਅਸੀਂ ਨੇਕ ਕਰਮ ਕਰਨਾ ਸ਼ੁਰੂ ਕਰ ਦੇਵਾਂਗੇ, ਉਨੀ ਜਲਦੀ ਆਪਣੇ ਰੱਬ ਦੇ ਨੇੜੇ ਹੋ ਜਾਵਾਂਗੇ। ਇਹ ਗੱਲ ਯਾਦ ਰੱਖੋ, ਖੁਸ਼ੀਆਂ ਸਾਰੇ ਹੀ ਚਾਹੁੰਦੇ ਹੈ, ਕਾਮਯਾਬੀ ਸਾਰੇ ਹੀ ਚਾਹੁੰਦੇ ਹੈ, ਸਫਲਤਾ ਸਾਰੇ ਹੀ ਚਾਹੁੰਦੇ ਹੈ, ਪਰ ਸਿਰਫ ਚਾਹਣ ਨਾਲ ਹੀ ਕਾਮਯਾਬੀ ਨਹੀਂ ਮਿਲਦੀ, ਚਾਹਣ ਨਾਲ ਹੀ ਖੁਸ਼ੀਆਂ ਨਹੀਂ ਮਿਲਦੀਆਂ, ਚਾਹਣ ਨਾਲ ਹੀ ਸਫਲਤਾ ਨਹੀਂ ਮਿਲਦੀ। ਸਫਲਤਾ, ਖੁਸ਼ੀਆਂ, ਕਾਮਯਾਬੀ ਨੂੰ ਹਾਸਲ ਕਰਨ ਵਾਸਤੇ ਮਿਹਨਤ ਵੀ ਕਹਿ ਦਿਓ। ਹੁਣ ਇੱਕ ਬੱਚਾ ਪਾਸ ਹੋਣਾ ਚਾਹੁੰਦਾ ਤਾਂ ਮਿਹਨਤ ਵੀ, ਇੱਕ ਬੰਦਾ ਪਹਾੜ ਦੀ ਚੋਟੀ ਤੇ ਪਹੁੰਚਣਾ ਚਾਹੁੰਦਾ ਉਹਨੂੰ ਮਿਹਨਤ ਵੀ ਕਰਨੀ ਪੈਣੀ ਹੈ ਕਿ ਨਹੀਂ? ਤਾਂ ਜੇ ਬੰਦਾ ਸੋਚੇ ਘਰ ਬੈਠੇ ਬੈਠੇ ਹੀ ਚੋਟੀ ਤੇ ਪਹੁੰਚ ਜਾਵਾਂ, ਜਾਂ ਇੱਕ ਬੰਦਾ ਸੋਚੇ ਮੈਂ ਤਾਂ ਘਰ ਬੈਠਾ ਰਹਾਂ, ਮੇਰੀ ਜਗ੍ਹਾ ਨਾ ਉਹ ਜਿਮ ਜਾ ਕੇ ਮੇਰੀ ਬੋਡੀ ਬਣਾ ਦੇਵੇ, ਇਹਦਾ ਹੋ ਜਾਣੀ ਹੈ। ਕਿਉਂਕਿ ਜਿਹਨੇ ਸਿਹਤ ਬਣਾਉਣੀ ਹੈ ਮਿਹਨਤ ਵੀ ਉਹਨੂੰ ਹੀ, ਜਿਹਨੇ ਪਾਣੀ ਪੀਣਾ ਪਿਆਸ ਵੀ ਉਹਦੀ ਬੁਝਣੀ ਹੈ। ਬੰਦਾ ਕਹੇ ਭੁੱਖ ਮੈਨੂੰ ਲੱਗੀ ਪਰ ਰੋਟੀ ਤੂੰ ਖਾਇਆ ਮੇਰੀ ਜਗ੍ਹਾ, ਯਾਰ ਮੇਰਾ ਪੇਟ ਭਰ ਜਾਵੇ, ਕਦੀ ਹੋਏਗਾ ਇਦਾਂ? ਜਰਾ ਸਮਝਣਾ ਸਾਰਿਆਂ ਨੇ। ਹੁਣ ਇੱਥੋਂ ਹੀ ਪਤਾ ਲੱਗਦਾ, ਅੱਜ ਬੰਦਾ ਕਹਿੰਦਾ ਰੱਬਾ ਰਹਿਮਤ ਕਰ, ਪਰ ਰਹਿਮਤ ਵਾਸਤੇ ਹੀ ਕਰਦੇ ਕੀ ਹੈ? ਜਿੱਦਾਂ ਕਹਿੰਦੇ ਨੇ, ਇੱਕ ਵਾਰ ਇੱਕ ਫਕੀਰਾਂ ਦੇ ਜੀਵਨ ਦਾ ਬੜਾ ਪਿਆਰਾ ਵਾਕਿਆ ਹੈ। ਇੱਕ ਫਕੀਰ, ਇੱਕ ਨਵਾਬ ਉਹਨਾਂ ਨਾਲ ਬੜਾ ਪਿਆਰ ਕਰਦਾ ਸੀ। ਤਾਂ ਨਵਾਬ ਨੇ ਜਦੋਂ ਵੀ ਟਾਈਮ ਮਿਲਣਾ ਉਹਨਾਂ ਦੇ ਦਰਸ਼ਨ ਕਰਨ ਆਉਣਾ। ਤਾਂ ਇੱਕ ਦਿਨ ਜਦੋਂ ਨਵਾਬ ਦਰਸ਼ਨ ਕਰਨ ਆਇਆ ਤਾਂ ਫਕੀਰਾਂ ਨੇ ਕਿਹਾ, ਉਹ ਨਵਾਬ, ਉਹ ਕਦੀ ਰੱਬ ਦੀ ਇਬਾਦਤ ਵੀ ਕਰ ਲਿਆ ਕਰ, ਰੱਬ ਦੀ ਬੰਦਗੀ ਵੀ ਕਰ ਲਿਆ ਕਰ, ਕੋਈ ਨੇਕੀ ਵੀ ਕਰ ਲਿਆ ਕਰ, ਦਾਨ ਪੁੰਨ ਵੀ ਕਰ ਲਿਆ ਕਰ। ਕਿਉਂਕਿ ਨਵਾਬ ਕੰਜੂਸ ਸੀ, ਦਾਨ ਪੁੰਨ ਵੀ ਨਹੀਂ ਕਰਨਾ, ਬਸ ਆ ਕੇ ਫਕੀਰਾਂ ਨੂੰ ਮਿਲ ਕੇ ਚਲੇ ਜਾਣਾ, ਰੱਬ ਦੀ ਬੰਦਗੀ ਵੀ ਨਹੀਂ ਕਰਨੀ। ਤਾਂ ਅੱਗੇ ਨਵਾਬ ਨੇ ਪਤਾ ਕੀ ਕਹਿਣਾ? ਕਹਿਣਾ ਉਹ ਰੱਬ ਦਿਆਲੂ ਹੈ, ਰੱਬ ਕਿਰਪਾਲੂ ਹੈ, ਉਹ ਰਹੀਮ ਹੈ, ਉਹ ਕਰੀਮ ਹੈ, ਮੈਂ ਇਬਾਦਤ ਕਰਾਂ ਚਾਹੇ ਨਾ ਕਰਾਂ, ਦਾਨ ਕਰਾਂ ਚਾਹੇ ਨਾ ਕਰਾਂ, ਉਹ ਕਰੀਮ ਆਪੇ ਹੀ ਕਰਮ ਕਰੇਗਾ, ਉਹ ਰਹੀਮ ਆਪੇ ਹੀ ਰਹਿਮ ਕਰੇਗਾ। ਕਿਉਂਕਿ ਜਿਹੜਾ ਦਿਆਲੂ ਹੋਵੇ ਨਾ ਦਇਆ ਹੀ ਕਰਨੀ ਹੈ। ਇਸ ਲਈ ਮੈਨੂੰ ਕੀ ਦਾਨ ਪੁੰਨ ਕਰਨ ਦੀ ਲੋੜ ਹੈ, ਮੈਨੂੰ ਕੀ ਰੱਬ ਦੀ ਬੰਦਗੀ ਕਰਨ ਦੀ ਲੋੜ ਹੈ, ਉਹ ਕਿਰਪਾਲੂ ਆਪੇ ਕਿਰਪਾ ਕਰੇਗਾ। ਹੁਣ ਜਦੋਂ ਵੀ ਫਕੀਰਾਂ ਨੂੰ ਸਮਝਾਉਣਾ, ਉਹਨੇ ਇਦਾਂ ਹੀ ਨਾ ਗੱਲਾਂ ਸੁਣਾ ਦੇਣੀਆਂ ਫਕੀਰਾਂ ਨੂੰ। ਤੇ ਇੱਕ ਦਿਨ ਕੀ ਹੋਇਆ, ਟਾਈਮ ਆਇਆ, ਫਸਲ ਬੀਜਣ ਦਾ ਟਾਈਮ ਆਇਆ, ਫਸਲ ਬੀਜਣ ਦਾ ਸਮਾਂ ਆਇਆ। ਜਦੋਂ ਫਸਲ ਬੀਜਣ ਦਾ ਸਮਾਂ ਆਇਆ ਤਾਂ ਨਵਾਬ ਜਿੱਦਾਂ ਦੱਸਿਆ ਕਿ ਕੰਜੂਸ ਤਾਂ ਸੀਗਾ ਹੀ, ਔਰ ਕੰਜੂਸ ਨੂੰ ਹਮੇਸ਼ਾ ਹੁੰਦਾ ਕਿ ਮੈਨੂੰ ਲਾਭ ਜ਼ਿਆਦਾ ਹੋਵੇ। ਇਸ ਲਈ ਉਹ ਨਾ ਦਾਣਿਆਂ ਨੂੰ ਲੈ ਕੇ ਫਕੀਰਾਂ ਦੇ ਕੋਲ ਗਿਆ ਔਰ ਜਾ ਕੇ ਕਹਿਣ ਲੱਗਾ, ਲਓ ਮਹਾਰਾਜ ਇਹਨਾਂ ਦਾਣਿਆਂ ਤੇ ਦੁਆ ਕਰ ਦਿਓ, ਬੇਨਤੀ ਕਰ ਦਿਓ, ਫਰਿਆਦ ਕਰ ਦਿਓ ਜਾਂ ਰਹਿਮਤ ਕਰ ਦਿਓ, ਕਿਉਂਕਿ ਇਹ ਦਾਣੇ ਮੈਂ ਦੂਜੇ ਦਾਣਿਆਂ 'ਚ ਮਿਲਾ ਕੇ ਆਪਣੇ ਜ਼ਮੀਨ 'ਚ ਬੋਣੇ ਹੈ। ਇਹ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਦੁਆ ਕਰ ਦਿਓ ਤਾਂ ਕਿ ਇਸ ਵਾਰ ਫਸਲ 10 ਗੁਣਾ ਜ਼ਿਆਦਾ ਚੰਗੀ ਹੋਵੇ। ਕੀ ਹੋਵੇ? ਕਿਉਂਕਿ ਕਹਿੰਦੇ ਫਕੀਰਾਂ ਦੀ ਦੁਆ 'ਚ ਬਰਕਤ ਹੁੰਦੀ ਹੈ। ਸੋ ਜੇ ਤੁਸੀਂ ਦੁਆ ਕਰ ਦੋਗੇ ਤਾਂ ਬਰਕਤ ਹੋਏਗੀ।
ਤਾਂ ਫਕੀਰ ਕਹਿੰਦੇ ਅੱਛਾ। ਫਕੀਰਾਂ ਨੇ ਦਾਣੇ ਫੜੇ ਚੱਕ ਕੇ ਇੱਦਾਂ ਰੱਖ ਲਏ। ਨਵਾਬ ਕਹਿੰਦਾ ਜੀ ਦੁਆ ਕਰੋ, ਦਿਓ ਮੈਨੂੰ। ਫਕੀਰ ਕਹਿੰਦੇ ਇੱਕ ਗੱਲ ਦੱਸ ਨਾ, ਦਾਣੇ ਜ਼ਮੀਨ 'ਚ ਬੀਜਣ ਦੀ ਕੀ ਲੋੜ ਹੈ? ਉਹ ਰੱਬ ਦਿਆਲੂ ਹੈ, ਉਹ ਰੱਬ ਕਿਰਪਾਲੂ ਹੈ, ਉਹ ਰਹੀਮ ਹੈ, ਉਹ ਕਰੀਮ ਹੈ। ਉਹ ਦਾਣੇ ਬੀਜਣ ਦੀ ਕੀ ਲੋੜ? ਆਪੇ ਹੀ ਫਸਲ ਉੱਗ ਜਾਏਗੀ, ਆਪੇ ਹੀ ਫਸਲ। ਕਿਉਂਕਿ ਜੇ ਹੈ ਹੀ ਦਿਆਲੂ ਕਿਰਪਾਲੂ, ਉਗਾਣੀ ਤਾਂ ਹੋਣਾ ਹੀ ਹੈ, ਤਾਂ ਆਪੇ ਹੀ ਉੱਗ ਆਏਗੀ। ਨਵਾਬ ਕਹਿੰਦਾ ਮਹਾਰਾਜ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਕਦੀ ਦਾਣਾ ਪਾਏ ਤੋਂ ਬਿਨਾਂ ਫਸਲ ਉੱਗਦੀ? ਉਹ ਜਿੰਨਾ ਮਰਜ਼ੀ ਕਿਰਪਾਲੂ ਹੋਵੇ, ਜਿੰਨਾ ਮਰਜ਼ੀ ਦਿਆਲੂ ਹੋਵੇ, ਪਰ ਉਹ ਇਹ ਵੀ ਕਹਿੰਦਾ ਨਾ ਦਾਣਾ ਪਾ ਤਾਂ ਫਸਲ ਉੱਗਣੀ ਹੈ, ਖਾਲੀ ਖੇਤਾਂ 'ਚ ਫਸਲ ਨਹੀਂ ਉੱਗਦੀ। ਮਹਾਰਾਜ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਫਕੀਰ ਕਹਿੰਦੇ ਨਵਾਬ ਇਹੀ ਤਾਂ ਅਸੀਂ ਸਮਝਾ ਰਹੇ ਹਾਂ ਕਿ ਜਿੱਦਾਂ ਉਹ ਰੱਬ ਜਿੰਨਾ ਮਰਜ਼ੀ ਦਿਆਲੂ ਹੋਵੇ, ਜਿੰਨਾ ਮਰਜ਼ੀ ਕਿਰਪਾਲੂ ਹੋਵੇ, ਜਿੰਨਾ ਮਰਜ਼ੀ ਰਹੀਮ ਕਰੀਮ ਹੋਵੇ, ਪਰ ਜੇ ਸਾਨੂੰ ਫਸਲ ਚਾਹੀਦੀ ਤਾਂ ਦਾਣਾ ਬੀਜਣਾ ਹੀ ਪੈਣਾ ਹੈ, ਤਾਂ ਹੀ ਫਸਲ ਦੇਗਾ। ਇਸੇ ਤਰ੍ਹਾਂ ਜੇ ਉਹਦੀਆਂ ਰਹਿਮਤਾਂ ਚਾਹੀਦੀਆਂ, ਬਰਕਤਾਂ ਚਾਹੀਦੀਆਂ, ਉਹ ਜਿੰਨਾ ਮਰਜ਼ੀ ਕਿਰਪਾਲੂ ਹੋਵੇ, ਜਿੰਨਾ ਮਰਜ਼ੀ ਦਿਆਲੂ ਹੋਵੇ, ਪਰ ਨੇਕੀਆਂ ਦੇ ਬੀਜ ਸਾਨੂੰ, ਸੇਵਾ ਸਿਮਰਨ ਦੇ ਬੀਜ ਸਾਨੂੰ ਬੋਣੇ ਹੀ ਪੈਣਗੇ, ਤਾਂ ਹੀ ਉਹ ਕਿਰਪਾਲੂ ਕਿਰਪਾ ਕਰੇਗਾ, ਦਿਆ ਕਰੇਗਾ। ਜੇ ਬਿਨਾਂ ਬੀਜ ਤੋਂ ਫਸਲ ਨਹੀਂ ਉੱਗ ਸਕਦੀ, ਚਾਹੇ ਉਹ ਜਿੰਨਾ ਮਰਜ਼ੀ ਦਿਆਲੂ ਕਿਰਪਾਲੂ ਹੋਵੇ, ਤਾਂ ਫਿਰ ਬਿਨਾਂ ਨੇਕੀਆਂ ਕੀਤਿਆਂ ਤੋਂ ਉਹਦੀ ਰਹਿਮਤ ਦੀ ਫਸਲ ਵੀ ਨਹੀਂ ਉੱਗ ਸਕਦੀ, ਚਾਹੇ ਉਹ ਜਿੰਨਾ ਮਰਜ਼ੀ ਦਿਆਲੂ ਕਿਰਪਾਲੂ ਹੋਵੇ। ਇਹ ਯਾਦ ਰੱਖੋ। ਹੁਣ ਤੁਸੀਂ ਇਹ ਤਾਂ ਮੰਨਦੇ ਹੋ ਉਹ ਦਿਆਲੂ ਹੈ, ਕਿਰਪਾਲੂ ਹੈ, ਰਹੀਮ ਹੈ, ਕਰੀਮ ਹੈ, ਮੰਨਦੇ ਹੋ ਕਿ ਨਹੀਂ? ਪਰ ਉਹਦੀ ਰਹਿਮਤ ਨੂੰ ਪਾਉਣ ਵਾਸਤੇ ਅਸੀਂ ਫਸਲ ਕਿਹੜੀ ਬੀਜ ਰਹੇ ਹਾਂ? ਯਾਨੀ ਕਰਮ ਕਿਹੜਾ ਕਰ ਰਹੇ ਹਾਂ ਅਸੀਂ? ਕਿਉਂਕਿ ਨੇਕ ਕਰਮ ਉਹ ਨੇਕ ਬੀਜ ਹੈ, ਅੱਛਾਈ ਉਹ ਨੇਕ ਬੀਜ ਹੈ ਕਿ ਜਦੋਂ ਅਸੀਂ ਅੱਛਾਈ ਦਾ ਬੀਜ ਬੋਂਦੇ ਆ ਤਾਂ ਪ੍ਰਮਾਤਮਾ ਦੀ ਕਿਰਪਾ, ਉਹਦੀ ਰਹਿਮਤ ਸਾਡੇ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਹੁਣੇ ਹੀ ਅੰਦਰ ਇੱਕ ਜੀਵ ਨੇ ਸਾਨੂੰ ਦੱਸਿਆ, ਮੋਰੋਕੋ ਗਿਆ ਸੀ। ਮੋਰੋਕੋ ਇੱਕ ਬਾਹਰਲੀ ਕੰਟਰੀ ਹੈ। ਉਹ ਕਿਹੜਾ ਜੀਵ ਹੈ? ਖੜ ਜਾਵੇ ਜ਼ਰਾ, ਕਿੱਥੇ ਬੈਠਾ? ਉਹ ਪਿੱਛੇ ਖੜ ਜਾਵੇ, ਖੜ ਜਾ। ਹੁਣ ਆਹ ਦੇਖੋ, ਆਹ ਜੀਵ ਕਹਿੰਦਾ ਮੋਰੋਕੋ ਤੋਂ ਮੈਂ ਵਾਪਸ ਆਣਾ ਸੀ, ਯਾਨੀ ਬਾਹਰਲੀ ਕੰਟਰੀ ਤੋਂ ਫਲਾਈਟ ਲੈ ਕੇ ਵਾਪਸ ਆਣਾ ਸੀ ਇੰਡੀਆ ਨੂੰ, ਪਰ ਮੈਂ ਟੈਸਟ ਕਰਵਾਇਆ, ਕਰੋਨਾ ਦਾ ਟੈਸਟ ਹੁੰਦਾ ਸੀ, ਫਿਰ ਫਲਾਈਟ 'ਚ ਜਾਂਦੇ ਸੀ। ਕਹਿੰਦਾ ਮੈਂ ਟੈਸਟ ਕਰਵਾਇਆ ਤਾਂ ਟੈਸਟ ਪੋਜ਼ਿਟਿਵ ਨਿਕਲਿਆ, ਯਾਨੀ ਕਰੋਨਾ ਪੋਜ਼ਿਟਿਵ। ਉੱਥੇ ਬਾਹਰ ਕਰੋਨਾ ਪੋਜ਼ਿਟਿਵ ਨਿਕਲਿਆ। ਕਹਿੰਦਾ ਮੇਰਾ ਆਣਾ ਜ਼ਰੂਰੀ ਸੀ, ਫਲਾਈਟ ਸੀ ਮੇਰੀ, ਟਾਈਮ ਮੇਰੇ ਕੋਲ ਹੈ ਨਹੀਂ ਸੀ। ਕਹਿੰਦਾ ਫਿਰ ਮੈਨੂੰ ਯਾਦ ਆਇਆ ਕਿ ਮਾਲਕ ਕਹਿੰਦੇ ਨਿਆਜ਼ ਦੀ ਬੇਨਤੀ ਕਰੋ। ਕਹਿੰਦਾ ਮੈਂ ਉੱਥੇ ਹੀ ਨਿਆਜ਼ ਦੀ ਬੇਨਤੀ ਕੀਤੀ ਔਰ ਮੈਂ ਨਿਆਜ਼ ਮਾਲਕਾਂ ਦੇ ਨਾਮ ਦੀ ਕੱਢ ਲਈ, ਔਰ ਉਸੇ ਵੇਲੇ ਮੈਂ ਦੁਬਾਰਾ ਟੈਸਟ ਕਰਾਇਆ ਤਾਂ ਮੇਰਾ ਰਿਜ਼ਲਟ ਨੈਗੇਟਿਵ ਆ ਗਿਆ, ਔਰ ਮੈਂ ਫਲਾਈਟ ਲੈ ਕੇ ਇੰਡੀਆ ਆਇਆ। ਤੁਹਾਡੇ ਸਾਹਮਣੇ ਖੜਾ ਹੈ, ਹੁਣੇ ਹੀ ਦੱਸਿਆ ਨਾ ਸਾਨੂੰ। ਨਾਲੇ ਨਿਆਜ਼ ਦੇ ਰਿਹਾ ਸੀ, ਨਾਲੇ ਦੱਸ ਰਿਹਾ ਸੀ, ਕਹਿੰਦਾ ਮਾਲਕੋ ਨਿਆਜ਼ ਕੱਢੀ ਸੀ। ਉਹ ਨਿਆਜ਼ ਇਹ ਕਿਹਾ ਕਾਹਦੀ? ਕਹਿੰਦਾ ਇਦਾਂ ਉੱਥੇ ਕਰੋਨਾ ਪੋਜ਼ਿਟਿਵ ਆ ਗਿਆ। ਕਿੰਨੇ ਮਹੀਨੇ ਪਹਿਲਾਂ ਦੀ ਗੱਲ ਹੈ? ਕਿੰਨੇ ਦਿਨ? ਪਰਸੋਂ ਦੀ ਗੱਲ ਹੈ, ਦੇਖ ਲਓ। ਪਹਿਲਾਂ ਪੋਜ਼ਿਟਿਵ, ਜਿੱਦਾਂ ਹੀ ਨਿਆਜ਼ ਦੀ ਬੇਨਤੀ ਕੀਤੀ ਉਸੇ ਵੇਲੇ, ਇਹ ਵੀ ਨਹੀਂ ਕਿ 14 ਦਿਨਾਂ ਬਾਅਦ, ਉਸੇ ਵੇਲੇ ਟੈਸਟ ਕਰਾਇਆ ਤਾਂ ਰਿਪੋਰਟ ਆ ਗਈ, ਤਾਂ ਫਲਾਈਟ 'ਚ ਬਹਿ ਕੇ ਆ ਵੀ ਗਿਆ। ਇਹ ਪਤਾ ਲੱਗਦਾ ਨਾ, ਹੁਣ ਨੇਕੀ ਦਾ ਬੀਜ ਬੋਵਾਂਗੇ ਤਾਂ ਰਿਜ਼ਲਟ ਉਸੇ ਵੇਲੇ ਕਹਿ ਦਿਓ। ਤਾਂ ਹੁਣ ਬੰਦਾ ਕਹਿੰਦਾ ਰੱਬਾ ਰਹਿਮਤ ਕਰ, ਉਹ ਰੱਬ ਕਹਿੰਦਾ ਮੈਂ ਤਾਂ ਤਿਆਰ ਹਾਂ, ਤੂੰ ਕਰ ਕੀ ਰਿਹਾ ਰਹਿਮਤ ਨੂੰ ਲੈਣ ਵਾਸਤੇ? ਖੱਲੀ ਰਹਿਮਤ ਹੀ ਮੰਗੀ ਜਾਂਦਾ ਹੈ। ਹੁਣ ਕਈ ਪਤਾ ਕੀ ਕਹਿੰਦੇ ਆ, ਪਹਿਲਾਂ ਰਹਿਮਤ ਹੋਏਗੀ ਫਿਰ ਨਿਆਜ਼ ਦੇਵਾਂਗੇ ਜਾਂ ਫਿਰ ਸੇਵਾ ਕਰਾਂਗੇ। ਤਾਂ ਭਾਈ ਤੂੰ ਖੇਤ ਨੂੰ ਵੀ ਜਾ ਕੇ ਕਹਿ, ਆ ਪਹਿਲਾਂ ਫਸਲ ਨਾਲ ਘਰ ਭਰਦੇ, ਦਾਣਾ ਤਾਂ ਬਾਅਦ ਚੋਂ ਬੀਜਾਂਗੇ, ਤਾਂ ਫਿਰ ਕਿੰਨੀ ਕੁ ਫਸਲ ਤੇਰੇ ਘਰ ਆ ਜਾਏਗੀ। ਇਹ ਵਿਸ਼ਵਾਸ ਹੈ। ਤਾਂ ਹੀ ਤਾਂ ਜੀਸਸ ਕ੍ਰਾਈਸਟ ਨੇ, ਬਾਈਬਲ ਦੇ ਅੰਦਰ ਲਾਈਨ ਆਉਂਦੀ, ਯਿਸੂ ਮਸੀਹ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿੰਦੇ ਇੱਕ ਉਹ ਹੁੰਦੇ ਹੈ ਜਿਹੜੇ ਕਹਿੰਦੇ ਹੈ ਕਿ ਪਹਿਲਾਂ ਮੈਂ ਦੇਖਣਾ ਹੈ ਫਿਰ ਵਿਸ਼ਵਾਸ ਕਰਨਾ ਹੈ। ਜੀਸਸ ਕਹਿੰਦੇ ਉਹ ਖਾਲੀ ਰਹਿ ਜਾਂਦੇ ਹੈ। ਜਿਹੜੇ ਕਹਿੰਦੇ ਪਹਿਲਾਂ ਮੈਂ ਦੇਖਣਾ ਹੈ ਫਿਰ ਮੈਂ ਵਿਸ਼ਵਾਸ ਕਰਨਾ ਹੈ, ਪਹਿਲਾਂ ਮੇਰਾ ਕੰਮ ਹੋਵੇ ਫਿਰ ਵਿਸ਼ਵਾਸ ਕਰਨਾ, ਉਹ ਖਾਲੀ ਰਹਿ ਜਾਂਦੇ ਹੈ। ਤਾਂ ਜਿਹੜੇ ਕਹਿੰਦੇ ਆ ਮੈਨੂੰ ਪਤਾ ਹੈ ਪਹਿਲਾਂ ਮੈਂ ਵਿਸ਼ਵਾਸ ਕਰਨਾ ਹੈ ਫਿਰ ਮੈਨੂੰ ਮਿਲਣਾ ਹੈ, ਉਹ ਸਦਾ ਭਰਪੂਰ ਹੋ ਕੇ ਚਲੇ ਜਾਂਦੇ ਹੈ। ਕਿਉਂਕਿ ਬਲੀਵਰ ਆਰ ਅਚੀਵਰ। ਬਲੀਵਰ ਕਹਿੰਦੇ ਵਿਸ਼ਵਾਸ ਕਰਨ ਵਾਲੇ ਹਮੇਸ਼ਾ ਪਾਣ ਵਾਲੇ ਹੁੰਦੇ ਆ। ਬਹਿ ਜਾ, ਇਹ ਹੁਣੇ ਹੀ ਇਹਨਾਂ ਅੰਦਰ ਦੱਸਿਆ। ਤਾਂ ਦੇਖੋ ਐਡੀ ਵੱਡੀ ਰਹਿਮਤ ਇੱਥੇ ਮਾਲਕਾਂ ਨੇ ਕੀਤੀ, ਤਾਂ ਸੰਗਤ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਸੀ ਕਿ ਜੇ ਇੱਥੇ ਰਹਿਮਤ ਹੋ ਸਕਦੀ ਹੈ ਤਾਂ ਅਸੀਂ ਵਿਸ਼ਵਾਸ ਰੱਖਾਂਗੇ, ਯਕੀਨ ਰੱਖਾਂਗੇ, ਤਾਂ ਫਿਰ ਸੋਚੋ ਸਾਡੇ ਤੇ ਕਿਉਂ ਨਹੀਂ ਹੋਏਗੀ? ਕਹਿ ਦਿਓ ਫਿਰ ਸਾਡੇ ਤੇ। ਆਵਾਜ਼ ਨਹੀਂ ਆਈ, ਇਹਦਾ ਮਤਲਬ ਚਾਹੁੰਦੇ ਨਹੀਂ ਰਹਿਮਤ। ਫਿਰ ਸੋਚੋ ਜੇ ਇੱਥੇ ਹੋ ਸਕਦੀ ਤਾਂ ਸਾਡੇ ਤੇ। ਬਸ ਲੋੜ ਤਾਂ ਕਾਹਦੀ ਹੈ? ਵਿਸ਼ਵਾਸ ਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੁੰਦਾ ਨਾ, ਉਹ ਇੱਕੋ ਹੀ ਗੱਲ ਕਹਿੰਦੇ ਹੈ। ਜਰਾ ਹੁਣ ਗੌਰ ਕਰਨਾ ਕਿਹੜੀ ਗੱਲ ਕਹਿੰਦੇ ਆ। ਹੁਣ ਉਹਨਾਂ ਅੰਦਰ ਇੱਕੋ ਹੀ ਗੱਲ ਹੁੰਦੀ ਹੈ, ਉਹਨਾਂ ਅੰਦਰ ਇੱਕੋ ਹੀ ਵਿਸ਼ਵਾਸ ਹੁੰਦਾ ਹੈ ਕਿ ਮੈਂ ਹਾਰਨੇ ਕੇ लिए नहीं
जीतने के लिए पैदा हुआ हूं और जीत कर दिखाऊंगा। मैं हारने के लिए नहीं, जीतने के लिए पैदा हुआ हूं और जीत कर दिखाऊंगा। भरोसा है मुझे खुद पर और उसकी रहमत पर, मैं अपनी मंजिल पाऊंगा। ਹੁਣ ਕਈ ਮੰਨ ਲੈਂਦੇ ਉਹ ਸਾਡੀ ਤਾਂ ਹਾਰ ਹੀ ਹੁੰਦੀ, ਪਤਾ ਨਹੀਂ ਜਨਮ ਹੀ ਹਾਰਨ ਵਾਸਤੇ ਮਿਲਿਆ ਹੈ, ਪਤਾ ਨਹੀਂ ਜ਼ਿੰਦਗੀ ਹਾਰਨ ਵਾਸਤੇ ਮਿਲੀ, ਕਿਤੇ ਸਫਲਤਾ ਹੀ ਨਹੀਂ ਮਿਲਦੀ। ਇਹਦਾ ਮਤਲਬ ਇਹ ਅੰਦਰ ਹਾਰ ਲੈ ਕੇ ਬੈਠੇ, ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ। ਕਿਉਂਕਿ ਫਿਰ ਕਹਾਂਗੇ ਜੈਸੀ ਸਾਡੇ ਅੰਦਰ ਸੋਚ ਹੋਣੀ ਨਾ, ਜੇ ਅਸੀਂ ਇਹੀ ਸੋਚੀ ਜਾਵਾਂਗੇ ਮੇਰਾ ਕੋਈ ਕੰਮ ਨਹੀਂ ਬਣਦਾ, ਮੈਨੂੰ ਕਿਤੇ ਸਫਲਤਾ ਨਹੀਂ ਮਿਲਦੀ, ਤਾਂ ਫਿਰ ਤੁਹਾਨੂੰ ਕਿਤੇ ਸਫਲਤਾ ਨਹੀਂ ਮਿਲਣੀ। ਲਿਖ ਕੇ ਲੈ ਲਓ, ਕਿਉਂਕਿ ਅੱਜ ਇਹ ਵਿਗਿਆਨ ਵੀ ਸਾਬਿਤ ਕਰ ਚੁੱਕਾ ਹੈ ਕਿ ਜੈਸਾ ਵਿਸ਼ਵਾਸ ਤੇਰੇ ਅੰਦਰ ਹੁੰਦਾ ਨਾ ਆਪਣੇ ਆਪ ਨੂੰ ਲੈ ਕੇ, ਮੇਰਾ ਕੰਮ ਨਹੀਂ ਬਣਨਾ, ਮੇਰਾ ਕੰਮ ਨਹੀਂ ਚੱਲਣਾ, ਜਾਂ ਮੈਨੂੰ ਸਫਲਤਾ ਨਹੀਂ ਮਿਲਣੀ, ਉਹਨੂੰ ਕਦੀ ਸਫਲਤਾ ਮਿਲਦੀ ਨਹੀਂ ਹੈ। ਕਿਉਂਕਿ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਫਿਰ ਰਿਜ਼ਲਟ ਵੀ ਸਾਨੂੰ ਉਦਾਂ ਦਾ ਹੀ। ਤਾਂ ਜੇ ਇਨਸਾਨ ਕਵੇ कि मैं हारने वास्ते नहीं, मैं हारने के लिए नहीं, जीतने के लिए पैदा हुआ हूं और जीत कर दिखाऊंगा। कह दो फिर दिखाना कि नहीं जित के, कहना कहना दिखाना है। चाहे बीमारी तो जितना होवे, चाहे परेशानियां तो जितना होवे, चाहे किसी के दिल नूं जितना होवे। बोलो समझते हो कि नहीं? क्योंकि दिल जितना भी बहुत बड़ी गल होंदी है। अपनी परेशानियां नूं जितना, अपनी बीमारी नूं जितना, अपनी तकलीफां नूं जितना, अपने दुखां नूं जितना, अपने जीवन की हर मुश्किल नूं जितना, ये बहुत बड़ी गल होंदी है। पर जे ना मान लिया कि मुश्किल बहुत बड़ी है, कित्थे दा हल होना है, बीमारी बहुत बड़ी है, कित्थे दा हल होना, इसदा मतलब पहले ही हार मन्नी हुई है। तो जिहड़ा पहले ही हार मन के बैठा उसदी जित कदी। हुण एक टीम खेल ही ये सोच के रही है हार जाना यार, हार जाना पक्की गल है, उन्हें हारना ही है। तो एक टीम खेलती है, कोई गल नहीं, अगे टीम जिन्नी मर्जी तगड़ी होवे, पर असीं जितण वास्ते आए हैं तो जित के जाना है। वो हुण पूरी जान लगा के लड़नगे, तो जिहड़ा पूरी जान लगाएगा उसकी जितण की संभावना भी 100% होंदी है। इसलिए तुसीं की सोचना अज तो हारन वास्ते पैदा होए हो? अच्छा एक गल का जवाब दे, जेड़े ये सोचते हैं, जेड़े ये सोचते हैं मैं हारन वास्ते पैदा होया, तो ऐसी कहांगे शर्म की गल है। क्योंकि वो एड्डी वड्डी ताकत ने तुहानू पैदा किया, तो हारन वास्ते नहीं पैदा किया। कदी वो रब हारिया, वो भगवान हारिया कदी? तो जे उन्हें तुहानू पैदा किया है तो तुहानू हारन वाली नहीं, जितने वाली ताकत दे के पैदा किया है। और ये कह के भेजा है कि मेरे बच्चे, मैं नहीं कदी हारिया, तुम ही कदी हार नहीं मननी, मैं सदा जितदा है, तू जित के दिखाना है। फिर पता लगेगा कि असीं वाकई ਉਹਦਾ खून है साडियां रगां च, ਉਹਦੇ ਨੂਰ ਤੋਂ ਅਸੀਂ बने हैं। तो जे पहले ही हार मन के बह जाइए तो फिर मतलब ਅਸੀਂ अपने रब ते यकीन करते नहीं है, ਉਹਦੀ ताकत ते यकीन नहीं करते। बोलो समझते हो अपने? इस करके विश्वास पैदा करो और ये गल कहो कि मैं हारने के लिए नहीं, जीतने के लिए पैदा, जीतने के लिए पैदा। जेड़ा जितने वास्ते पैदा होया कह दे फिर मैं जीतने के लिए पैदा और जीत कर, जीत कर, जीत कर, भरोसा है मुझे खुद पर और उसकी रहमत पर, मैं अपनी मंजिल, मैं अपनी मंजिल, मैं अपनी मंजिल। और मंजिल चाहे कोई भी होवे, पर मैनू जिंदगी दिती है जितने वास्ते, हर मंजिल नू हासिल करने वास्ते। बस मैं कोशिश करनी और मैनू यकीन है मैनू मंजिल जरूर। ये सोच और विश्वास होना चाहिए, लगन होनी चाहिए है। इंसान ने सोच लिया चंद ते पहुंचना है तो पहुंच गया कि नहीं? एडिसन, थॉमस एडिसन कहते 10,000 बार फेल होए बल्ब की खोज में। हुण जरा कोशिश देखो कितनी वड्डी की। तो बंदा अपने आप पूछे मैं हार मन के बह जाता एक अद्धी कोशिश में ही, एक बार नहीं होया तो शायद अगली बार भी नहीं होना। कहते एडिसन नूं पुछया ओ तुसीं 10,000 बार फेल होए तो तुसीं हार नहीं मन्नी, की महसूस होया तुहानू? वो कहते महसूस की होना सी, मैं एक ही सोच लैके तुरिया सी कि 10,000 की जे 10 लाख बार भी फेल हो जावा तो उदों तक नहीं रुकना जब तक मैनू मेरी मंजिल मिल नहीं जाती। और जेदी सोच ऐसी होवे ना मंजिल उन्होंने मिलती है। जेड़ा एक कोशिश करके 2 कोशिशें करके बह जावे गल नहीं बनी, मैनू सफलता नहीं मिलनी, तो या तेनू मिलनी तू लायक ही है नहीं सी, तू लायक ही है नहीं सी। क्योंकि जो 1-2 कोशिशें करने तो बाद हार के बह जाए ना, फिर रब भी देखता है, की पता रब देखता होवे
ਕਿ ਐਡੀ ਵੱਡੀ ਚੀਜ਼ ਇਹਨੂੰ ਦੇਣੀ ਹੈ, ਇਹਦੇ ਅੰਦਰ ਹਿੰਮਤ ਕਿੰਨੀ ਕੁ ਹੈ, ਹੌਸਲਾ ਕਿੰਨਾ ਕੁ ਹੈ। ਕਿਉਂਕਿ ਉਨੀ ਬੜੀ ਚੀਜ਼ ਉਹੀ ਸੰਭਾਲ ਸਕਦਾ ਹੈ ਜਿਹਦੇ ਅੰਦਰ ਹੌਸਲਾ ਹਿੰਮਤ ਬੜੀ ਹੋਵੇ, ਜਿਹਦਾ ਹੌਸਲਾ ਇੰਨਾ ਕੁ ਹੋਵੇ। ਕਈਆਂ ਦੇ ਹੌਸਲੇ ਡੱਡੂ ਵਾਲੇ ਹੁੰਦੇ ਆ। ਕਿਹੜੇ ਹੌਸਲੇ ਹੁੰਦੇ ਆ? ਡੱਡੂ ਕਹਿੰਦੇ ਮੇਂਢਕ। ਉਹ ਮਾੜੀ ਹੱਥ ਲਾਉਣ ਦੀ ਕੋਸ਼ਿਸ਼, ਉਹ ਟਪੂਸੀ ਮਾਰ ਦਿੰਦੇ। ਕਿਸੇ ਨੂੰ ਕਹਿੰਦਾ ਹੌਸਲਾ ਦਿਓ, ਉਹ ਟਪੂਸੀ ਮਲ ਵਿੱਚ ਕਿੱਥੇ, ਮੇਰੇ ਤੋਂ ਕਿੱਥੇ ਹੋਣਾ। ਉਹ ਭਾਈ ਇੰਨਾ ਕਹਿ ਰਹੇ ਵਿਸ਼ਵਾਸ ਰੱਖ ਹੋਏਗਾ। ਇਹ ਮੇਂਢਕ ਹੈ, ਜਿਹਨਾਂ ਨੂੰ ਸ਼ੇਰ ਬਣਾਉਣ ਦੀ ਕੋਸ਼ਿਸ਼ ਕਰੋ ਨਾ, ਟਪੂਸੀ ਮਾਰ ਕੇ ਇੱਧਰ, ਟਪੂਸੀ ਮਾਰ ਕੇ ਉੱਧਰ, ਤਾਂ ਤੁਹਾਨੂੰ ਕਹਾਂਗੇ ਮੇਂਢਕ ਵਾਲਾ ਹੌਸਲਾ ਨਹੀਂ ਸਾਨੂੰ ਚਾਹੀਦਾ, ਵਿਸ਼ਵਾਸ ਨਹੀਂ ਚਾਹੀਦਾ। ਸਾਡਾ ਵਿਸ਼ਵਾਸ ਤਾਂ ਇੰਨਾ ਪੱਕਾ ਹੋਣਾ ਚਾਹੀਦਾ ਕਿ ਗਰਦਨ ਉੱਤਰ ਸਕਦੀ ਹੈ, ਚਮੜੀ ਉੱਤਰ ਸਕਦੀ ਹੈ, ਪਰ ਸਾਡਾ ਵਿਸ਼ਵਾਸ ਇਹ ਨਹੀਂ ਉੱਤਰ ਸਕਦਾ। ਸਾਡੀ ਹੱਡੀ ਟੁੱਟ ਸਕਦੀ ਹੈ, ਪਰ ਸਾਡਾ ਵਿਸ਼ਵਾਸ, ਇਹਨੂੰ ਕਹਿੰਦੇ ਜ਼ਿੰਦਗੀ, ਇਹਨੂੰ ਕਹਿੰਦੇ ਜੀਵਨ। ਤੋ ਜਾਗੋ, ਉਠੋ। ਜਿਹਦਾ ਵਿਵੇਕਾਨੰਦ ਨੇ ਕਿਹਾ ਨਾ, ਉਠੋ ਜਾਗੋ ਔਰ ਉਦੋਂ ਤੱਕ ਨਾ ਰੁਕੋ ਜਦ ਤੱਕ ਤੁਹਾਨੂੰ ਤੁਹਾਡੀ ਮੰਜ਼ਿਲ ਮਿਲ ਨਾ ਜਾਵੇ। ਕਾਮਯਾਬੀ ਉਹਨਾਂ ਨੂੰ ਮਿਲਦੀ ਹੈ। इसलिए भरोसा है मुझे खुद पर और उसकी रहमत पर, मैं अपनी मंजिल और मंजिल पानी है कि नहीं। तो फिर ऐसा मुंह लटका के नहीं मंजिल मिलनी है। जिदा कई बैठे हुए मुंह लटका के रोन वाली सूरत बना के, रोन वाले पल्ले रोने ही पैंदे है। बोलो समझते हो कि नहीं। कई असीं देखिया है ना, वो हर वेले मुंह लटका के रखणगे। वो क्यों ਮੂੰਹ ਲਟਕਾ ਕੇ ਰੱਖਦੇ? ਕਿਉਂਕਿ ਆਦਤ ਬਣ ਜਾਂਦੀ। ਕਾਦੀ? ਲੋਕੀ ਮੇਰੇ ਤੇ ਤਰਸ ਕਰਨ, ਓਏ ਕੀ ਹੋ ਗਿਆ ਮੇਰੇ ਪਪਲੂ। ਉਹ ਸਹਾਨੁਭੂਤੀ ਲੱਭਦੇ ਰਹਿੰਦੇ, ਤਰਸ ਹੀ ਲੱਭਦੇ ਰਹਿੰਦੇ ਆ। ਯਾਦ ਰੱਖੋ, ਇਹ ਤਰਸ ਮੰਗਣਾ, ਇਹਦਾ ਮਤਲਬ ਸਾਡੀ ਬਿਰਤੀ ਭਿਖਾਰੀਆਂ ਵਾਲੀ ਹੈ। ਕਿਉਂਕਿ ਇੱਕ ਭਿਖਾਰੀ ਹਰ ਵੇਲੇ ਰੋਣੀ ਸ਼ਕਲ ਬਣਾ ਕੇ ਬੈਠਾ ਹੈ ਤਾਂ ਕਿ ਲੋਕਾਂ ਨੂੰ ਮੇਰੇ ਤੇ ਤਰਸ ਆਵੇ, ਤਾਂ ਮੈਨੂੰ ਭੀਖ ਮਿਲੇ। ਅੱਜ ਘਰ ਦੇ ਵਿੱਚ ਨਾ ਘਰ ਵਾਲੀਆਂ ਵੀ ਸਿਰ ਦਰਦ ਦਾ ਬਹਾਨਾ ਲੈ ਕੇ ਬਹਿ ਜਾਣਗੀਆਂ, ਘਰ ਵਾਲੇ ਦਾ ਤਰਸ ਮਿਲੇ। ਘਰ ਵਾਲੇ ਵੀ ਮਾੜੀ ਦਰਦ, ਅੱਜ ਬਹੁਤ ਦਰਦ ਹੁੰਦੀ ਤਾਂ ਕਿ ਘਰ ਵਾਲੀ ਦਾ ਪਿਆਰ ਮਿਲੇ। ਉਹ ਕਮਾਲ ਦੀ ਗੱਲ ਹੈ ਯਾਰ। ਆਹ ਜ਼ਿੰਦਗੀ ਹੈ ਤੁਹਾਡੀ। ਭਿਖਾਰੀ ਬਣ ਕੇ ਪਿਆਰ ਲੈਣਾ ਕਿਸੇ ਤੋਂ, ਉਹ ਕਰਨੀ ਐਸੀ ਕਰੋ ਕਿ ਮੈਂ ਭਿਕਸ਼ਾ 'ਚ ਪਿਆਰ ਨਹੀਂ ਲੈਣਾ, ਬਲਕਿ ਮੈਂ ਕਰਮ ਐਸੇ ਕਰਨੇ ਕਿ ਦੂਜਾ ਪਿਆਰ ਦੇਣ ਤੇ ਮਜਬੂਰ ਹੋ ਜਾਵੇ। ਤਰਸ ਕਰਕੇ ਕਿਉਂ ਪਿਆਰ ਲੈਣਾ? ਭਿਖਾਰੀ ਬਣ ਕੇ ਕਿਉਂ ਲੈਣੀ ਕਿ ਦੂਜਾ ਮੈਨੂੰ ਇੱਜ਼ਤ ਦੇਵੇ? ਭਿਖਾਰੀ ਬਣ ਕੇ ਹਾਏ ਮੇਰੇ ਕੀ ਹੋ ਗਿਆ ਪੈਰ। ਹੁਣ ਤੁਸੀਂ ਨਾ ਲੰਗੜਾ ਕੇ ਤੁਰਨਾ ਸ਼ੁਰੂ ਕਰ ਦਿਓ ਤਾਂ ਲੋਕੋ ਕੀ ਹੋ ਗਿਆ, ਕੀ ਹੋ ਗਿਆ, ਮਦਦ ਕਰੀਏ, ਮਦਦ। ਬੜਾ ਮਜ਼ਾ ਆ ਰਿਹਾ ਹੈ। ਆ ਮਜ਼ੇ ਦੀ ਗੱਲ ਹੈ। ਦੂਜੇ ਦਾ ਸਹਾਰਾ ਲੈਣਾ ਮਜ਼ੇ ਦੀ ਗੱਲ ਹੈ। ਉਹ ਜ਼ਿੰਦਗੀ ਐਸੀ ਬਣਾਓ ਕਿ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਮੈਨੂੰ ਸਹਾਰਾ ਦੇਣ ਵਾਲਾ ਮੇਰਾ ਮਾਲਿਕ ਕਾਫੀ ਹੈ। ਤੁਸੀਂ ਦੱਸੋ ਤੁਹਾਨੂੰ ਕਿਹਨੂੰ ਸਹਾਰਾ ਚਾਹੀਦਾ, ਮੈਂ ਦੇਣ ਨੂੰ ਤਿਆਰ। ਇਹ ਜ਼ਿੰਦਗੀ ਸਮਝਣਾ ਜ਼ਰਾ ਸਾਰਿਆਂ ਨੇ। ਆਪਣੀ ਜ਼ਿੰਦਗੀ ਐਸੀ ਬਣਾਓ। ਤਾਂ ਹੀ ਤਾਂ ਇਸੇ ਗੱਲ ਕਹੀ ਦੀ ਕਿ ਆਪਣਾ ਦਰਦ ਮੈਂ किसी को बताता नहीं, भरोसा है अपने मालिक पर, इसलिए मैं घबराता नहीं। घबराना क्यों? पर ਅੱਜ ਬੰਦੇ ਨੂੰ ਆਦਤ ਪੈ ਗਈ ਹੈ ਮਾੜੇ ਦਰਦ ਨੂੰ ਵਧਾ ਕੇ ਦੱਸਣਾ। ਜਿੱਦਾਂ ਕਈ ਵਾਰ ਬੁਖਾਰ 99 ਹੈ, 103 ਬੁਖਾਰ ਹੈ, ਤਾਂ ਕਿ ਅਗਲਾ ਮੈਨੂੰ ਫਿਕਰ ਜਿਹੀ ਕਰੇ, ਤਰਸ ਕਰੇ। ਔਰ ਜਦੋਂ ਕੋਈ ਤਰਸ, ਸੱਚੀ ਗੱਲ ਆਪਣਾ ਦੱਸਦੇ ਆਂ, ਕੋਈ ਸਾਡੇ ਤੇ ਤਰਸ ਕਰੇ ਨਾ, ਸਾਨੂੰ ਚੰਗਾ ਹੀ ਨਹੀਂ ਲੱਗਦਾ। ਕੋਈ ਅਸੀਂ ਭਿਖਾਰੀ ਥੋੜੀ ਤਰਸ ਲਈਏ ਤੇਰਾ। ਅਸੀਂ ਕਰਮ ਐਸੇ, ਅਸੀਂ ਤਾਂ ਰੱਬ ਨੂੰ ਵੀ ਕਹਿ ਦਿੱਤਾ ਸੀ। ਸੱਚੀ ਗੱਲ ਹੈ, ਕਈ ਵਾਰ ਦੱਸਿਆ, ਇੱਥੇ ਵੀ ਕਹਿਣਾ ਚਾਹਾਂਗੇ ਕਿ ਜਦੋਂ ਇਹ ਸ਼ੁਰੂ ਇਬਾਦਤ ਕੀਤੀ ਨਾ, ਭਗਤੀ ਦੀ ਸ਼ੁਰੂਆਤ ਕੀਤੀ, ਉਹ ਮੰਜ਼ਿਲ ਨੂੰ ਮਿਲਣ ਤੋਂ ਪਹਿਲਾਂ ਅਸੀਂ ਰੱਬ ਨੂੰ ਇੱਕ ਗੱਲ ਕਹੀ ਸੀ, ਇਹ ਕਿ ਰੱਬਾ, ਇਹ ਪਰਮਾਤਮਾ, ਸਾਡੀ ਇੱਕ ਗੱਲ ਹੈ ਕਿ ਕਦੀ ਤੂੰ ਆਣਾ ਹੋਵੇ ਤਾਂ ਸਾਡੇ ਤੇ ਤਰਸ ਕਰਕੇ ਨਹੀਂ ਆਣਾ, ਦਇਆ ਕਰਕੇ ਨਹੀਂ ਆਣੀ ਕਿ ਉਹ ਬੈਠਾ ਹੈ ਬੱਚਾ, ਭੁੱਖਾ ਹੈ, ਪਿਆਸਾ ਹੈ, ਰੋ ਰਿਹਾ ਹੈ ਤਾਂ ਜਾਵਾਂ। ਇਹ ਕਿ ਨਹੀਂ, ਤਰਸ ਕਰਕੇ ਨਹੀਂ ਸਾਨੂੰ ਕੋਈ ਚੀਜ਼ ਚਾਹੀਦੀ। ਐ ਮੇਰੇ ਮਾਲਿਕ, ਆਣਾ ਹੈ ਤਾਂ ਤਰਸ ਕਰਕੇ ਨਾ ਆਈ, ਬਲਕਿ ਜਦ ਵੀ ਤੂੰ ਆਣਾ ਹੈ ਉਦੋਂ ਆਈ ਜਦੋਂ ਤੈਨੂੰ ਲੱਗੇ ਕਿ ਇਹਦੀ ਮਿਹਨਤ ਇੰਨੀ ਹੈ, ਇਹ ਤਿਆਰ ਹੈ ਮੈਨੂੰ ਪਾਉਣ ਦੇ ਲਾਇਕ ਹੈ। ਅਸੀਂ ਲਾਇਕ ਹੋਵਾਂਗੇ ਤਾਂ ਆਈ, ਤਰਸ ਕਰਕੇ ਨਾ ਆਈ। ਸਮਝਦੇ ਹੋ ਕਿ ਨਹੀਂ? ਲਾਇਕ ਬਣਾਓ ਆਪਣੇ ਆਪ ਨੂੰ, ਕਿਉਂਕਿ ਜਦੋਂ ਤੁਸੀਂ ਲਾਇਕ ਬਣਾਉਂਦੇ ਹੋ ਨਾ ਤਾਂ ਫਿਰ ਤੁਹਾਨੂੰ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਮਿਲਦਾ ਹੈ। ਤਾਂ ਜਦੋਂ ਤਰਸ ਕਰਕੇ ਬੁਲਾਉਂਦੇ ਹੋ ਤਾਂ ਫਿਰ ਉਨਾ ਕੀ ਮਿਲਦਾ ਹੈ। ਇੱਕ ਭਿਖਾਰੀ ਮੰਗਦਾ ਤਾਂ ਕਿੰਨਾ ਕੁ ਮਿਲਦਾ ਹੈ? ਕਿੰਨਾ ਕੁ ਮਿਲਦਾ ਉਹਨੂੰ? 5 ਰੁਪਏ ਮਿਲ ਜਾਣਗੇ, 10 ਮਿਲ ਜਾਣਗੇ, 20 ਮਿਲ ਜਾਣਗੇ, ਹੋਰ ਕੀ ਮਿਲੇਗਾ ਉਹਨੂੰ? ਤਾਂ ਜਿਹੜਾ ਬੰਦਾ ਮਿਹਨਤ ਕਰਨ ਨੂੰ ਤਿਆਰ ਹੋਵੇ, ਮੈਂ ਮੰਗ ਕੇ ਨਹੀਂ, ਮਿਹਨਤ ਕਰਕੇ, ਤਾਂ ਮਿਹਨਤ ਕਰਨ ਵਾਲੇ ਮਹੀਨੇ ਦਾ ਲੱਖਾਂ ਕਮਾ ਲੈਂਦੇ ਆ। ਕਮਾ ਲੈਂਦੇ ਕਿ ਨਹੀਂ? ਕਿਉਂਕਿ ਆਪਣੇ ਨੂੰ ਲਾਇਕ ਬਣਾਓ। ਜਿੰਨੀ ਅਸੀਂ ਮਿਹਨਤ ਕਰਾਂਗੇ, ਲਾਇਕ ਬਣਾਵਾਂਗੇ, ਤਾਂ ਫਿਰ 10-20 ਦੀ ਗੱਲ ਕੀ ਹੈ, ਫਿਰ ਤਾਂ ਕਰੋੜਾਂ ਹੀ ਆਣਗੇ। ਲਾਇਕ ਤਾਂ ਬਣਾਓ ਆਪਣੇ ਆਪ ਨੂੰ। ਅੱਜ ਲਾਇਕ ਨਹੀਂ ਬੰਦਾ ਬਣਾਉਂਦਾ, ਬਸ ਇਹ ਕਹਿੰਦਾ ਉਹ ਮੈਨੂੰ ਦੇਵੇ। ਕੋਈ ਬੈਠਾ ਆ ਭੂਆ ਬਾਹਰੋਂ ਭੇਜ ਦੇਵੇ, ਆ ਮਾਸੀ ਬਾਹਰ ਬੈਠੀ ਇੰਗਲੈਂਡ 'ਚ ਜਾਂ ਕੈਨੇਡਾ 'ਚ ਜਾਂ ਅਮਰੀਕਾ ਭੇਜ ਦੇਵੇ। ਔਰ ਤਰਸ, ਮਾਸੀ ਮੰਮੀ ਬਿਮਾਰ ਹੋ ਗਈ ਨਾ, ਮੈਨੂੰ 50,000 ਭੇਜ ਦੇ।
ਕਮਾਲ ਦੀ ਗੱਲ ਹੈ। ਉਹ ਇੰਨਾ ਆਪਣੇ ਆਪ ਨੂੰ ਲਾਇਕ ਬਣਾਓ ਕਿ ਮਾਸੀ ਨੂੰ ਫੋਨ ਕਰੋ, ਮਾਸੀ ਅੱਜ ਤੇਰਾ ਪੁੱਤ ਇੰਨਾ ਲਾਇਕ ਹੋ ਗਿਆ, ਦੱਸ ਤੈਨੂੰ ਕੀ ਚਾਹੀਦਾ, ਇੱਥੇ ਭੇਜਣ ਦੀ ਹਿੰਮਤ ਰੱਖਦਾ ਮੈਂ। ਦੱਸ ਕੀ ਚਾਹੀਦਾ ਤੈਨੂੰ? ਇੰਨੀ ਹਿੰਮਤ ਹੈ ਕਿ ਅਮਰੀਕਾ ਬੈਠਿਆਂ ਨੂੰ ਖਿਲਾ ਸਕੀਏ, ਕੈਨੇਡਾ ਬੈਠਿਆਂ ਨੂੰ ਖਿਲਾ ਸਕੀਏ। ਤੁਹਾਡੇ ਵੱਲ ਨਹੀਂ ਦੇਖਣਾ, ਮੈਨੂੰ ਦੇਣ ਵਾਲਾ ਮੇਰਾ ਮਾਲਿਕ ਹੈ। ਮੈਂ ਇੰਨਾ ਲਾਇਕ ਬਣ ਕੇ ਦਿਖਾਵਾਂ ਕਿ ਦੁਨੀਆ ਕੋਲੋਂ ਮੈਨੂੰ ਨਾ ਮੰਗਣਾ ਪਵੇ, ਦੁਨੀਆ ਮੇਰੇ ਕੋਲ ਮੰਗੇ। ਇਹ ਦਾਤੇ ਦੀ ਗੱਲ ਕਰਨੀ ਹੈ, ਅਸੀਂ ਭਿਖਾਰੀ ਬਣ ਕੇ ਨਹੀਂ ਜੀਣਾ। ਅੱਜ ਤੋਂ ਤਰਸ ਤੁਰਸ ਛੱਡੋ, ਆ ਦਿਆ ਆਪਣੇ ਅੰਦਰ ਸਹਾਨੁਭੂਤੀ ਲੱਭਣੀ ਛੱਡੋ, ਆਪਣੀ ਆਪ ਨੂੰ ਕਮਜ਼ੋਰ ਬਣਾਉਣਾ ਛੱਡੋ, ਔਰ ਇਹ ਬਹਾਨੇ ਜੇ ਬਣਾਉਣਾ ਛੱਡੋ। ਤੁਸੀਂ ਸਭ ਕੁਝ ਕਰ ਸਕਦੇ ਹੋ ਕਿਉਂਕਿ ਤੁਹਾਡੀ ਆਤਮਾ ਦੇ ਅੰਦਰ ਅਦਭੁਤ ਸ਼ਕਤੀ ਹੈ। ਅਸੀਂ ਇੱਕ ਲਾइन ਦੱਸਣੀ ਚਾਹਾਂਗੇ, ਲਿਖ ਲਿਓ ਦਿਲ 'ਚ कि तुम्हारी आत्मा अद्भुत शक्तियों का भंडार है। इनको देखा तो नहीं जा सकता, लेकिन इनको समझकर इनका लाभ जरूर लिया जा सकता है। ਤੁਹਾਡੇ ਅੰਦਰ ਸ਼ਕਤੀਆਂ ਦਾ ਭੰਡਾਰ ਹੈ, ਇਹਨੂੰ ਤੁਸੀਂ ਦੇਖ ਨਹੀਂ ਸਕਦੇ, ਪਰ ਅਗਰ ਸਮਝ ਲਵੋ ਆਪਣੇ ਅੰਦਰਲੀਆਂ ਸ਼ਕਤੀਆਂ ਦੇ ਭੰਡਾਰ ਨੂੰ ਤਾਂ ਤੁਸੀਂ ਇਹਦਾ ਲਾਭ ਖੁਦ ਵੀ ਲੈ ਸਕਦੇ ਹੋ ਤੇ ਇਹਦਾ ਲਾਭ ਲੱਖਾਂ ਤੱਕ ਪਹੁੰਚਾ ਸਕਦੇ ਹੋ। ਪਰ ਅੱਜ ਲੈ ਰਹੇ ਕਿ ਨਹੀਂ? ਲੱਖਾਂ ਲੋਕ ਲਾਭ ਲੈ ਰਹੇ ਆ ਇਹ ਰਹਿਮਤ ਦਾ। ਸੋ ਸਮਝੋ ਸਾਰੇ। ਸੋ ਅੱਜ ਤੋਂ ਨਹੀਂ ਕਹਿਣਾ ਕਿਸੇ ਨੂੰ ਹਾਏ ਮੇਰਾ ਸਿਰ ਦੁਖਦਾ, ਸਿਰ ਦੁਖਦਾ ਵੀ ਹੈ, ਦੱਸ ਮੈਂ ਕੀ ਕਰਾਂ। ਮੈਂ ਇਹ ਤਰਸ ਤੁਰਸ ਨਹੀਂ ਮੈਨੂੰ ਚਾਹੀਦਾ ਆਪਣੇ ਵਾਸਤੇ। ਅਸੀਂ ਤਾਂ ਆਪਣੇ ਰੱਬ ਨੂੰ ਵੀ ਤੁਹਾਨੂੰ ਦੱਸਿਆ, ਕਹਿਤਾ ਕਿ ਤਰਸ ਕਰਕੇ ਨਾ ਆਈ, ਜਦੋਂ ਇਸ ਲਾਇਕ ਹੋਵਾਂਗੇ ਨਾ, ਤੈਨੂੰ ਲੱਗੇ ਕਿ ਹੁਣ ਲਾਇਕ ਹੈ ਮਿਲਣ ਦੇ, ਫਿਰ ਮਿਲੀ। ਮਜ਼ਾ ਤਾਂ ਉਦੋਂ ਹੈ ਕਿ ਮਾਣ ਹੋਵੇ ਕਿ ਆਪਣੀ ਮਿਹਨਤ ਨਾਲ ਪਾਇਆ ਹੈ, ਆ ਨਾ ਤਰਸ ਤੁਰਸ ਨਾਲ ਨਹੀਂ ਪਾਇਆ, ਮੈਂ ਦਿਆ ਦੇ ਨਾਲ ਨਹੀਂ ਪਾਇਆ ਕਿ ਦੂਜੇ ਦੀ ਦਿਆ ਨਾਲ ਮੈਨੂੰ ਮਿਲਿਆ। मैं जरा कहते ना खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। कि अपनी मेहनत इन्नी कर, नेकी इदां दी कर, पर इत्थे बंदा ही करदा आप झूठ बोली जाना, पाप कर्म करी जाने, नशे करी जाने। और रब्बा रहमत क्यों नहीं करता, दया क्यों नहीं करता गरीब ते आ भिखारी ते, दया क्यों नहीं करता? रब भी कहना दया करा ते भिखारी ते है, बच्चा मेरा होवे तो भिखारी। जरा हुण गौर करो, बच्चे कहते हैं तो अपने नूं समझदे की पए असीं। ਇਹ ਗੱਲਾਂ ਬੰਦ ਕਰੋ, ਇਹ ਕਮਜ਼ੋਰ ਬਣਾਉਂਦੀਆਂ ਤੁਹਾਨੂੰ। ਆਪਣੇ ਆਪ ਨੂੰ ਪੁੱਛੋ ਕਿ ਮੈਂ ਕਾਮਯਾਬ ਕਿਉਂ ਨਹੀਂ ਆ। ਆਪਣੀ ਕਾਮਯਾਬੀ ਵਾਸਤੇ ਮੈਂ ਕੀਤਾ ਕੀ ਅੱਜ ਤੱਕ? ਮਿਹਨਤ ਕਿੰਨੀ ਕੀ ਕੀਤੀ ਮੈਂ? ਇੱਕ ਦੋ ਕੋਸ਼ਿਸ਼ਾਂ ਨਾਲ ਹਾਰ ਮੰਨ ਕੇ ਬਹਿ ਗਿਆ ਤਾਂ ਮੈਨੂੰ ਕਾਮਯਾਬੀ ਕਿੱਦਾਂ ਮਿਲੇਗੀ? ਜੇ ਮੇਰੇ ਜੀਵਨ 'ਚ ਦੁੱਖ ਹੈ, ਇਹਨਾਂ ਦੁੱਖਾਂ ਨੂੰ ਦੂਰ ਕਰਨ ਵਾਸਤੇ ਮੈਂ ਵਿਸ਼ਵਾਸ ਕਿੰਨਾ ਕੁ ਰੱਖਿਆ, ਕਿੰਨੀ ਕੁ ਆਪਣੇ ਰੱਬ ਦੀਆਂ ਰਹਿਮਤਾਂ ਦੀ ਗੱਲ ਕੀਤੀ, ਕਿੰਨੀ ਕੁ ਨੇਕੀਆਂ ਦੀ ਗੱਲ ਕੀਤੀ ਕਿ ਜਿਹੜਾ ਮੇਰਾ ਦੁੱਖ ਦੂਰ ਹੋਵੇ। ਹਰ ਵੇਲੇ ਗੱਲ ਮੈਂ ਬਿਮਾਰੀਆਂ ਦੀ ਕਰਦਾ ਹਾਂ, ਡਾਕਟਰਾਂ ਕੋਲ ਤਾਂ 2-2 ਘੰਟੇ ਜਾਂਦਾ ਆ, ਲਾਈਨਾਂ 'ਚ ਲੱਗਦਾ ਆ, ਪਰ ਕਦੀ ਮੈਂ ਰੱਬ ਦੀ ਯਾਦ ਵਿੱਚ 10 ਮਿੰਟ ਬੈਠਾ? ਕਦੀ ਮੈਂ ਸਤਸੰਗ ਵਿੱਚ ਬੈਠਾ? ਸਤਸੰਗ 'ਚ ਬੈਠਣ ਦਾ ਟਾਈਮ ਹੈ ਨਹੀਂ, ਸਿਮਰਨ ਕਰਨ ਦਾ ਟਾਈਮ ਹੈ ਨਹੀਂ, ਤਾਂ ਲੱਭਦੇ ਰੱਬ ਦੀਆਂ ਰਹਿਮਤਾਂ ਨੂੰ ਆ। ਬਿਨਾਂ ਬੀਜ ਬੋਇਆ ਫਸਲ ਕਿੱਦਾਂ ਮਿਲੇਗੀ ਸਾਨੂੰ? ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਰੱਬ ਦੀ ਰਹਿਮਤ ਜਾਂ ਕਾਮਯਾਬੀ, ਸਫਲਤਾ ਸਿਰਫ ਇੱਛਾ ਕਰਨ ਨਾਲ, ਮੰਗਣ ਨਾਲ ਨਹੀਂ ਮਿਲਦੀ। ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ, ਆਪਣੇ ਆਪ ਨੂੰ ਉਹਦੇ ਲਾਇਕ ਕਹਿ ਦਿਓ। ਹੁਣ ਜ਼ਰਾ ਗੌਰ ਕਰੋ, ਅੱਜ ਤੋਂ ਫਿਰ ਲਾਇਕ ਬਣਾਉਂਗੇ ਕਿ ਨਹੀਂ? ਆ ਸਹਾਨੁਭੂਤੀ ਲੱਭਣੀ ਛੱਡ ਦਿਓ, ਸਮਝਦੇ ਹੋ ਕਿ ਨਹੀਂ? ਆ ਨਾਟਕ ਜੇ ਕਰਨੇ ਬਿਮਾਰੀ ਵਾਲੇ ਬੰਦ ਕਰ ਦਈਏ। ਇੱਕ ਨਾ ਹਿਮਾਚਲ ਵੱਲੋਂ ਜੀਵ ਆਉਂਦੇ ਸੀ, ਉਹ ਬੀਬੀ ਨੂੰ ਨਾ ਨਵਾਂ ਵਿਆਹ ਹੋਇਆ, ਮਾਤਾ ਆ ਗਈ ਉਹਨੂੰ, ਹਰ ਵੇਲੇ ਲਾਲ ਚੂੜਾ, ਕੱਪੜੇ ਵੀ ਲਾਲ, ਸਿਰ ਘੁਮਾਈ ਜਾਣ। ਤਾਂ ਸਾਡੇ ਕੋਲ ਲੈ ਕੇ ਆਏ, ਕਹਿੰਦੇ ਮਾਲਕੋ 3 ਮਹੀਨੇ ਹੋ ਗਏ ਵਿਆਹ ਕਰਨ ਨੂੰ, 3 ਮਹੀਨੇ ਤੋਂ ਮਾਤਾ ਆ ਰਹੀ ਹੈ। ਇਹ ਕਿਹਾ ਕਮਾਲ ਦੀ ਗੱਲ, ਪਹਿਲਾਂ ਨਹੀਂ ਆਈ? ਕਹਿੰਦੇ ਪਹਿਲਾਂ ਨਹੀਂ ਆਈ, ਹੁਣ ਆਈ। ਇਹੀ ਪੁੱਛਿਆ ਵੀ ਕਹਾਣੀ ਹੈ ਕਿ ਗੱਲ ਕੀ ਹੈ? ਉਹ ਕਹਿੰਦੇ ਮਾਤਾ ਨੇ ਇਕੱਲਿਆਂ ਗੱਲ ਕਰਨੀ ਹੈ ਤੁਹਾਡੇ ਨਾਲ। ਇਹ ਇਕੱਲੇ ਕਰ ਲੈਂਦੇ ਆ। ਇਹ ਕਿਹਾ ਪਿੱਛੇ ਹੋ ਜਾਓ ਜ਼ਰਾ, ਇਕੱਲੇ ਗੱਲ ਕਰਾਓ, ਦੱਸੋ। ਔਰ ਇਹ ਵੀ ਗੱਲ ਕਹਿਤੀ ਕਿ ਸਾਡੀ ਨਜ਼ਰ ਦੇਖ ਰਹੀ, ਮਾਤਾ ਮੂਤਾ ਕੋਈ ਨਹੀਂ, ਡਰਾਮਾ ਦੱਸਦੇ ਕਿਉਂ ਹੈ। ਕਹਿੰਦੀ ਦਰਅਸਲ ਨਾ ਮੈਨੂੰ ਗੋਹੇ ਤੋਂ ਭਿਣਕ ਆਉਂਦੀ ਹੈ, ਔਰ ਇਹਨਾਂ ਨੇ 4-4 ਗਊਆਂ ਰੱਖੀਆਂ ਹੋਈਆਂ ਨੇ। ਆ ਜਦੋਂ ਮੈਨੂੰ ਗਊ ਦਾ ਗੋਹਾ ਚੱਕਣਾ ਪੈਂਦਾ ਨਾ, ਮੈਨੂੰ ਨਫ਼ਰਤ ਜਿਹੀ ਹੁੰਦੀ ਹੈ। ਬਸ ਫਿਰ ਮੈਂ ਇੱਕ ਨਾਟਕ ਜਿਹਾ ਦੇਖਿਆ, ਉਹ 'ਚ ਨਾ ਇੱਕ ਮਾਤਾ ਦਾ ਕੋਈ ਨਾਟਕ ਆਉਂਦਾ ਨਾ, ਜੈ ਸ਼ੇਰਾਂ ਵਾਲੀ ਕੋਈ ਇਦਾਂ ਦਾ ਨਾ, ਬਸ ਉਹ ਦੇਖਿਆ ਕਿ ਉਹ ਨਿੱਕੀ ਜਿਹੀ ਕੁੜੀ ਕਹਿੰਦੀ ਮਾਤਾ ਦੀ, ਸਾਰੇ ਹੱਥ ਜੋੜ ਕੇ ਖੜ੍ਹ ਗਏ, ਮੈਂ ਵੀ ਕਰਕੇ ਦੇਖ ਲਵਾਂ। ਕਹਿੰਦੀ ਬਸ ਫਿਰ ਮਾਈ ਨੇ ਕਿਹਾ, ਸੱਸ ਨੇ ਕਿ ਗੋਹਾ ਚੱਕ, ਮੈਂ ਕਹਿੰਦੀ ਸਿਰ ਹਿਲਾਇਆ, ਆ ਗਈ ਦੁਰਗਾ, ਅੱਜ ਤੋਂ ਇਹਨੂੰ ਕੰਮ ਨਹੀਂ ਕਰਨਾ ਕਰਦਾ, ਬਰਬਾਦ ਕਰ ਦੂੰਗੀ, ਤਬਾਹ ਕਰ ਦੂੰਗੀ। ਹੈ ਮਾਤਾ ਠੀਕ ਹੈ ਬੈਠੋ, ਦੁੱਧ ਲਿਆਵਾਂ? ਬਸ ਕਹਿੰਦੀ ਉਦੋਂ ਤੋਂ ਫਿਰ ਇੱਦਾਂ ਹੀ ਚੱਲ ਰਹੀ ਹੈ। ਇਹ ਕਿਹਾ ਤੁਹਾਨੂੰ ਠੀਕ ਕਿੱਦਾਂ ਹੋਣਾ ਹੈ? ਚੱਲ ਇੱਦਾਂ ਕਰ, ਤੈਨੂੰ ਗੋਹੇ ਤੋਂ ਭਿਣਕਾ, ਬਾਕੀ ਕੰਮ ਤਾਂ ਕਰੂੰਗੀ। ਕਹਿੰਦੀ ਠੀਕ ਹੈ। ਇਹ ਕਿਹਾ ਫਿਰ ਠੀਕ ਹੈ, ਹੀ ਕਹਿ ਦਿੰਦੇ ਉਹਨਾਂ ਨੂੰ ਕਿ ਮਾਤਾ ਚਲੀ ਗਈ ਹੈ, ਪਰ ਇੱਕ ਸ਼ਰਤ ਮਾਤਾ ਨੇ ਰੱਖੀ ਹੈ, ਗੋਹੇ ਕੋਲ ਨਹੀਂ ਇਹਨੂੰ ਭੇਜਣਾ, ਨਹੀਂ ਤਾਂ ਦੁਬਾਰਾ ਆ ਜਾਣਾ ਉਦੋਂ ਦੀ। ਠੀਕ ਹੈ ਹੁਣ। ਸੋ ਏਦਾਂ ਡਰਾਮੇ ਜੇ ਬਹੁਤ ਚੱਲਦੇ ਆ ਦੁਨੀਆ ਤੇ।
ਔਰ ਅਸੀਂ ਕਹਾਂਗੇ ਕਿ ਅਸੀਂ ਇਦਾਂ ਦੇ ਡਰਾਮੇ ਕਰਕੇ ਕਿਸੇ ਦੀ ਸਹਾਨੁਭੂਤੀ ਨਹੀਂ ਲੈਣੀ, ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣਾ ਹੈ। ਇਹ ਤਾਂ ਥੋੜਾ ਸੱਚਾਈ ਵੀ ਹੈ, ਤਾਂ ਅਸੀਂ ਕਿ ਚਲੋ ਖੁਸ਼ੀ ਦਾ ਮੌਕਾ ਹੱਸ ਵੀ ਲਵੋ, ਜਾਣ ਵੀ ਲਵੋ ਕਿ ਦੁਨੀਆ ਤੇ ਇਦਾਂ ਵੀ ਹੁੰਦਾ। ਇਸ ਲਈ ਹਰ ਸਿਰ ਹਿਲਾਉਣ ਅੱਗੇ ਵਾਲੇ ਅੱਗੇ ਹੱਥ ਜੋੜ ਕੇ ਨਾ ਖੜ ਜਾ ਕਰੋ, ਬਾਬਾ ਜੀ ਆ ਗਏ, ਪੀਰ ਆ ਗਏ, ਮਾਤਾ ਆ ਗਈ। ਕਈ ਡਰਾਮੇਬਾਜ਼ ਵੀ ਹੁੰਦੇ ਆ, ਕਿਉਂਕਿ ਇਦਾਂ ਪੀਰ ਫਕੀਰ ਕਿਸੇ ਸਿਰ ਆ ਕੇ ਉਹ ਆਪਣੀ ਬਸ ਸੇਵਾ ਕਰਾਣੀ ਚਾਹੁੰਦੇ। ਜਿੱਦਾਂ ਬੀਬੀ ਕਹਿੰਦੀ ਕਿ ਮੈਨੂੰ ਗੋਹਾ ਨਾ ਚੱਕਣਾ ਪਵੇ, ਘਰ 'ਚ ਬੈਠਿਆ ਸੱਸ ਵੀ ਸਹੁਰਾ ਵੀ ਘਰ ਵਾਲਾ ਵੀ ਮੇਰੀ ਸੇਵਾ ਕਰੇ, ਤਾਂ ਫਿਰ ਇੱਕੋ ਹੀ ਕੰਮ ਹੈ, ਬਾਬੇ ਆ ਗਏ, ਮਾਤਾ ਆ ਗਈ। ਬੋਲੋ ਸਮਝਦੇ ਹੋ ਕਿ ਨਹੀਂ? ਜਿਨ੍ਹਾਂ ਨੇ ਆਪਣੀ ਮੰਜ਼ਿਲ ਨੂੰ ਪਾਇਆ ਹੁੰਦਾ ਉਹ ਇਦਾਂ ਸਿਰ ਨਹੀਂ ਹਿਲਾਉਂਦੇ, ਉਹ ਇਦਾਂ ਸਾਡੇ ਵਾਂਗੂ ਖੁਸ਼ੀਆਂ ਦੇ ਰੰਗ ਭਰਦੇ ਆ ਜ਼ਿੰਦਗੀ 'ਚ, ਵਹਿਮਾਂ ਭਰਮਾਂ ਨੂੰ ਦੂਰ ਕਰਦੇ ਆ। ਕਿਉਂਕਿ ਗੁਰੂਆਂ ਰਹਿਬਰਾਂ ਨੇ ਇਹੀ ਤਾਂ ਕੀਤਾ, ਗੁਰੂਆਂ ਰਹਿਬਰਾਂ ਨੇ ਇਹੀ ਤਾਂ ਕੀਤਾ। ਵਹਿਮਾਂ ਚੋਂ ਕੱਢਿਆ ਕਿ ਨਹੀਂ? ਜਾਂ ਇਹ ਗਿਆ ਆ ਗਏ ਦੱਸੋ, ਮੰਗ ਲਓ ਮੁਰਾਦਾ ਭਗਤੋ, ਮੰਗ ਲਓ। ਨਹੀਂ, ਗੁਰੂ ਰਹਿਬਰ ਕਹਿੰਦੇ ਕੋਈ ਫਕੀਰ ਕਿਸੇ ਸਿਰ ਨਹੀਂ ਆਂਦਾ, ਕੋਈ ਇਦਾਂ ਨਹੀਂ ਸਿਰ ਆਂਦਾ। ਇਹ ਤਾਂ ਆਪਣੀ ਮਿਹਨਤ ਕਰਕੇ ਆਪਣੇ ਸਿਰ ਦੇ ਅੰਦਰੋਂ ਜੋਤ ਜਗਾਣੀ ਪੈਂਦੀ ਹੈ। ਉਲਟਾ ਕੁਆਂ ਗਗਨ ਵਿੱਚ ਤਿਸਮੇ ਜਰੇ ਚਿਰਾਗ। ਪਰ ਸੌਖਾ ਲੋਕਾਂ ਨੇ ਲੱਭ ਲਿਆ ਹੈ, ਇਹ ਕਹਿ ਦਿਓ ਬਾਬੇ ਆ ਗਏ ਤਾਂ ਕਿ ਸਾਨੂੰ ਮਿਹਨਤ, ਕਿਉਂਕਿ ਦੂਜੇ ਨੇ ਕਿਹੜਾ ਦੇਖ ਲਿਆ ਕੀ ਆ ਗਿਆ। ਪਰ ਅਸੀਂ ਕਈ ਵਾਰ ਕਹੀਦਾ, ਕਈ ਵੇਲੇ ਨਾ ਆ ਜਿਹੜੇ ਮੰਨ ਕੇ ਖੜ ਜਾਂਦੇ ਕਿ ਆ ਗਏ ਬਾਬੇ ਮੰਨ ਲਓ ਜੀ, ਤਾਂ ਕੋਈ ਸਿਰ ਹਿਲਾਣਾ ਆ ਗਿਆ, ਮੋਦੀ ਆ ਗਿਆ, ਪ੍ਰਾਈਮ ਮਿਨਿਸਟਰ ਇੰਡੀਆ ਦਾ, ਮੰਨ ਲਓਗੇ ਤੁਸੀਂ? ਪ੍ਰਾਈਮ ਮਿਨਿਸਟਰ ਆ ਗਿਆ, ਮੰਨ ਲਓਗੇ? ਕਿਉਂ ਨਹੀਂ ਮੰਨੋਗੇ? ਜਾਂ ਚਲੋ ਪ੍ਰਾਈਮ ਮਿਨਿਸਟਰ ਕਹਿਣਾ ਹਲੇ ਜੀਂਦਾ ਜਾਗਦਾ ਬੈਠਾ, ਭਾਈ ਕਹਿ ਦਿਓ ਇੰਦਰਾ ਗਾਂਧੀ ਆ ਗਈ, ਜਾਂ ਰਾਜੀਵ ਗਾਂਧੀ ਆ ਗਿਆ, ਜਾਂ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਆ ਗਿਆ, ਜਾਂ ਕਹਿ ਦਿਓ ਅਮਰੀਕਾ ਦਾ ਰਾਸ਼ਟਰਪਤੀ JF ਕੈਨੇਡੀ ਆ ਗਿਆ, ਮੰਨ ਲਓਗੇ? ਫਿਰ ਕਹੋਗੇ ਜਾ ਕੇ JF ਕੈਨੇਡੀ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਹੋ, ਮੇਰੇ ਟੱਬਰ ਦਾ ਵੀਜ਼ਾ ਲਵਾ ਦਿਓ ਤਾਂ ਕਿ ਮੇਰਾ ਟੱਬਰ ਅਮਰੀਕਾ 'ਚ ਸੈੱਟ ਹੋ ਜਾਏ, ਮੰਨ ਲਓਗੇ? ਕਿਉਂ ਨਹੀਂ ਮੰਨੋਗੇ? ਕਿਉਂ ਨਹੀਂ ਮੰਨੋਗੇ? ਕਿਉਂਕਿ ਸਮਝ ਹੈ। ਹੁਣ ਇਹ ਤਾਂ ਮੰਨ ਨਹੀਂ ਸਕਦੇ ਕਿਉਂਕਿ ਪ੍ਰਾਈਮ ਮਿਨਿਸਟਰ ਕਿਸੇ ਸਿਰ ਆ ਸਕਦਾ ਹੈ, ਤੇ ਇਹ ਬੜੀ ਜਲਦੀ ਮੰਨ ਲੈਂਦੇ ਕਿ ਪੀਰ ਫਕੀਰ ਗੁਰੂ ਰਹਿਬਰ ਸਿਰ ਆ ਗਏ। ਤੇ ਉੱਥੇ ਸਾਡੀ ਸਮਝ ਕਿੱਥੇ ਚਲੀ ਜਾਂਦੀ? ਉੱਥੇ ਕਿਉਂ ਨਹੀਂ ਸਮਝਦੇ ਕਿ ਇਦਾਂ ਸਿਰਫ ਸਾਨੂੰ ਭੁਲੇਖਿਆਂ 'ਚ ਪਾਇਆ ਜਾ ਰਿਹਾ ਹੈ, ਭਰਮਾਂ 'ਚ ਪਾਇਆ ਜਾ ਰਿਹਾ ਹੈ। ਜਿਹੜੇ ਵਾਕਈ ਗੁਰੂ ਰਹਿਬਰ ਹੁੰਦੇ ਹੈ, ਹੁਣ ਅੱਜ ਕਹਿੰਦੇ 11ਵੀਂ ਵਾਲੀ ਸਰਕਾਰ ਆ ਗਈ। ਉਹ 11ਵੀਂ ਵਾਲੀ ਸਰਕਾਰ ਜਦੋਂ ਆਪ ਸੀ ਤਾਂ ਕਹਿੰਦੀ ਸੀ ਬੰਦਗੀ ਕਰੋ, ਇਬਾਦਤ ਕਰੋ, ਭਗਤੀ ਕਰੋ, ਨੇਕੀਆਂ ਕਰੋ, ਫੇਰ ਰੱਬ ਮਿਲਣਾ ਹੈ। ਉੱਥੇ ਉਹਨਾਂ ਨੇ ਇਹ ਨਹੀਂ ਕਿਹਾ ਸਿਰ ਹਿਲਾਓ ਤਾਂ ਰੱਬ ਮਿਲਣਾ ਹੈ। ਉਹਨਾਂ ਨੇ ਆਪ ਮਿਹਨਤ ਕਿੰਨੀ ਕੀਤੀ? 25 ਸਾਲ ਤੱਕ ਹਜ਼ੂਰ ਗੌਸ ਪੀਰਾਂ ਨੇ ਪੀਰ ਜੰਗਲਾਂ ਜਾ ਕੇ ਭੁੱਖੇ ਪਿਆਸੇ ਰਹਿ ਕੇ ਇਬਾਦਤ ਕਰਦੇ ਰਹੇ। ਜਾਂ ਗੁਰੂਆਂ ਨੂੰ, ਸ਼੍ਰੀ ਗੁਰੂ ਰਵਿਦਾਸ ਜੀ ਨੂੰ ਦੇਖੋ, ਬੰਦਗੀ 'ਚ ਜ਼ਿੰਦਗੀ ਗੁਜ਼ਰ ਗਈ, ਪਰ ਕਦੀ ਉਹਨਾਂ ਨੇ ਸਿਰ ਘੁਮਾ ਕੇ ਨਹੀਂ ਕਿਹਾ ਕਿ ਫਲਾਨਾ ਪੀਰ ਆ ਗਿਆ ਸਾਡੇ ਸਿਰ। ਇਹ ਗੁਰੂਆਂ ਦਾ ਰਸਤਾ ਹੈ, ਪਰ ਇਨਸਾਨ ਨਹੀਂ ਇਹਨੂੰ ਸਮਝਦਾ। ਇਨਸਾਨ ਤਾਂ ਬਸ ਸੌਖਾ ਰਸਤਾ ਲੱਭਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਸੱਚ ਦੱਸਾਂਗੇ, ਇੱਥੇ ਕੋਈ ਵੀ ਉੱਠ ਕੇ ਨਾ ਕੱਪੜਾ ਪਾ ਲਵੇ, ਭਗਵਾਂ ਜਿਹਾ ਸਿਰ ਹਿਲਾਉਣਾ ਸ਼ੁਰੂ ਕਰ ਦੇਵੇ, ਕਹਿ ਦੇਵੇ ਆ ਗਈ ਮਾਤਾ, ਆ ਗਏ ਬਾਬੇ, ਤਾਂ ਦੂਜਿਆਂ ਨੇ ਮੰਨੀ ਜਾਣਾ, ਕਿਉਂਕਿ ਉਹਨਾਂ ਕੋਲ ਕਿਹੜੀ ਆਖਿਆ ਦੇਖਣ ਵਾਲੀ ਕਿ ਸੱਚਾ ਹੈ ਜਾਂ ਝੂਠਾ। ਇਸ ਲਈ ਇਹ ਪਖੰਡ ਤੋਂ ਬਚੀਏ, ਸੱਚਾਈ ਨੂੰ ਪਹਿਚਾਣੀਏ। ਉਹ ਤੁਸੀਂ ਖੁਦ ਜੀਂਦੇ ਜਾਗਦੇ ਪ੍ਰਮਾਤਮਾ ਦੇ ਰੂਪ ਹੋ, ਤੁਸੀਂ ਕਮਜ਼ੋਰ ਨਹੀਂ ਹੋ। ਅੱਜ ਤੁਸੀਂ ਵਿਸ਼ਵਾਸ ਕਰਦੇ ਹੋ ਗ੍ਰਹਿਾਂ ਤੇ, ਤੁਸੀਂ ਵਿਸ਼ਵਾਸ ਕਰਦੇ ਹੋ ਪੇੜਾਂ ਪੌਦਿਆਂ ਤੇ, ਤੁਸੀਂ ਇਹ ਕਿਉਂ ਨਹੀਂ ਵਿਸ਼ਵਾਸ ਕਰਦੇ ਕਿ ਮੇਰੇ ਅੰਦਰ ਸਰਵ ਸ਼ਕਤੀਸ਼ਾਲੀ ਪ੍ਰਮਾਤਮਾ ਬੈਠਾ ਹੈ, ਬਸ ਮੈਂ ਉਹਨੂੰ ਜਾਣਨਾ ਹੈ, ਔਰ ਉਹਨੂੰ ਜਾਣਨ ਵਾਸਤੇ ਮੈਨੂੰ ਕਾਮਿਲ ਗੁਰੂ ਤੋਂ ਯੁਕਤੀ ਲੈਣੀ ਪੈਣੀ ਹੈ। ਤਾਂ ਹੀ ਕਿ ਤੁਹਾਡੀ ਆਤਮਾ ਅਦਭੁਤ ਸ਼ਕਤੀ ਦਾ ਭੰਡਾਰ ਹੈ, ਇਹਨੂੰ ਦੇਖਿਆ ਨਹੀਂ ਜਾ ਸਕਦਾ, ਪਰ ਇਹਨੂੰ ਸਮਝ ਕੇ ਇਹਦੀਆਂ ਸ਼ਕਤੀਆਂ ਦਾ ਲਾਭ ਜ਼ਰੂਰ ਲੈ ਸਕਦੇ ਆ। ਜਿੱਦਾਂ ਬਿਜਲੀ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਬਿਜਲੀ ਨੂੰ ਸਮਝ ਕੇ ਅਸੀਂ ਉਹਦੀ ਸ਼ਕਤੀ ਦਾ ਲਾਭ, ਹੁਣ ਪੱਖਾ ਚੱਲਦਾ ਉਹਦੀ ਸ਼ਕਤੀ ਨਹੀਂ ਚੱਲਦਾ, ਪਰ ਆਪਾਂ ਦੇਖ ਥੋੜੀ ਸਕਦੇ ਆ। ਕੂਲਰ ਚੱਲਦੇ ਆ, ਸਾਊਂਡ ਚੱਲਦੀ ਹੈ, ਲਾਈਟਾਂ ਜਗਦੀਆਂ ਹੈ, ਇੱਥੇ ਤੱਕ ਕਿ ਬਿਜਲੀ ਨਾਲ ਇੰਜਣ ਵੀ ਚੱਲ ਪੈਂਦੇ, ਟ੍ਰੇਨਾਂ ਵੀ ਚੱਲਦੀਆਂ ਹੈ। ਹੁਣ ਨਜ਼ਰ ਨਹੀਂ ਆਉਂਦੀ ਬਿਜਲੀ, ਪਰ ਉਹਨੂੰ ਸਮਝਿਆ ਹੈ ਤਾਂ ਸਮਝ ਕੇ ਅਸੀਂ ਉਹਦੀ ਸ਼ਕਤੀ ਦਾ ਲਾਭ ਲੈ ਰਹੇ ਹਾਂ। ਇਸੇ ਤਰ੍ਹਾਂ ਆਤਮਾ ਵੀ ਅਦਭੁਤ ਸ਼ਕਤੀ ਦਾ ਭੰਡਾਰ ਹੈ ਜੋ ਪ੍ਰਮਾਤਮਾ ਦਾ ਅੰਸ਼ ਹੈ, ਤੁਹਾਡੇ ਅੰਦਰ ਹੈ। ਔਰ ਅਸੀਂ ਇਹੀ ਚਾਹੁੰਦੇ ਹਾਂ ਕਿ ਇੱਧਰ ਉੱਧਰ ਭਟਕਣ ਦੀ ਬਜਾਏ ਉਹ ਸੱਚੇ ਫਕੀਰਾਂ ਤੋਂ ਗਿਆਨ ਲਓ ਔਰ ਆਪਣੀ ਅਦਭੁਤ ਸ਼ਕਤੀ ਨੂੰ ਜਾਣੋ, ਸਮਝੋ, ਔਰ ਆਪਣੀ ਜ਼ਿੰਦਗੀ 'ਚ ਉਹਦਾ ਕੀ ਲੈਣਾ ਹੈ? ਲਾਭ ਲੈਣਾ ਹੈ, ਤਾਂ ਕਿ ਸਾਡਾ ਜੀਵਨ ਸੁੱਖਾਂ ਨਾਲ, ਖੁਸ਼ੀਆਂ ਨਾਲ, ਆਨੰਦ ਨਾਲ ਭਰਪੂਰ ਹੋ ਜਾਵੇ। ਔਰ ਸਾਡੀ ਵੀ ਜਦੋਂ ਅੱਖ ਖੁੱਲੇ ਤਾਂ ਅਸੀਂ ਕਹਿ ਸਕੀਏ ਸੂ ਵਾਹ। ਵਾਹ ਕਹਿ ਕੇ ਦੇਖੋ ਇੱਕ ਵਾਰ, ਕਦੀ ਕਿਹਾ ਵਾਹ ਤੁਸੀਂ? ਅਸੀਂ ਦੇਖਿਆ ਕਿ ਬੰਦਾ ਖਾਣਾ ਵੀ ਖਾਂਦਾ ਤਾਂ ਬਾਹ ਕਹਿਣ ਲਈ ਨੁਕਸ ਹੀ ਕੱਢਦਾ ਹੈ। ਆਹ ਰੋਟੀ ਇਦਾਂ ਆ, ਆਹ ਦਾਲ ਇਦਾਂ ਦੀ ਆ, ਸਬਜ਼ੀ, ਕਦੀ ਤਾਂ ਕਹੋ ਸ਼ੁਕਰ ਹੈ, ਨਹੀਂ ਤਾਂ ਉਹ ਵੀ ਤਾਂ ਹੈ ਜਿਹਨਾਂ ਨੂੰ ਇਹ ਰੋਟੀ ਵੀ, ਬੋਲੋ ਸਮਝਦੇ ਹੋ? ਇਸ ਲਈ ਹਰ ਚੀਜ਼ ਵਿੱਚ ਵਾਹ ਕਹਿਣਾ ਹੈ। ਵਾਹ ਕਹਿ ਕੇ ਬੜੀ ਸਕੂਨ ਮਿਲਦਾ। ਕਹਿ ਕੇ ਦੇਖੋ ਇੱਕ ਵਾਰ, ਦਿਲੋਂ ਕਹਿ ਕੇ ਦੇਖੋ ਵਾਹ, ਔਰ ਕਹੋ ਵਾਹ ਮੇਰੇ ਮਾਲਿਕ, ਵਾਹ ਪ੍ਰਭੂ। ਚਾਹੇ ਵਾਹਿਗੁਰੂ ਕਹਿ ਲੋ,
ਅੱਲਾ ਕਹਿ ਲੋ, ਰਾਮ ਕਹਿ ਲੋ, ਹਰੀ ਕਹਿ ਲੋ, ਨਾਮ ਸਾਰੇ, ਪਰ ਨਾਲ ਵਾਹ ਜੋੜ ਕੇ ਦੇਖੋ, ਦਿਲ ਨੂੰ ਉਹਦੇ ਖੁਸ਼ੀ ਮਿਲਦੀ ਹੈ। ਇਹ ਤਾਂ ਜਦੋਂ ਵੀ ਅੱਖ ਖੁੱਲਦੀ ਨਾ ਤਾਂ ਦੇਖੀਦਾ ਸੂ ਵਾਹ ਵਾਹ ਮੇਰੇ ਮਾਲਿਕ ਹੈ, ਸ਼ੁਭ ਸਵੇਰ ਹੈ। ਔਰ ਜਦੋਂ ਸ਼ੁਰੂਆਤ ਹੀ ਵਾਹ ਤੋਂ ਹੋਈ ਤਾਂ ਫਿਰ ਵਾਹ ਵਾਹ ਸਾਰਾ ਦਿਨ ਹੀ ਹੁੰਦੀ ਚਲੀ ਜਾਂਦੀ ਹੈ। ਫਿਰ ਜਿੱਥੇ ਵੀ ਜਾਓਗੇ ਵਾਹ ਵਾਹ ਹੀ ਹੋਏਗੀ। ਬੋਲੋ ਹੋ ਰਹੀ ਕਿ ਨਹੀਂ? ਹੁਣ ਫਿਰ ਕਵਾਂਗੇ ਤੁਹਾਡੀ ਜ਼ਿੰਦਗੀ 'ਚ ਵਾਹ ਵਾਹ ਕਿਉਂ ਨਹੀਂ ਹੁੰਦੀ? ਕਿਉਂਕਿ ਸਾਡੀ ਜ਼ਿੰਦਗੀ ਸ਼ੁਰੂ ਹੀ ਕਿੱਦਾਂ ਹੁੰਦੀ ਹੈ? ਹਾਏ, ਜਿੱਦਾਂ ਦੱਸਿਆ, ਹਾਏ ਦੇ ਨਾਲ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਵੀ ਸਾਰਾ ਦਿਨ ਹਾਏ ਹਾਏ ਹੁੰਦੀ ਹੈ। ਹਾਏ ਇੱਥੇ ਦਰਦ ਹੈ, ਹਾਏ ਉੱਥੇ ਦਰਦ ਹੈ, ਹਾਏ ਨਿਆਣੇ ਕਹਿਣਾ ਨਹੀਂ ਮੰਨਦੇ, ਹਾਏ ਕੰਮ ਨਹੀਂ ਚੱਲਦਾ, ਹਾਏ ਕੰਮ 'ਚ ਸਫਲਤਾ ਨਹੀਂ ਮਿਲਦੀ। ਜਦੋਂ ਸ਼ੁਰੂਆਤ ਹੀ ਹਾਏ ਤੋਂ ਹੋਣੀ ਹੈ ਤਾਂ ਸਾਰਾ ਦਿਨ ਕੀ ਹੋਣਾ ਹੈ? ਕਹਿ ਦਿਓ। ਤਾਂ ਜਦੋਂ ਸ਼ੁਰੂਆਤ ਵਾਹ ਤੋਂ ਹੋਏਗੀ, ਸ਼ੁਕਰਾਨੇ ਤੋਂ ਹੋਏਗੀ, ਤਾਂ ਸਾਰਾ ਦਿਨ ਸ਼ੁਕਰਾਨਾ ਹੀ ਹੋਏਗਾ, ਵਾਹ ਵਾਹ ਹੀ ਹੋਏਗੀ। ਹੁਣ ਤੁਸੀਂ ਕੀ ਚਾਹੁੰਦੇ ਹੋ, ਜ਼ਿੰਦਗੀ 'ਚ ਵਾਹ ਵਾਹ ਹੋਵੇ ਜਾਂ ਹਾਏ ਹਾਏ ਹੋਵੇ? ਤਾਂ ਫਿਰ ਅੱਜ ਤੋਂ ਕੀ ਕਹਿਣਾ ਹੈ? ਵਾਹ ਵਾਹ ਵਾਹ। ਜਿੱਦਾਂ ਕਹਿੰਦੇ ਨਾ ਵਾਹ ਉਸਤਾਦ, ਅਸੀਂ ਕਹਿਣਾ ਵਾਹ ਮਾਲਕਾ, ਵਾਹ ਮਜ਼ਾ ਆ ਗਿਆ ਜ਼ਿੰਦਗੀ ਦਾ, ਮਜ਼ਾ ਆ ਗਿਆ। ਆ ਰਿਹਾ ਕਿ ਨਹੀਂ ਮਜ਼ਾ? ਆਹੀ ਤਾਂ ਜ਼ਿੰਦਗੀ ਹੈ। ਜੇ ਜ਼ਿੰਦਗੀ 'ਚ ਮਜ਼ਾ ਆਇਆ ਤਾਂ ਜ਼ਿੰਦਗੀ ਕਾਹਦੀ? ਜੇ ਜ਼ਿੰਦਗੀ ਰੋਂਦਿਆਂ ਹਾਏ ਹਾਏ ਕਰਦਿਆਂ ਗੁਜ਼ਰ ਗਈ ਤਾਂ ਕਾਹਦੀ ਜ਼ਿੰਦਗੀ? ਉਹ ਜ਼ਿੰਦਗੀ ਉਹ ਜਿਹੜੀ ਵਿਸ਼ਵਾਸ ਨਾਲ, ਪਿਆਰ ਨਾਲ, ਖੁਸ਼ੀ ਦੇ ਨਾਲ, ਆਪਣੇ ਮਾਲਿਕ ਦੇ ਯਕੀਨ ਨਾਲ ਗੁਜ਼ਰ ਜਾਵੇ। ਔਰ ਫਿਰ ਕਵਾਂਗੇ ਕਾਮਯਾਬ ਹੋਣਾ ਚਾਹੁੰਦੇ ਹੋ, ਸਫਲ ਹੋਣਾ ਚਾਹੁੰਦੇ ਹੋ ਤਾਂ ਮਿਹਨਤ ਕਰਨ ਲਈ ਤਿਆਰ ਰਹੋ, ਕੋਸ਼ਿਸ਼ ਕਰਨ ਲਈ ਤਿਆਰ ਰਹੋ, ਹਿੰਮਤ ਨਾ ਕਦੇ ਵੀ ਹਾਰੋ। ਬੋਲੋ ਸਮਝਦੇ ਹੋ ਕਿ ਨਹੀਂ? ਫਿਰ ਕੀ ਕਰਨਾ? ਹਿੰਮਤ ਕਦੀ ਨਹੀਂ ਹਾਰਨੀ, ਹੌਸਲਾ ਕਦੀ ਨਹੀਂ ਹਾਰਨਾ, ਕਦੀ ਡਰਨਾ ਨਹੀਂ ਹੈ, ਚਿੰਤਾ ਨਹੀਂ ਕਰਨੀ, ਬਲਕਿ ਆਪਣੇ ਮਾਲਿਕ ਤੇ ਭਰੋਸਾ ਰੱਖਣਾ ਕਿ ਮੈਨੂੰ ਸੰਭਾਲਣ ਵਾਲਾ, ਮੈਨੂੰ ਕਾਮਯਾਬੀ ਦੇਣ ਵਾਲਾ, ਮੈਨੂੰ ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਹੋਊਗੇ ਕਿ ਨਹੀਂ ਅੱਜ ਤੋਂ? ਹੁਣ ਸਾਨੂੰ ਲੱਗਦਾ ਬੈਟਰੀ 100% ਹੋ ਗਈ। ਤੁਹਾਡੀ ਗੱਲ ਕਰਦੇ ਹਾਂ, ਸਾਡੀ ਤਾਂ 100 ਦੀ ਬਜਾਏ ਕਹਿੰਦੇ ਹੈ ਕਿ 1000% ਹੀ ਰਹਿੰਦੀ ਹਮੇਸ਼ਾ ਨਾ। ਤੁਹਾਨੂੰ 100 ਤੱਕ ਤਾਂ ਲੈ ਕੇ ਜਾਈਏ। ਇਸ ਕਰਕੇ ਹੁਣ ਟਾਈਮ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਵੱਲ ਲੈ ਕੇ ਜਾਈਏ। ਹੁਣ ਸਤਸੰਗ ਨੂੰ ਸਮਾਪਤ ਕਰਾਂਗੇ ਆਖਰਲੇ ਵਚਨਾਂ 'ਚ ਕਿ ਇਹ ਗੱਲ ਹਮੇਸ਼ਾ ਯਾਦ ਰੱਖਣੀ। ਫਿਰ ਇਹੀ ਕਵਾਂਗੇ ਕਿ ਜ਼ਿੰਦਗੀ 'ਚ ਸਫਲਤਾ ਚਾਹੀਦੀ ਆ, ਖੁਸ਼ੀਆਂ ਚਾਹੀਦੀਆਂ, ਉਹਦੀਆਂ ਰਹਿਮਤਾਂ ਚਾਹੀਦੀਆਂ, ਮੰਗਣ ਨਾਲ ਨਹੀਂ ਮਿਲਣੀਆਂ, ਉਹਦੇ ਵਾਸਤੇ ਕਰਮ, ਨੇਕੀ। ਇਸ ਲਈ ਅਸੀਂ ਫਿਰ ਕਵਾਂਗੇ ਯਾਦ ਰੱਖਣਾ ਕਿ ਮੇਰੀ ਕੀਤੀ ਹਰ ਨੇਕੀ ਉਹ ਪੈਰ ਦੀ ਤਰ੍ਹਾਂ ਹੈ, ਉਹ ਕਦਮ ਦੀ ਤਰ੍ਹਾਂ ਹੈ ਕਿ ਜਿੰਨੇ ਕਦਮ ਉਠਾਵਾਂਗੇ ਉਨਾ ਹੀ ਅਸੀਂ ਆਪਣੇ ਮਾਲਕ ਦੀ ਰਹਿਮਤ ਦੇ ਮੰਜ਼ਿਲ ਦੇ ਨੇੜੇ। ਹੁਣ ਇਹ ਸੋਚਿਆ ਕਰੋ ਕਿ 24 ਘੰਟੇ 'ਚ ਮੈਂ ਕਿੰਨੇ ਕਦਮ ਉਠਾਏ। ਔਰ ਦੂਜੀ ਗੱਲ, ਜਿੱਦਾਂ ਮੂਸਾ ਦੀ ਗੱਲ ਦੱਸੀ ਕਿ ਸਭ ਤੋਂ ਬੁਰੇ ਨੂੰ ਲੱਭ ਕੇ ਲਿਆ ਤਾਂ ਆਪਣੇ ਗਲ 'ਚ ਰੱਸੀ ਪਾ ਲੇ, ਕਿਉਂਕਿ ਜਿਹੜਾ ਅੱਛਾ ਹੋਵੇ ਨਾ ਉਹਨੂੰ ਦੂਜੇ ਅੰਦਰ ਬੁਰਾਈ ਕਦੀ ਨਜ਼ਰ ਆਉਂਦੀ ਨਹੀਂ ਹੈ। ਔਰ ਇੱਕ ਗੱਲ ਦਾ ਜਵਾਬ ਦੇਣਾ, ਜਦੋਂ ਤੁਹਾਨੂੰ ਸਭ ਦੇ ਅੰਦਰ ਅੱਛਾਈ ਨਜ਼ਰ ਆਣੀ ਸ਼ੁਰੂ ਹੋ ਗਈ, ਚਾਹੇ ਪੇੜ ਹੈ, ਪੌਦੇ ਹੈ, ਪਸ਼ੂ ਹੈ, ਪੰਛੀ ਹੈ, ਇਨਸਾਨ ਹੈ, ਔਰਤ ਹੈ, ਮਰਦ ਹੈ, ਬੱਚਾ ਹੈ, ਬੁੜਾ ਹੈ, ਜਦੋਂ ਸਭ ਦੇ ਅੰਦਰ ਅੱਛਾਈ ਨਜ਼ਰ ਆਣੀ ਸ਼ੁਰੂ ਹੋ ਗਈ ਤਾਂ ਇਹਦਾ ਮਤਲਬ ਕੀ ਹੈ? ਹੁਣ ਤੁਸੀਂ ਅੱਛੇ ਬਣ ਚੁੱਕੇ ਹੋ। ਕਿਉਂਕਿ ਜਿਹੜਾ ਖੁਦ ਅੱਛਾ ਬਣ ਚੁੱਕਾ ਹੈ ਉਹਨੂੰ ਸਭ ਦੇ ਅੰਦਰ ਹਮੇਸ਼ਾ, ਕਹਿ ਦਿਓ, ਅੱਛਾਈ ਨਜ਼ਰ ਆਉਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਸ਼੍ਰੀ ਕ੍ਰਿਸ਼ਨ ਦੀ ਗੱਲ ਇੱਕ ਯਾਦ ਹੋਏਗੀ ਤੁਹਾਨੂੰ ਦੱਸੀ ਸੀ ਕਿ ਜਦੋਂ ਸ਼੍ਰੀ ਕ੍ਰਿਸ਼ਨ ਆਪਣੇ ਗੁਰੂ ਸੰਦੀਪਾਨ ਜੀ ਦੇ ਆਸ਼ਰਮ 'ਚ ਸੀ ਤਾਂ ਇੱਕ ਦਿਨ ਗੁਰੂ ਆਪਣੇ ਸੇਵਕਾਂ ਦੇ ਨਾਲ ਇੱਕ ਜਗ੍ਹਾ ਜਾ ਰਹੇ ਸੀ ਤਾਂ ਰਸਤੇ ਦੁਰਗੰਧ ਬੜੀ ਆ ਰਹੀ ਸੀ। ਇੱਕ ਰਸਤੇ ਜਾਂਦੇ ਨੇ ਦੇਖਿਆ ਦੁਰਗੰਧ ਬੜੀ ਆ ਰਹੀ ਹੈ, ਬਦਬੂ ਬੜੀ ਆ ਰਹੀ ਹੈ। ਤਾਂ ਜਦੋਂ ਬਦਬੂ ਕਿੱਥੋਂ ਆ ਰਹੀ ਹੈ ਦੇਖਣ ਵਾਸਤੇ ਗੁਰੂ ਗਏ ਤਾਂ ਦੇਖਿਆ ਉੱਤੇ ਕਿ ਨਾ ਮਰਿਆ ਕੁੱਤਾ ਪਿਆ ਹੋਇਆ ਹੈ, ਜਿਹਦਾ ਮਾਸ ਸੜ ਚੁੱਕਾ ਹੈ, ਉਹਦੀ ਦੁਰਗੰਧ ਆ ਰਹੀ ਹੈ। ਤਾਂ ਉਸਨੇ ਗੁਰੂ ਨੇ ਆਪਣੇ ਸੇਵਕਾਂ ਨੂੰ ਕਿਹਾ ਕੀ ਨਜ਼ਰ ਆ ਰਿਹਾ ਤੁਹਾਨੂੰ, ਕੀ ਨਜ਼ਰ ਆ ਰਿਹਾ ਤੁਹਾਨੂੰ? ਤਾਂ ਕਿਹਾ ਜੀ ਸੜਿਆ ਹੋਇਆ ਕੁੱਤਾ ਹੈ, ਮਰਿਆ ਹੋਇਆ ਕੁੱਤਾ ਹੈ, ਆ ਦੇਖੋ ਕੀੜੇ ਪਏ ਹੋਏ ਹੈ ਔਰ ਬਦਬੂ ਬੜੀ ਹੈ, ਇਹ ਨਜ਼ਰ ਆ ਰਿਹਾ ਹੈ। ਤਾਂ ਸ਼੍ਰੀ ਕ੍ਰਿਸ਼ਨ ਪਿੱਛੇ ਖੜੇ ਮੁਸਕਰਾ ਰਹੇ ਸੀ, ਸ਼੍ਰੀ ਕ੍ਰਿਸ਼ਨ ਪਿੱਛੇ ਖੜੇ ਮੁਸਕਰਾ ਰਹੇ ਸੀ। ਗੁਰੂ ਨੇ ਕਿਹਾ ਕਿ ਕ੍ਰਿਸ਼ਨਾ ਤੂੰ ਵੀ ਦੱਸ ਵੀ ਤੈਨੂੰ ਕੀ ਨਜ਼ਰ ਆ ਰਿਹਾ ਹੈ? ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਕਿ ਗੁਰੂਦੇਵ, ਉਹ ਕਹਿੰਦੇ ਤੈਨੂੰ ਕੀ ਨਜ਼ਰ, ਤੂੰ ਕਿਉਂ ਹੱਸ ਰਿਹਾ ਹੈ? ਸਾਰਿਆਂ ਨੇ ਨੱਕ ਤੇ ਕੱਪੜਾ ਰੱਖਿਆ ਹੈ, ਦੁਰਗੰਧ ਆ ਰਹੀ ਹੈ, ਸੜੇ ਹੋਏ ਕੁੱਤੇ ਨੂੰ ਦੇਖ ਰਿਹਾ, ਕੀੜੇ ਦੇਖ ਰਿਹਾ, ਤੈਨੂੰ ਕੀ ਨਜ਼ਰ ਆ ਰਿਹਾ, ਤੂੰ ਹੱਸ ਰਿਹਾ ਕਿਉਂ? ਕਹਿੰਦਾ ਜੀ ਮੈਂ ਇਹ ਦੇਖ ਰਿਹਾ ਆ ਕਿ ਕੁੱਤਾ ਸੜ ਗਿਆ, ਕੀੜੇ ਵੀ ਪੈ ਗਏ, ਪਰ ਇਹਦੇ ਦੰਦ ਦੇਖੋ ਕਿਦਾਂ ਮੋਤੀਆਂ ਵਾਂਗੂ ਚਮਕਦੇ ਪਏ, ਦੰਦ ਕਿੰਨੇ ਚਿੱਟੇ, ਦੰਦ ਬਿਲਕੁਲ ਚਿੱਟੇ ਆ, ਮੋਤੀਆਂ ਦੀ ਤਰ੍ਹਾਂ ਚਮਕ ਰਹੇ ਆ। ਗੁਰੂ ਨੇ ਦੇਖਿਆ, ਕਹਿੰਦੇ ਵਾਹ ਕੰਨ, ਉਹ ਮਰਿਆ ਹੋਇਆ ਕੁੱਤਾ ਨਜ਼ਰ ਨਹੀਂ ਆਇਆ, ਕੀੜੇ ਨਜ਼ਰ ਨਹੀਂ ਆਏ, ਦੁਰਗੰਧ ਨਜ਼ਰ ਨਹੀਂ ਆਏ, ਇਹ ਮਰੇ ਹੋਏ ਸੜੇ ਹੋਏ ਕੁੱਤੇ ਅੰਦਰ ਵੀ ਤੈਨੂੰ ਅੱਛਾਈ ਨਜ਼ਰ ਆਈ ਕਿ ਉਹਦੇ ਦੰਦ ਕਿੰਨੇ ਚਮਕ ਰਹੇ ਆ, ਕਿੰਨੇ ਸੋਹਣੇ ਚਿੱਟੇ ਦੰਦ। ਉਸ ਲਈ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਸਤਿਗੁਰੂ ਇਹੀ ਤਾਂ ਮੇਰੀ ਖੁਸ਼ੀ ਦਾ ਰਾਜ ਹੈ
ਕਿਉਂਕਿ ਜਿਹੜਾ ਇਨਸਾਨ ਬੁਰੀ ਤੋਂ ਬੁਰੀ ਸਥਿਤੀ ਵਿੱਚ ਵੀ ਨਾ ਕੁਝ ਅੱਛਾ ਲੱਭ ਲਵੇ, ਉਹੀ ਰੱਬ ਦਾ ਪਿਆਰਾ ਹੁੰਦਾ ਹੈ। ਔਰ ਜੀਵਨ 'ਚ ਖੁਸ਼ੀ ਵੀ ਉਹਦੇ ਹੀ ਹੁੰਦੀ ਹੈ। ਪਰ ਇਨਸਾਨ ਦੇ ਕੋਲ ਸਭ ਕੁਝ ਅੱਛਾ ਹੁੰਦਾ ਹੈ, ਪਰ ਫਿਰ ਵੀ ਇਨਸਾਨ ਉਹ ਅੱਛੇ ਵਿੱਚੋਂ ਵੀ ਬੁਰਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਬੰਦੇ ਕੋਲ ਪਰਿਵਾਰ ਹੈ, ਪਤਨੀ ਹੈ, ਬੱਚੇ ਹੈ, ਚੰਗੀ ਸਿਹਤ ਹੈ, ਉਹਦਾ ਕਦੀ ਖੁਸ਼ੀ ਨਹੀਂ ਕਰਨੀ। ਆ ਮੇਰਾ ਆਹ ਕੰਮ ਨਹੀਂ ਹੁੰਦਾ ਪਿਆ, ਉਹਨੂੰ ਸੋਚ ਕੇ ਦੁਖੀ ਹੋਈ ਜਾਣਾ। ਆ ਮੇਰਾ ਆਹ ਕੰਮ ਇਦਾਂ ਨਹੀਂ ਹੁੰਦਾ, ਉਹਨੂੰ ਸੋਚ ਕੇ ਪਰੇਸ਼ਾਨ ਹੋਈ ਜਾਣਾ। ਉਹ ਰੱਬ ਦਾ ਪਿਆਰਾ ਤਾਂ ਕਹਿੰਦਾ, ਜੇ ਮੇਰਾ ਮਾਲਿਕ ਮੇਰੇ, ਜਿੱਦਾਂ ਕਹਿੰਦੇ ਜਬ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਆਵਾਜ਼ ਘੱਟ ਆਈ ਹੈ। जब मेरा मालिक मेरे साथ है तो डरने की तो चिंता की। हम चिंता दी भी कह सकते हैं कि डरने की भी कोई गल है नहीं, तो चिंता करने की भी कोई, क्योंकि मेरा मालिक मेरे। तो होर की चाहिए फिर सानू, बोलो समझते हो कि होर सानू की चाहिए है। इस करके जिन्होंने वो मिल गया उन्होंने सब कुछ मिल गया। इसलिए हुण सत्संग की समाप्ति लिए एक छोटा जिहा प्रश्न कि जवाब देना तुसीं, फिर सत्संग की समाप्ति करांगे। कि समझ लो एक आदमी तुरिया जा रहा है, एक आदमी तुरिया जा रहा है, उसदे दो हाथ झोले है और एक सिर ते संदूक है, और तुहानूं कहा जाए जाओ इहदा बोझ उतारो, तुसीं किहड़ा बोझ फड़ोगे? सज्जे हाथ दा खब्बे हाथ दा? किहड़ा फड़ोगे? सज्जा सज्जे हाथ दा कौन फड़ेगा, खब्बे हाथ दा कौन फड़ेगा? किहड़ा फड़ोगे जाके तुसीं? एक सज्जे हाथ च, खब्बे हाथ च, एक सिर ते ट्रंक या बोझ रखा हुआ है, गठड़ी रखी हुई है। तुसीं किहड़ा जाके लाओगे? कोई कहे जा जाके उसकी हैल्प करो तो बोझ हल्का कर, किहड़ा फड़ोगे तुसीं? किहड़ा सिर दा फड़ेगा? सारे ही। ਇਹਦਾ मतलब की है? सज्जे हाथ 'ਚ बोझ होवे, खब्बे हाथ 'ਚ बोझ होवे, फर्क नहीं पैंदा, बस सिर ते बोझ नहीं होना चाहिए, सिर हल्का चाहिए सदा। समझ आई? आ सिर ते चिंतावां दा बोझ ना रखो, नहीं तो जिंदगी दुखां नाल भर जाएगी। डर दा बोझ ना रखो, हत्थां 'ਚ बोझ मतलब मेहनत। मैनू हथ रब ने दिते मेहनत करने वास्ते, पर सिर दिता है सोचने वास्ते, ना कि बोझ चक्कण वास्ते। इत्थे बोझ नहीं रखना, इसलिए अज तो ला दिओ बोझ, ऐदां करके ना ला दिओ। आ दूजे वाल ना सुटो कि मेरा वो चक लवे, वो दूजा कहे मेरा, ਇਹਦਾ ਤਾਂ हल्का हो गया, उन्हें चक लिया। समझ गए हो कि नहीं? ਇਹਨੂੰ ਸਾਡੇ ਵੱਲ सुटो, क्योंकि यही चक सकते, पता अपने जिन्नी ताकत है कि तुहाडे सारे दे बोझ चक सकते। ਅਸੀਂ ਤਾਂ ਕਹਿੰਦੇ चिंता है, टेंशन है, परेशानी इधर सुटो, तो साडे वालों तुहानूं खुशी मिलेगी, आनंद मिलेगा। अपनी चिंता अपनी टेंशन तुहानूं नहीं कभी देवांगे, क्योंकि है ही नहीं इत्थे, इत्थे खुशियां खुशियां। इसलिए जिद्दां असीं तुहानूं कीता ना सज्जे हत्थ 'ਚ खब्बे हत्थ 'ਚ सिर ते, सिर तो ही लाना है। हुण ये देखना कि मेरी वजह नाल किसी सिर ते बोझ नहीं चढ़ना चाहिए। बोलो समझदे हो कि नहीं? क्योंकि जो बंदा कहता इदां फड़ के की है यार चिंता बहुत है, ਇਹਦਾ मतलब सिर ते बोझ है चिंता का। हाँ मैनूं डर लगता, ਇਹਦਾ मतलब डर का बोझ है सिर ते, नफरत का बोझ है सिर ते, परेशानियां का बोझ है सिर ते, बैर विरोधता का बोझ है सिर ते। इसलिए समझदार बंदा वो कहता हत्थां 'ਚ बोझ होवे चंगी गल है, क्योंकि ये फिटनेस की निशानी है कि मैं काम कर रहा, मेहनत कर रहा। कहते ना तां ही कहते हैं कि जे रब ने हथ पैर दिते किरत करने वास्ते, मेहनत करने वास्ते, पर सिर दिता है तो इत्थे उहदा चिराग जगदा उहनूं देखण वास्ते। शांत रहो, आनंद लो। तां ही तो शिव जी के हाथ 'ਚ तरशूल हुंदा, इत्थे गंगा वगदी है, क्योंकि गंगा वगण का मतलब शांति, आनंद, प्यार की गंगा इत्थे होनी चाहिए है, ना कि चिंतावां दा चिक्कड़ निकले। बंदा कहे शिव जी दी जटावां जो गंगा निकली, पर मेरे अंदरों की निकलिया कचरा, मेरे अंदरों की निकलिया गंदगी की नाली, जिहड़ी दूजिਆਂ ਨੂੰ भी गंदा कर रही है, क्योंकि इत्थों सोच गंदी निकलती दूजे ਨੂੰ गंदा करती है। पर नहीं, अज तो मैं ये बोझ उतारना, उतारता कि नहीं? साडे वाल सिट दिओ, फिर ऐं करके ऐं सिट दिओ, फड़ लेना, क्योंकि संभालण नूं पता सानूं कि तुहाडा की सारी दुनिया का बोझ चक सकते हैं, बस कोशिश तो की जाए। अपने आप से अपने मालिक का पता है, क्योंकि जी अंदर ताकत बैठी है ना, जिद्दां दसिया ही हारन वास्ते नहीं जितण वास्ते पैदा हुए हैं, क्योंकि पता है जिताण वाली ताकत साडे अंदर अपना काम। और असीं ये कहांगे वो ताकत तुहाडे अंदर भी बैठी है। फर्क इन्ना है असीं मेहनत करके जान लिया है, तो तुहानूं हले जानना बाकी है। जिद्दां एक जिम विच जाओ ना, एक बॉडी बिल्डर खड़ा हुंदा है, एक नवां मुंडा जांदा है, नवां नौजवान जांदा है, तो वो देखदा है कि भाई इहदी बॉडी किन्नी सोहणी, तो वो कहंदा पुੱਤ मैं मेहनत करके बना चुका, तैनूं बनाउण दी, तैनूं मेहनत करन दी तेरी भी बन जाएगी। जे असीं अपनी शक्ति नूं जान सकते हैं, अपने अंदरली रहमत नूं समझ सकते हैं, तो तुहाडे अंदर भी वो है शक्ति, तुहाडे अंदर भी वो है वो ताकत, बस तुहानूं भी मेहनत करन दी लोड़ है, जानन दी लोड़ है। और ये जाणांगे किदां? जदों मुरशद नाल जुड़ांगे, जिन्हां ने खुद जाणिया होवे, खुद बनाया होवे, उन्हां नाल जुड़ांगे तो ਉਹੀ ਸਾਨੂੰ भी बना सकते हैं।
ਉਹੀ ਸਾਨੂੰ ਵੀ ਰਸਤਾ ਦੇ ਸਕਦੇ ਹੈ। ਤਾਂ ਜਿਹੜਾ ਆਪ ਹੀ ਭਟਕਿਆ ਫਿਰਦਾ ਹੋਵੇ ਉਹਨੇ ਸਾਨੂੰ ਕੀ ਮੰਜ਼ਿਲ ਦਿਖਾਣੀ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਸਟਰੋਂਗ ਬਣੋ ਔਰ ਅੱਜ ਤੋਂ ਉਤਾਰ ਦਿਓ ਸਾਰੇ ਸਿਰ ਦੇ। ਉਤਰਿਆ ਕਿ ਨਹੀਂ? ਅੱਛਾ, ਕਿਹਦੇ ਕਿਹਦੇ ਸਿਰ ਤੋਂ ਉਤਰ ਗਿਆ? ਹੱਥ ਖੜਾ ਕਰਕੇ ਦੱਸ ਦੇ, ਪਤਾ ਲੱਗ ਜਾਵੇ ਸਾਨੂੰ ਉਤਰ ਗਿਆ। ਅੱਜ ਤੋਂ ਚਿੰਤਾ ਛੱਡ ਦਿਓ, ਵਿਸ਼ਵਾਸ ਕਰਨਾ ਸ਼ੁਰੂ ਕਰੋ। ਕਰੋਗੇ ਕਿ ਨਹੀਂ? ਤੇ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਸਾਰੀਆਂ ਚਿੰਤਾਵਾਂ ਦੂਰ, ਮੇਰੀਆਂ ਚਿੰਤਾਵਾਂ ਦੂਰ, ਮੇਰੀਆਂ ਚਿੰਤਾਵਾਂ ਦੂਰ, ਮੇਰੇ ਡਰ ਦੂਰ, ਮੇਰੇ ਡਰ ਦੂਰ, ਮੇਰੇ ਡਰ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ ਨਾਲ ਹੈ ਨਾ। ਪਰ ਇੱਕ ਗੱਲ ਤਾਂ ਰਹੀ ਗਈ, ਕਿਉਂਕਿ ਜਿਹਨਾਂ ਨੂੰ ਪਤਾ ਮੇਰਾ ਮਾਲਿਕ ਨਾਲ, ਫਿਰ ਪਤਾ ਕੀ ਕਹਿੰਦੇ ਐ? ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ। ਵਾਹ, ਹੱਸ ਕੇ ਦਿਖਾ ਦਿਓ। ਬਸ ਇੰਨਾ ਗਈ। ਇਹ ਕਿੰਨਾ ਕੁ ਲੱਗਦਾ ਮਾਲਿਕ ਨਾਲ, ਉਨਾ ਵੱਡਾ ਹਾਸਾ, ਉਨਾ ਬੜਾ ਵਿਸ਼ਵਾਸ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿੱਡਾ ਵੱਡਾ ਵਿਸ਼ਵਾਸ ਉੱਡੀ ਬੜੀ ਖੁਸ਼ੀ। ਸੋ ਅੱਜ ਤੋਂ ਨਿਰਾਸ਼ ਨਹੀਂ ਹੋਣਾ। ਅਗਰ ਮੈਂ ਅੱਜ ਦੁਖੀ ਹਾਂ, ਪਰੇਸ਼ਾਨ ਹੈ, ਤਾਂ ਮਤਲਬ ਕਿਤੇ ਨਾ ਕਿਤੇ ਕਮੀ ਮੇਰਾ ਬਰਤਨ ਹੀ ਛੋਟਾ ਹੈ, ਜਾਂ ਮੇਰਾ ਬਰਤਨ ਹੀ ਮੁੰਦਾ ਹੈ। ਮੈਂ ਕੋਸ਼ਿਸ਼ ਘੱਟ ਕੀਤੀ ਹੈ, ਮਿਹਨਤ ਘੱਟ ਕੀਤੀ ਹੈ। ਸੋ ਫਿਰ ਕਵਾਂਗੇ। ਇਹ ਗੱਲ ਲਿਖ ਲਓ, ਕਿਉਂਕਿ ਜਿਹੜੀ ਗੱਲ ਸਤਸੰਗ ਦੀ ਮੇਨ ਹੁੰਦੀ ਨਾ, ਉਹਨੂੰ ਨੋਟ ਕਰ ਲਿਆ ਕਰੋ। ਉਹ ਕਿਹੜੀ ਗੱਲ ਹੈ कि मैं हारने के लिए नहीं, जीतने के लिए पैदा हुआ हूं, और जीत कर, जीत कर, जीत कर भरोसा है मुझे खुद पर और उसकी रहमत पर। मैं अपनी मंजिल, मैं अपनी मंजिल, मैं अपनी मंजिल। और तुम्हारी मंजिल केड़ी है सोच लो, और यकीन रखो मैं पाके रहना एक दिन। यही मेरी जिंदगी की सफलता है, यही मेरी जिंदगी की कामयाबी है। और कामयाबी जरूर मिलेगी, क्योंकि मैनू कामयाबी देने वाला मेरा मालिक मेरे, मैनू खुशियां देने वाला मेरा मालिक मेरे, मेरे दुखों को दूर करने वाला मेरा मालिक मेरे, मैनू हर दुख चो बचाने वाला मेरा मालिक मेरे, मैनू हिम्मत देने वाला मेरा मालिक मेरे, मेरी रक्षा करने वाला मेरा मालिक मेरे, मेरी संभाल करने वाला मेरा मालिक मेरे, मेरा मालिक मेरे, मेरा मालिक मेरे। जाओ मैं सदा ही नाल है। खुश रहो हमेशा, इदां ही तुहाडे जीवन 'ਚ हसी, ये मुस्कुराहट, ये खुशी बनी रहे। और हुण अंत ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦਾ, ਨਾਮ ਜਪਣ ਦਾ, ਨੇਕ ਕਰਮ ਕਰਨ ਦਾ, ਨੇਕੀਆਂ ਦੇ ਮਾਰਗ ਤੇ ਚੱਲਣ ਦਾ, ਸੇਵਾ ਸਿਮਰਨ ਦਾਨ ਪੁੰਨ ਕਰਨ ਦਾ ਮਾਲਿਕ ਬਲ ਬਖਸ਼ੇ, ਤੁਹਾਨੂੰ ਤਾਕਤ ਦੇਵੇ। ਔਰ ਤੁਹਾਡੇ ਅੰਦਰੋਂ ਡਰ, ਚਿੰਤਾਵਾਂ, ਫਿਕਰਾਂ ਸਾਰੀਆਂ ਖਤਮ ਹੋ ਜਾਣ, ਔਰ ਤੁਹਾਡੇ ਅੰਦਰ ਸੱਚਾ ਪਿਆਰ, ਸੱਚਾ ਵਿਸ਼ਵਾਸ ਪੈਦਾ ਹੋ ਜਾਵੇ, ਤਾਂ ਕਿ ਤੁਸੀਂ ਇਹ ਜੀਵਨ ਦਾ ਪੂਰਾ ਪੂਰਾ ਆਨੰਦ ਲੈ ਸਕੋ, ਉਹ ਮਾਲਿਕ ਦੀਆਂ ਰਹਿਮਤਾਂ ਦਾ ਆਨੰਦ ਲੈ ਸਕੋ। ਆਉਣ ਵਾਲਾ ਹਰ ਪਲ, ਹਰ ਘੜੀ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰੀ ਹੋਵੇ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਲਿਕ ਤੁਹਾਨੂੰ ਦੇਵੇ। ਸੁਖ ਸਮਰਿੱਧੀ ਨਾਲ ਮਾਲਿਕ ਤੁਹਾਨੂੰ ਭਰਪੂਰ ਕਰਨ, ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਮਾਲਿਕ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की ज़िंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें, और वीडियो देखने के लिए सर्व संजय दरबार कांटियाँ शरीफ यूट्यूब चैनल को सब्सक्राइब करें, और फेसबुक पेज को फॉलो करना ना भूलें। जय माता दी।